लेखक सर आर्थर कॉनन डॉयल, अनुवादक महेंद्र बेदी जैतो। नॉवल है पिशाच कुत्ता, शर्लॉक होम्स का सब तो मशहूर कारनामा। अंग 14, बास्करविले दा पिशाच कुत्ता। शर्लॉक होम्स विच जिहड़ा सब तो वड्डा दोष सी, जे वाकई इहनूं दोष कहा जा सकदा तो यह सी कि अपनी प्लानिंग बारे उदों तक किसी नाल चर्चा करनी पसंद नहीं सी करदा जद तक कि पूरी तरह नेपरे नहीं सी चढ़ जांदी। बिना शक इहदा एक कारण तां उहदा अपना प्रभावशाली सुभाਅ है, जिस सदका वो अपने आसे पासे दे लोकां नूं हैरान ते प्रभावित करना चाहुंदा है। पर दूजा कारण कुछ हद तक उहदे पेशे दी सावधानी भी है, जिहड़ी उहनूं वाधू दे झंझटां 'च ना पैण लई लगातार सुचेत करदी रहिंदी है। पर इहदा नतीजा आम तौर ते इह हुंदा सी कि ਜਿਹੜੇ ਲੋਕ ਉਹਦੇ ਸਹਿਯੋਗੀ ਤੇ ਸਹਾਇਕ ਦੇ ਤੌਰ ਤੇ ਕੰਮ ਕਰ ਰਹੇ ਹੁੰਦੇ ਸੀ, ਉਹ ਕਈ ਵਾਰੀ ਦੁਚਿੱਤੀ ਤੇ ਪਰੇਸ਼ਾਨੀ ਦੀ ਸਥਿਤੀ 'ਚ ਫਸ ਜਾਂਦੇ ਸੀ। ਮੈਂ ਖੁਦ ਕਈ ਵਾਰੀ ਅਜਿਹੀ ਸਥਿਤੀ ਨੂੰ ਭੁਗਤ ਚੁੱਕਿਆ, ਪਰ ਅਜਿਹੀ ਦੁਚਿੱਤੀ ਦੀ ਸਥਿਤੀ ਵਿੱਚ ਮੈਂ ਆਪਣੇ ਆਪ ਨੂੰ ਕਦੀ ਵੀ ਮਹਿਸੂਸ ਨਹੀਂ ਸੀ ਕੀਤਾ ਜਿਸ 'ਚ ਉਸ ਕਾਲੀ ਰਾਤ ਨੂੰ ਘੋੜਾ ਗੱਡੀ ਦੇ ਸਫ਼ਰ ਦੌਰਾਨ ਮਹਿਸੂਸ ਕਰ ਰਿਹਾ ਸੀ। ਅਸੀਂ ਇੱਕ ਖਤਰਨਾਕ ਮੁਹਿੰਮ ਤੇ ਜਾ ਰਹੇ ਸੀ ਤੇ ਜੇ ਸਪਸ਼ਟ ਤੌਰ ਤੇ ਕਿਹਾ ਜਾਏ ਤਾਂ ਇੱਕ ਤਰ੍ਹਾਂ ਨਾਲ ਅਸੀਂ ਅੰਤਿਮ ਹੱਲਾ ਬੋਲਣ ਜਾ ਰਹੇ ਸੀ। ਪਰ ਇਹਦੇ ਬਾਵਜੂਦ ਉਸਨੇ ਕੋਈ ਗੱਲ ਨਹੀਂ ਸੀ ਕੀਤੀ ਤੇ ਮੈਂ ਸਿਰਫ ਅੰਦਾਜ਼ਾ ਹੀ ਲਾ ਸਕਦਾ ਸੀ ਕਿ ਉਹਦਾ ਐਕਸ਼ਨ ਪਲਾਨ ਕੀ ਹੋਏਗਾ। ਜਦੋਂ ਰਾਤ ਦੀਆਂ ਠੰਡੀਆਂ ਹਵਾਵਾਂ ਦੇ ਥਪੇੜੇ ਮੇਰੇ ਚਿਹਰੇ ਨਾਲ ਟਕਰਾਏ ਤੇ ਭੀੜੀ ਸੜਕ ਦੇ ਸੱਜੇ ਖੱਬੇ ਸੁੰਨੀਆਂ ਖਾਈਆਂ ਦਿਖਾਈ ਦੇਣ ਲੱਗੀਆਂ ਤਾਂ ਮੈਨੂੰ ਫੌਰਨ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਅਸੀਂ ਇੱਕ ਵਾਰੀ ਫੇਰ ਜੰਗਲ 'ਚ ਪਹੁੰਚ ਗਏ ਹਾਂ। ਇਹਦੇ ਨਾਲ ਹੀ ਮੇਰੀਆਂ ਨਸਾਂ ਉਤੇਜਨਾ ਬਸ ਫੜਫੜਾਉਣ ਲੱਗੀਆਂ ਤੇ ਮੋਰਚੇ ਤੇ ਪਹੁੰਚਣ ਦੇ ਪਹਿਲੇ ਅਹਿਸਾਸ ਕਾਰਨ ਮਨ 'ਚ ਇੱਕ ਵਿਚਿੱਤਰ ਜਿਹਾ ਜੋਸ਼ ਭਰ ਗਿਆ। ਘੋੜਿਆਂ ਦੀ ਹਰ ਟਾਪ ਤੇ ਪਹਾੜੀ ਦੇ ਹਰੇਕ ਘੁਮਾਅ ਦੇ ਨਾਲ ਅਸੀਂ ਆਪਣੀ ਮਹਾਨ ਮੁਹਿੰਮ ਦੇ ਨਜ਼ਦੀਕ ਪਹੁੰਚਦੇ ਜਾ ਰਹੇ ਸੀ। ਸਾਡੀ ਗੱਲਬਾਤ ਕਿਰਾਏ ਦੀ ਗੱਡੀ ਦੇ ਕੋਚਵਾਨ ਕਰਕੇ ਰੁਕੀ ਹੋਈ ਸੀ, ਇਸ ਲਈ ਅਸੀਂ ਵਾਧੂ ਦੀਆਂ ਗੱਪਾਂ ਮਾਰਨ ਲਈ ਮਜਬੂਰ ਸੀ। ਪਰ ਸਾਡੇ ਸਰੀਰਾਂ ਵਿੱਚ ਉਤੇਜਨਾਜਨਕ ਤਣਾਅ ਦਾ ਸਮੁੰਦਰ ਠਾਠਾ ਮਾਰ ਰਿਹਾ ਸੀ। ਜਦੋਂ ਅਸੀਂ ਫਰੈਂਕਲੈਂਡ ਦੀ ਠਹਿਰ ਦੇ ਅੱਗੋਂ ਦੀ ਹੁੰਦੇ ਹੋਏ ਹਵੇਲੀ ਵੱਲ ਵਧੇ ਤਾਂ ਸਾਨੂੰ ਸੁੱਖ ਦਾ ਸਾਹ ਆਇਆ। ਆਖਰ ਹੁਣ ਅਸੀਂ ਘਟਨਾ ਸਥਾਨ ਕੋਲ ਪਹੁੰਚ ਗਏ ਸੀ, ਪਰ ਅਸੀਂ ਘੋੜੀ ਗੱਡੀ ਨੂੰ ਦਰਵਾਜ਼ੇ ਤੱਕ ਨਹੀਂ ਲੈ ਕੇ ਗਏ, ਬਲਕਿ ਉਹਨੂੰ ਰੁੱਖਾਂ ਵਿਚਕਾਰੋਂ ਲੰਘਦੀ ਸੜਕ ਦੇ ਕਿਨਾਰੇ ਹੀ ਛੱਡ ਦਿੱਤਾ। ਕੋਚਵਾਨ ਨੂੰ ਗੱਡੀ ਦਾ ਕਿਰਾਇਆ ਦੇ ਕੇ ਉਹਨੂੰ ਕੂਮ ਟਰਾਸੀ ਵਾਪਸ ਜਾਣ ਲਈ ਕਿਹਾ ਤੇ ਉਸ ਪਿੱਛੋਂ ਪੈਦਲ ਹੀ ਮੇਰੀ ਪਿੱਟ ਹਾਊਸ ਵੱਲ ਤੁਰ ਪਏ। ਲੈਸਟ੍ਰੇਟ, ਤੁਹਾਡੇ ਕੋਲ ਹਥਿਆਰ ਹੈ ਨਾ? ਜਵਾਬ 'ਚ ਪੁਲਿਸ ਦਾ ਜਸੂਸ ਮੁਸਕਰਾਇਆ। ਜਦੋਂ ਮੈਂ ਪਤਲੂਨ ਪਾਉਂਦਾ ਤਾਂ ਉਸ ਵਿੱਚ ਹਿਪ ਪਾਕਟ ਜ਼ਰੂਰ ਹੁੰਦੀ ਹੈ ਤੇ ਜਦੋਂ ਹਿਪ ਪਾਕਟ ਹੁੰਦੀ ਹੈ ਤਾਂ ਉਸ 'ਚ ਕੁਛ ਨਾ ਕੁਛ ਤਾਂ ਰੱਖਦਾ ਹੀ ਹਾਂ। ਬਹੁਤ ਅੱਛਾ, ਮੈਂ ਤੇ ਮੇਰਾ ਦੋਸਤ ਵੀ ਹਰ ਖਤਰੇ ਲਈ ਪੂਰੀ ਤਰ੍ਹਾਂ ਤਿਆਰ ਹਾਂ। ਤੁਸੀਂ ਤਾਂ ਇਸ ਮਾਮਲੇ ਦੇ ਕਾਫੀ ਨਜ਼ਦੀਕ ਪਹੁੰਚ ਚੁੱਕੇ ਹੋ ਮਿਸਟਰ ਹੋਮਸ। ਫਿਰ ਹੁਣ ਇਹ ਕੀ ਖੇਡ ਖੇਡੀ ਜਾ ਰਹੀ ਹੈ? ਇਹ ਇੰਤਜ਼ਾਰ ਦੀ ਖੇਡ ਹੈ। ਮੈਂ ਦਾਅਵੇ ਨਾਲ ਕਹਿ ਸਕਦਾ ਕਿ ਇੱਕ ਬਹੁਤ ਹੀ ਮਨਹੂਸ ਜਿਹਾ ਇਲਾਕਾ ਹੈ, ਕਿਉਂਕਿ ਇੱਥੇ ਆਉਣ ਪਿੱਛੋਂ ਮੈਨੂੰ ਕਿਸੇ ਕਿਸਮ ਦੀ ਕੋਈ ਖੁਸ਼ੀ ਮਹਿਸੂਸ ਨਹੀਂ ਹੋ ਰਹੀ। ਪੁਲਿਸ ਦੇ ਉਸ ਜਾਸੂਸ ਨੇ ਹਨੇਰੇ 'ਚ ਡੁੱਬੀਆਂ ਉਹਨਾਂ ਉਦਾਸ ਪਹਾੜੀ ਢਲਵਾਨਾਂ ਤੇ ਗ੍ਰਿਮਪੇਨ ਮਾਇਰ ਦੇ ਉੱਪਰ ਫੈਲੀ ਕੋਰੇ ਦੀ ਉਦਾਸ ਜਿਹੀ ਚਾਦਰ ਤੇ ਨਜ਼ਰਾਂ ਦੌੜਾਉਂਦਿਆਂ ਹੋਇਆਂ ਕੰਬਦੀ ਆਵਾਜ਼ 'ਚ ਗਿਆ, ਉਹ ਸਾਡੇ ਸਾਹਮਣੇ ਵੱਲ ਕੈਸੀ ਰੌਸ਼ਨੀ ਹੈ। ਉਹ ਹੈ ਮੇਰੀ ਪਿਟ ਹਾਊਸ, ਸਾਡੇ ਇਸ ਸਫ਼ਰ ਦੀ ਮੰਜ਼ਿਲ। ਹੁਣ ਬਿਹਤਰ ਹੋਏਗਾ ਕਿ ਅਸੀਂ ਆਪਣੇ ਪੈਰਾਂ ਦਾ ਖੜਾਕ ਕੀਤੇ ਬਿਨਾਂ ਦੱਬਵੇਂ ਪੈਰੀਂ ਤੁਰੀਏ ਤੇ ਫੁਸਫੁਸਾਹਟ ਨਾਲੋਂ ਉੱਚੀ ਆਵਾਜ਼ 'ਚ ਗੱਲਾਂ ਨਾ ਕਰੀਏ। ਅਸੀਂ ਉਸ ਭੀੜੇ ਰਸਤੇ ਤੇ ਸਾਵਧਾਨੀ ਨਾਲ ਘਰ ਵੱਲ ਵਧਣ ਲੱਗੇ, ਪਰ ਅਜੇ ਅਸੀਂ 200 ਗਜ਼ ਦੂਰ ਹੋਵਾਂਗੇ ਕਿ ਹੋਮਸ ਨੇ ਸਾਨੂੰ ਰੁਕ ਜਾਣ ਲਈ ਕਿਹਾ। ਬਸ ਇੱਥੇ ਠੀਕ ਹੈ, ਉਹ ਬੋਲਿਆ। ਸਾਡੇ ਸੱਜੇ ਪਾਸੇ ਦੀਆਂ ਪਹਾੜੀਆਂ ਸਾਡੇ ਲਈ ਊਠ ਦਾ ਕੰਮ ਕਰ ਦੇਣਗੀਆਂ। ਸਾਨੂੰ ਇੱਥੇ ਇੰਤਜ਼ਾਰ ਕਰਨਾ ਪਏਗਾ ਕਿ ਹਾਂ, ਅਸੀਂ ਇੱਥੇ ਘਾਤ ਲਾ ਕੇ ਬੈਠਾਂਗੇ। ਇਸ ਟੋਏ 'ਚ ਆ ਜਾਓ। ਲੈਟਰੇਡ, ਤੁਸੀਂ ਤਾਂ ਉਸ ਘਰ ਦੇ ਅੰਦਰ ਜਾ ਚੁੱਕੇ ਹੋ ਨਾ? ਵਾਟਸਨ, ਕਮਰਿਆਂ ਦੀ ਸਥਿਤੀ ਕੀ ਹੈ? ਉਹ ਅਖੀਰ 'ਚ ਜਾਲੀਦਾਰ ਖਿੜਕੀਆਂ ਗਈਆਂ ਨੇ। ਮੇਰਾ ਖਿਆਲ ਹੈ ਉਹ ਕਿਚਨ ਦੀਆਂ ਖਿੜਕੀਆਂ ਨੇ, ਤੇ ਉਹ ਜਿਹੜੀ ਉਹ ਤੋਂ ਅੱਗੇ ਸਭ ਤੋਂ ਵੱਧ ਚਮਕ ਰਹੀ ਹੈ ਉਹ ਤਾਂ ਪੱਕਾ ਹੀ ਡਰਾਇੰਗ ਰੂਮ ਹੈ। ਖਿੜਕੀਆਂ ਤੇ ਪਰਦੇ ਹਟੇ ਹੋਏ ਨੇ। ਤੁਸੀਂ ਇੱਥੋਂ ਦੇ ਭੂਗੋਲ ਨੂੰ ਵੱਧ ਚੰਗੀ ਤਰ੍ਹਾਂ ਜਾਣਦੇ ਹੋ। ਬਿਹਤਰ ਹੋਏਗਾ ਤੁਸੀਂ ਚੁੱਪਚਾਪ ਰੀਂਗਦੇ ਹੋਏ ਅੱਗੇ ਜਾਓ ਤੇ ਦੇਖੋ ਕਿ ਉੱਥੇ ਕੀ ਹੋ ਰਿਹਾ। ਪਰ ਭਗਵਾਨ ਦੇ ਲਈ ਇਸ ਗੱਲ ਦਾ ਖਿਆਲ ਰੱਖਣਾ ਕਿ ਉਹਨਾਂ ਨੂੰ ਪਤਾ ਨਾ ਲੱਗੇ ਕਿ ਉਹਨਾਂ ਤੇ ਨਜ਼ਰ ਰੱਖੀ ਜਾ ਰਹੀ ਹੈ। ਮੈਂ ਉਸ ਰਸਤੇ ਦੇ ਦੱਬਵੇਂ ਪੈਰੀ ਅੱਗੇ ਵਧਿਆ ਤੇ ਫਿਰ ਬਗੀਚੇ ਦੁਆਲੇ ਬਣੀ ਨੀਵੀਂ ਕੰਧ ਦੀ ਓਟ 'ਚ ਝੁੱਕ ਕੇ ਖੜਾ ਹੋ ਗਿਆ। ਉਹਦੀ ਹਨੇਰੀ ਛਾਂ 'ਚ ਰੀਂਗਦਾ ਹੋਇਆ ਮੈਂ ਇੱਕ ਅਜਿਹੀ ਥਾਂ ਪਹੁੰਚ ਗਿਆ ਜਿੱਥੇ ਇੱਕ ਪਰਦਾ ਹਟੀ ਖਿੜਕੀ ਵਿੱਚੋਂ ਮੈਂ ਬਿਲਕੁਲ ਸਿੱਧਾ ਤੇ ਸਾਫ਼ ਦੇਖ ਸਕਦਾ ਸੀ। ਕਮਰੇ 'ਚ ਸਿਰਫ 2 ਜਣੇ ਸੀ, ਸਰ ਹੈਨਰੀ ਤੇ ਸਟੇਪਲਟਨ।
ਉਹ ਦੋਵੇਂ ਇੱਕ ਗੋਲ ਮੇਜ਼ ਦੁਆਲੇ ਆਮੋ ਸਾਹਮਣੇ ਬੈਠੇ ਹੋਏ ਸਨ ਤੇ ਮੈਨੂੰ ਦੋਵਾਂ ਦੇ ਸਾਈਡ ਪੋਜ਼ ਨਜ਼ਰ ਆ ਰਹੇ ਸੀ। ਦੋਵੇਂ ਉਸ ਵੇਲੇ ਸਿਗਾਰ ਪੀ ਰਹੇ ਸੀ ਤੇ ਕਾਫੀ ਤੇ ਵਾਈਨ ਉਹਨਾਂ ਦੇ ਸਾਹਮਣੇ ਰੱਖੀਆਂ ਸਨ। ਸਟੇਪਲਟਨ ਉਤੇਜਨਾ ਵਸ ਕੁਝ ਬੋਲ ਰਿਹਾ ਸੀ, ਪਰ ਜ਼ਿਮੀਂਦਾਰ ਕੁਝ ਪੀਲਾ ਤੇ ਉਖੜਿਆ ਹੋਇਆ ਨਜ਼ਰ ਆ ਰਿਹਾ ਸੀ। ਸ਼ਾਇਦ ਉਹਦੇ ਦਿਮਾਗ 'ਚ ਉਸ ਮਨਹੂਸ ਤੇ ਮੰਦਭਾਗੇ ਜੰਗਲ ਵਿੱਚੋਂ ਇਕੱਲੇ ਪੈਦਲ ਘਰ ਵਾਪਸ ਜਾਣ ਦਾ ਵਿਚਾਰ ਖਲਲ ਪਾ ਰਿਹਾ ਸੀ। ਮੇਰੇ ਦੇਖਦੇ ਦੇਖਦੇ ਸਟੇਪਲਟਨ ਉੱਠਿਆ ਤੇ ਕਮਰੇ 'ਚੋਂ ਬਾਹਰ ਚਲਾ ਗਿਆ। ਇਸ ਦੌਰਾਨ ਸਰ ਹੈਨਰੀ ਨੇ ਆਪਣਾ ਗਲਾਸ ਭਰਿਆ ਤੇ ਫਿਰ ਕੁਰਸੀ ਦੀ ਪਿੱਠ ਨਾਲ ਢੋ ਲਾ ਕੇ ਸਿਗਾਰ ਦੇ ਕਸ਼ ਲਾਉਣ ਲੱਗ ਪਿਆ। ਉਦੋਂ ਹੀ ਮੈਨੂੰ ਇੱਕ ਦਰਵਾਜ਼ੇ ਦੀ ਚਰਮਰਾਹਟ ਸੁਣਾਈ ਦਿੱਤੀ। ਫਿਰ ਮੈਨੂੰ ਮਕਾਨ ਦੇ ਸਾਹਮਣੇ ਬਣੇ ਪੱਥਰਾਂ ਦੇ ਰਸਤੇ ਤੇ ਬੂਟਾਂ ਦੀ ਖਟਖਟ ਦੀ ਆਵਾਜ਼ ਸੁਣਾਈ ਦਿੱਤੀ। ਖੜਾਕ ਉਸ ਕੰਧ ਜਿਸ ਪਿੱਛੇ ਮੈਂ ਲੁਕਿਆ ਸੀ ਤੋਂ ਦੂਜੇ ਪਾਸੇ ਵਾਲੇ ਰਸਤੇ ਤੋਂ ਹੁੰਦੀ ਹੋਈ ਲੰਘ ਗਈ। ਮੈਂ ਸਾਵਧਾਨੀ ਨਾਲ ਉੱਕੜ ਕੇ ਦੇਖਿਆ ਕਿ ਸਟੇਪਲਟਨ ਬਗੀਚੇ ਦੇ ਕੋਨੇ 'ਚ ਬਣੀ ਇੱਕ ਬਾਹਰੀ ਕੋਠੜੀ ਦੇ ਦਰਵਾਜ਼ੇ ਸਾਹਮਣੇ ਖੜਾ ਸੀ। ਇੱਕ ਚਾਬੀ ਦਰਵਾਜ਼ੇ ਦੇ ਜਿੰਦਰੇ 'ਚ ਘੁੰਮੀ, ਉਹ ਅੰਦਰ ਵੜ ਗਿਆ, ਜਿੱਥੋਂ ਕੁਝ ਅਜੀਬ ਜਿਹੀਆਂ ਚੱਕ ਥੱਲ ਦੀਆਂ ਆਵਾਜ਼ਾਂ ਆਈਆਂ। ਉਹ ਮੁਸ਼ਕਿਲ ਨਾਲ ਇੱਕ ਅੱਧਾ ਮਿੰਟ ਹੀ ਅੰਦਰ ਰਿਹਾ ਹੋਏਗਾ। ਉਸ ਪਿੱਛੋਂ ਮੈਂ ਫੇਰ ਚਾਬੀ ਘੁੰਮਣ ਦੀ ਆਵਾਜ਼ ਸੁਣੀ ਤੇ ਇੱਕ ਵਾਰੀ ਫੇਰ ਉਹ ਮੇਰੇ ਕੋਲੋਂ ਲੰਘਦਾ ਹੋਇਆ ਦੂਜੀ ਵਾਰੀ ਘਰ 'ਚ ਵੜ ਗਿਆ। ਮੈਂ ਦੇਖਿਆ ਕਿ ਉਹ ਵਾਪਸ ਆਪਣੇ ਮਹਿਮਾਨ ਕੋਲ ਪਹੁੰਚ ਗਿਆ ਸੀ। ਮੈਂ ਚੁੱਪਚਾਪ ਆਪਣੇ ਸਾਥੀਆਂ ਕੋਲ ਪਰਤ ਆਇਆ, ਜਿਹੜੇ ਇਹ ਜਾਣਨ ਲਈ ਉਤਸੁਕਤਾ ਨਾਲ ਉਡੀਕ ਕਰ ਰਹੇ ਸਨ ਕਿ ਮੈਂ ਉੱਥੇ ਕੀ ਦੇਖਿਆ। ਤੁਹਾਡੇ ਕਹਿਣ ਦੇ ਮਤਲਬ ਹੈ ਵਾਟਸਨ ਕਿ ਤੁਸੀਂ ਉਹ ਔਰਤ ਨੂੰ ਉੱਥੇ ਕਿਤੇ ਨਹੀਂ ਦੇਖਿਆ? ਜਦੋਂ ਮੈਂ ਪੂਰੀ ਰਿਪੋਰਟ ਦੇ ਦਿੱਤੀ ਤਾਂ ਹੋਮਸ ਨੇ ਪੁੱਛਿਆ। ਨਹੀਂ, ਫਿਰ ਉਹ ਹੋਰ ਕਿੱਥੇ ਹੋ ਸਕਦੀ ਹੈ, ਕਿਉਂਕਿ ਕਿਚਨ ਦੇ ਇਲਾਵਾ ਹੋਰ ਕਿਸੇ ਕਮਰੇ 'ਚ ਰੌਸ਼ਨੀ ਹੈ ਹੀ ਨਹੀਂ। ਮੈਨੂੰ ਨਹੀਂ ਪਤਾ ਕਿ ਹੋਰ ਕਿੱਥੇ ਹੋ ਸਕਦੀ ਹੈ। ਮੈਂ ਪਹਿਲਾਂ ਹੀ ਦੱਸ ਚੁੱਕਿਆ ਕਿ ਗ੍ਰੇਟ ਗ੍ਰਿਮਪੇਨ ਮਾਇਰ ਉੱਤੇ ਸੰਘਣੇ ਚਿੱਟੇ ਕੋਰੇ ਦੀ ਚਾਦਰ ਜੀ ਪਸਰੀ ਸੀ। ਉਹ ਕੋਰਾ ਹੁਣ ਹੌਲੀ-ਹੌਲੀ ਸਾਡੇ ਵੱਲ ਸਰਕਦਾ ਆ ਰਿਹਾ ਸੀ। ਉਸ ਪਾਸੇ ਉਹ ਨਿੱਕੀ ਪਰ ਚਿੱਟੀ ਕੰਧ ਵਾਂਗ ਉੱਠ ਕੇ ਖੜਾ ਹੋ ਗਿਆ ਸੀ। ਚੰਦ ਦੀ ਰੌਸ਼ਨੀ ਉਸ ਉੱਤੇ ਪੈ ਰਹੀ ਸੀ ਤੇ ਉਸ ਨਾਲ ਉਹ ਕਿਸੇ ਬਰਫ਼ ਦੇ ਮੈਦਾਨ ਵਾਂਗ ਝਿਲਮਿਲਾਉਂਦਾ ਨਜ਼ਰ ਆ ਰਿਹਾ ਸੀ। ਬਸ ਦੂਰ ਦੀਆਂ ਚੱਟਾਨਾਂ ਤੇ ਢਲਵਾਨਾਂ ਦੀਆਂ ਟੀਸੀਆਂ ਦੇ ਸਿਰੇ ਉਹਦੀ ਸਤ੍ਹਾ ਤੇ ਉੱਪਰ ਨਿਕਲੇ ਨਜ਼ਰ ਆ ਰਹੇ ਸੀ। ਹੋਮਸ ਨੇ ਆਪਣੀਆਂ ਨਜ਼ਰਾਂ ਉੱਧਰ ਘੁਮਾਈਆਂ। ਉਹਦੇ ਹਵਾ ਦੇ ਨਾਲ ਵਹਿੰਦੇ ਸੁਸਤ ਵਹਾਅ ਨੂੰ ਦੇਖ ਕੇ ਬੇਚੈਨੀ ਨਾਲ ਕੁਝ ਬੁੜਬੜਾਇਆ। ਇਹ ਤਾਂ ਸਾਡੇ ਵੱਲ ਹੀ ਵੱਧਦਾ ਆ ਰਿਹਾ ਵਾਟਸਨ। ਕੀ ਇਸ ਨਾਲ ਕੋਈ ਗੜਬੜ ਹੋਣ ਦੀ ਸ਼ੰਕਾ ਹੈ? ਬੜੀ ਜ਼ਬਰਦਸਤ ਗੜਬੜ ਹੋਣ ਦੀ ਸ਼ੰਕਾ ਹੈ। ਜੇ ਇਸ ਧਰਤੀ ਦੀ ਕੋਈ ਚੀਜ਼ ਮੇਰੀ ਪਲੈਨਿੰਗ ਨੂੰ ਗੜਬੜ ਕਰ ਸਕਦੀ ਹੈ ਤੇ ਉਹ ਇਹੀ ਹੈ। 10 ਵੱਜਣ ਵਾਲੇ ਨੇ। ਮੈਨੂੰ ਨਹੀਂ ਲੱਗਦਾ ਕਿ ਉਹ ਹੁਣ ਹੋਰ ਦੇਰ ਤੱਕ ਉੱਥੇ ਰੁਕਿਆ ਰਹੇਗਾ। ਸਾਡੀ ਕਾਮਯਾਬੀ ਤੇ ਉਹਦੀ ਜ਼ਿੰਦਗੀ ਹੁਣ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਉਹ ਰਸਤੇ ਉੱਪਰ ਕੋਰੇ ਦੇ ਫੈਲਣ ਤੋਂ ਪਹਿਲਾਂ ਹੀ ਬਾਹਰ ਨਿਕਲ ਆਏ। ਸਾਡੇ ਉੱਪਰ ਰਾਤ ਦਾ ਅਸਮਾਨ ਬਿਲਕੁਲ ਸਾਫ਼ ਤੇ ਨਿਖਰਿਆ ਹੋਇਆ ਸੀ। ਤਾਰੇ ਸਹਿਜ ਭਾ ਜਗਮਗਾ ਰਹੇ ਸੀ, ਜਦਕਿ ਅੱਧੇ ਚੰਦ ਦੀ ਹਲਕੀ ਤੇ ਮਟਮੈਲੀ ਜਿਹੀ ਰੌਸ਼ਨੀ 'ਚ ਉੱਥੋਂ ਦਾ ਦ੍ਰਿਸ਼ ਕਿਸੇ ਭਿੱਜੇ ਤਨ ਵਾਲੀ ਸੁੰਦਰੀ ਵਾਂਗ ਨਹਾਇਆ ਜਿਹਾ ਲੱਗ ਰਿਹਾ ਸੀ। ਸਾਡੇ ਸਾਹਮਣੇ ਵੱਲ ਉਸ ਮਕਾਨ ਦਾ ਕਾਲਾ ਪਰਛਾਵਾਂ ਪਸਰਿਆ ਹੋਇਆ ਸੀ। ਉਹਦੇ ਖਾਂਚੇਦਾਰ ਛੱਤ ਤੇ ਸਿੱਧੀਆਂ ਖੜੀਆਂ ਚਿਮਨੀਆਂ ਦਾ ਅਕਸ ਚਾਂਦਨੀ ਦੇ ਅਲੌਕਿਕ ਆਕਾਸ਼ ਦੇ ਵਿਸ਼ਾਲ ਕੈਨਵਸ ਵਿੱਚ ਸਾਫ਼ ਦਿਖਾਈ ਦੇ ਰਿਹਾ ਸੀ। ਸੁਨਹਿਰੀ ਰੌਸ਼ਨੀ ਦੇ ਬੀਮ ਹੇਠੀਆਂ ਖਿੜਕੀਆਂ ਵਿੱਚੋਂ ਨਿਕਲ ਕੇ ਬਗੀਚੇ ਵਿੱਚੋਂ ਹੁੰਦੇ ਹੋਏ ਜੰਗਲ ਤੱਕ ਫੈਲੇ ਸਨ। ਉਹਨਾਂ 'ਚੋਂ ਅਚਾਨਕ ਇੱਕ ਬੰਦ ਹੋ ਗਈ। ਨੌਕਰ ਕਿਚਨ 'ਚੋਂ ਨਿਕਲ ਗਿਆ। ਹੁਣ ਬਸ ਡਰਾਇੰਗ ਰੂਮ ਵਿੱਚ ਹੀ ਰੌਸ਼ਨੀ ਸੀ ਤੇ ਉਹ ਦੋਵੇਂ ਆਦਮੀ, ਯਾਨੀ ਕਾਤਲ ਮੇਜ਼ਬਾਨ ਤੇ ਅਣਭੋਲ ਮਹਿਮਾਨ, ਬੈਠੇ ਗੱਲਾਂ ਦੌਰਾਨ ਸਿਗਾਰ ਫੂਕ ਰਹੇ ਸੀ। ਹਰ ਮਿੰਟ ਉਹ ਚਿੱਟੀ ਚਾਦਰ ਵਰਗਾ ਕੋਰਾ, ਜਿਹਨੇ ਹੁਣ ਤੱਕ ਅੱਧੇ ਜੰਗਲ ਨੂੰ ਢੱਕ ਲਿਆ ਸੀ, ਉਸ ਮਕਾਨ ਦੇ ਨੇੜੇ ਤੋਂ ਨੇੜੇ ਹੁੰਦਾ ਜਾ ਰਿਹਾ ਸੀ। ਹੁਣ ਤੱਕ ਉਹਦੀ ਪਤਲੀ ਪਰਤ ਨੇ ਸੁਨਹਿਰੀ ਰੌਸ਼ਨੀ ਨਾਲ ਝਿਲਮਿਲਾਉਂਦੀ ਚੈਕੋਰ ਖਿੜਕੀ ਨੂੰ ਘੇਰਨਾ ਸ਼ੁਰੂ ਕਰਤਾ ਸੀ। ਬਗੀਚੇ ਦੀ ਪਰਲੀ ਕੰਧ ਨਜ਼ਰ ਆਉਣੋਂ ਹਟ ਗਈ ਸੀ ਤੇ ਦਰਖਤ ਸੰਘਣੀ ਹੁੰਦੀ ਜਾ ਰਹੀ ਸਫੇਦ ਭਾਫ ਦੇ ਸਦਕਾ ਧੁੰਦਲੇ ਹੁੰਦੇ ਜਾ ਰਹੇ ਸੀ। ਸਾਡੇ ਦੇਖਦਿਆਂ ਦੇਖਦਿਆਂ ਕੋਰੇ ਦੇ ਬੱਦਲਾਂ ਨੇ ਮਕਾਨ ਦੇ ਦੋਵੇਂ ਸਿਰਿਆਂ ਤੋਂ ਸਰਕਦਿਆਂ ਹੋਇਆਂ ਉਹਦੇ ਹੇਠਲੇ ਹਿੱਸੇ ਵਿੱਚ ਮੰਡਲਾਉਣਾ ਸ਼ੁਰੂ ਕਰ ਦਿੱਤਾ ਸੀ। ਹੌਲੀ ਹੌਲੀ ਉਹ ਇੰਨਾ ਸੰਘਣਾ ਹੁੰਦਾ ਗਿਆ ਕਿ ਉਹਦਾ ਹੇਠਲਾ ਹਿੱਸਾ ਪੂਰੀ ਤਰ੍ਹਾਂ ਲੋਪ ਹੋ ਗਿਆ। ਬਸ ਉੱਪਰਲੀ ਮੰਜ਼ਲ ਦੀ ਛੱਤ ਤੇ ਚਿਮਨੀਆਂ ਹੀ ਸਮੁੰਦਰ ਵਿੱਚ ਡੁੱਬੇ ਕਿਸੇ ਜਹਾਜ਼ ਦੇ ਉੱਪਰਲੇ ਹਿੱਸੇ ਵਾਂਗ ਦਿਖਾਈ ਦੇ ਰਹੇ ਸਨ। ਹੋਮਸ ਨੇ ਜੋਸ਼ 'ਚ ਆ ਕੇ ਆਪਣਾ ਹੱਥ ਸਾਡੇ ਸਾਹਮਣੇ ਵਾਲੀ ਨਿੱਕੀ ਪਹਾੜੀ ਨਾਲ ਦੇ ਮਾਰਿਆ ਤੇ ਨਾਲ ਹੀ ਬੇਚੈਨੀ ਨਾਲ ਜ਼ਮੀਨ ਤੇ ਪੈਰ ਮਾਰਨ ਲੱਗਾ। ਜੇ ਉਹ 15 ਮਿੰਟਾਂ 'ਚ ਨਿਕਲ ਕੇ ਬਾਹਰ ਨਾ ਆਇਆ ਤਾਂ ਸਾਰਾ ਰਸਤਾ ਕੋਰੇ ਨਾਲ ਢਕਿਆ ਜਾਏਗਾ। ਅੱਧੇ ਘੰਟੇ ਬਾਅਦ ਤਾਂ ਹਾਲਤ ਇਹ ਜਿਹੀ ਹੋ ਜਾਏਗੀ ਕਿ ਸਾਨੂੰ ਆਪਣੇ ਹੱਥ ਵੀ ਸਾਹਮਣੇ ਨਜ਼ਰ ਨਹੀਂ ਆਉਣੇ। ਕੀ ਅਸੀਂ ਪਿੱਛੇ ਹਟ ਕੇ ਕੁਝ ਜ਼ਿਆਦਾ ਉਚਾਈ ਤੇ ਚੱਲੀਏ? ਹਾਂ ਚਲੋ, ਮੈਂ ਸਮਝਦਾ ਸ਼ਾਇਦ ਇਹੀ ਬਿਹਤਰ ਰਹੇਗਾ।
ਸੋ ਜਿਵੇਂ ਹੀ ਜ਼ਮੀਨ ਤੇ ਲੁੜਕਦੇ ਹੋਏ ਕੋਰੇ ਦੇ ਬੱਦਲਾਂ ਨੇ ਸਾਡੇ ਵੱਲ ਵਧਣਾ ਸ਼ੁਰੂ ਕੀਤਾ, ਅਸੀਂ ਉਦੋਂ ਤੱਕ ਪਿੱਛੇ ਹਟਦੇ ਗਏ ਜਦੋਂ ਤੱਕ ਕਿ ਉਸ ਮਕਾਨ ਤੋਂ ਲਗਭਗ ਅੱਧੇ ਮੀਲ ਦੀ ਦੂਰੀ ਤੇ ਨਹੀਂ ਪਹੁੰਚ ਗਏ। ਇਹਦੇ ਬਾਵਜੂਦ ਉਹ ਚਿੱਟਾ ਸਮੁੰਦਰ ਚੰਦ ਦੀ ਰੋਸ਼ਨੀ ਝਿਲਮਿਲਾਉਂਦਾ ਹੋਇਆ ਹੌਲੀ-ਹੌਲੀ ਲਗਾਤਾਰ ਬੜੀ ਕਰੂਰਤਾ ਨਾਲ ਸਾਡੇ ਵੱਲ ਵੱਧਦਾ ਰਿਹਾ। ਅਸੀਂ ਬੜੀ ਦੂਰ ਆ ਗਏ ਹਾਂ, ਹੋਮਸ ਨੇ ਕਿਹਾ। ਅਸੀਂ ਇਸ ਗੱਲ ਦਾ ਖਤਰਾ ਮੁੱਲ ਨਹੀਂ ਲੈ ਸਕਦੇ ਕਿ ਉਹ ਸਾਡੀ ਪਹੁੰਚ ਤੱਕ ਕਿਸੇ ਮੁਸੀਬਤ 'ਚ ਫਸ ਜਾਏ। ਹਰ ਹਾਲਤ ਸਾਨੂੰ ਹੁਣ ਇਸੇ ਜਗ੍ਹਾ ਰੁਕੇ ਰਹਿਣਾ ਪਏਗਾ। ਅਚਾਨਕ ਉਹ ਗੋਡਿਆਂ ਭਾਰ ਬੈਠ ਗਿਆ ਤੇ ਆਪਣਾ ਕੰਨ ਜ਼ਮੀਨ ਨਾਲ ਲਾ ਲਿਆ। ਭਗਵਾਨ ਦਾ ਸ਼ੁਕਰ ਹੈ, ਮੈਨੂੰ ਲੱਗਦਾ ਮੈਂ ਉਹਦੇ ਆਉਣ ਦੀ ਆਵਾਜ਼ ਸੁਣ ਰਿਹਾ। ਤੇਜ਼ ਪੈਰਾਂ ਦੇ ਖੜਾਕ ਨੇ ਜੰਗਲ ਦੇ ਸਨਾਟੇ ਨੂੰ ਤੋੜ ਦਿੱਤਾ। ਪੱਥਰਾਂ ਪਿੱਛੇ ਲੁੱਕ ਕੇ ਅਸੀਂ ਚਾਂਦਨੀ ਵਿੱਚ ਨਹਾਏ ਉਸ ਸਫੇਦ ਢੇਰ ਨੂੰ ਇੱਕ ਟੱਕ ਵੇਖਦੇ ਰਹੇ। ਪੈਰਾਂ ਦਾ ਖੜਾਕ ਨੇੜੇ ਆਉਂਦਾ ਗਿਆ। ਫਿਰ ਕੋਰੇ 'ਚੋਂ ਜਿਵੇਂ ਕੋਈ ਪਰਦੇ ਦੇ ਪਿੱਛੋਂ ਨਿਕਲ ਕੇ ਸਾਹਮਣੇ ਆਇਆ, ਜਿਹਦਾ ਸਾਨੂੰ ਇੰਤਜ਼ਾਰ ਸੀ। ਜਿਵੇਂ ਹੀ ਉਹ ਖੁੱਲ੍ਹੇ 'ਚ ਨਿਕਲ ਕੇ ਆਇਆ, ਉਹਨੇ ਹੈਰਾਨੀ ਨਾਲ ਆਪਣੀਆਂ ਨਜ਼ਰਾਂ ਇੱਧਰ ਉੱਧਰ ਦੌੜਾਈਆਂ। ਉਸ ਪਿੱਛੋਂ ਕਾਹਲ ਨਾਲ ਰਸਤੇ ਤੇ ਤੁਰਦਾ ਹੋਇਆ ਉਸ ਜਗ੍ਹਾ ਕੋਲੋਂ ਲੰਘਿਆ ਜਿੱਥੇ ਅਸੀਂ ਲੁਕੇ ਹੋਏ ਸੀ। ਸਾਡੇ ਪਿੱਛੇ ਵਾਲੀ ਚੜ੍ਹਾਈ ਤੇ ਚੜ੍ਹਨ ਲੱਗਾ। ਅੱਗੇ ਵੱਧਦਾ ਹੋਇਆ ਕਿਸੇ ਬੌਂਦਲੇ ਹੋਏ ਆਦਮੀ ਵਾਂਗ ਬਾਰ-ਬਾਰ ਪਿੱਛੇ ਮੁੜ ਕੇ ਦੇਖਦਾ ਜਾ ਰਿਹਾ ਸੀ। ਸ਼ੀ, ਹੋਮਸ ਨੇ ਕਿਹਾ। ਉਹਦੇ ਨਾਲ ਹੀ ਮੈਂ ਪਿਸਤੌਲ ਤੇ ਘੋੜਾ ਖਿੱਚਣ ਦੀ ਕਲਿੱਕ ਵਰਗੀ ਤੇਜ਼ ਆਵਾਜ਼ ਸੁਣੀ। ਹੁਸ਼ਿਆਰੋ ਆ ਰਿਹਾ। ਸਰਕਦੇ ਕੋਰੇ ਤੇ ਇਹਨਾਂ ਬੱਦਲਾਂ 'ਚੋਂ ਇੱਕ ਧੀਮੀ ਪਰ ਤਿੱਖੀ ਥੱਪ-ਥੱਪ ਦੀ ਆਵਾਜ਼ ਆ ਰਹੀ ਸੀ। ਜਿੱਥੇ ਅਸੀਂ ਲੁਕੇ ਹੋਏ ਸੀ ਉੱਥੋਂ ਧੁੰਦ ਦਾ ਬੱਦਲ ਲਗਭਗ 50 ਗਜ਼ ਦੀ ਦੂਰੀ ਤੇ ਸੀ। ਅਸੀਂ ਤਿੰਨੇ ਉਹਨੂੰ ਇੰਜ ਬੇਪਰਤੀਤੀ ਨਾਲ ਘੂਰ ਰਹੇ ਸੀ ਜਿਵੇਂ ਕੁਝ ਸਮਝ ਹੀ ਨਾ ਆ ਰਿਹਾ ਹੋਏ ਕਿ ਉਹਦੇ ਅੰਦਰੋਂ ਕਿਹੜਾ ਭਿਆਨਕ ਖਤਰਾ ਨਿਕਲ ਕੇ ਬਾਹਰ ਆਉਣ ਵਾਲਾ ਹੈ। ਮੈਂ ਹੋਮਸ ਦੇ ਬਿਲਕੁਲ ਨਾਲ ਬੈਠਾ ਸੀ। ਕੁਝ ਛਿਣ ਲਈ ਮੇਰੀ ਨਜ਼ਰ ਉਹਦੇ ਚਿਹਰੇ ਤੇ ਪਈ। ਉਹ ਪੀਲਾ ਪਿਆ ਹੋਇਆ ਸੀ। ਫਿਰ ਵੀ ਉਸ ਉੱਤੇ ਖੁਸ਼ੀ ਦੇ ਭਾਵ ਸਨ ਤੇ ਅੱਖਾਂ ਚੰਦ ਦੀ ਚਾਨਣੀ 'ਚ ਚਮਕ ਰਹੀਆਂ ਸਨ। ਅਚਾਨਕ ਹੀ ਉਹਨਾਂ ਵਿਚਲੀ ਚਮਕ ਵੱਧ ਗਈ ਤੇ ਉਹ ਸਥਿਰਤਾ ਨਾਲ ਦੇਖਣ ਲੱਗੀਆਂ। ਉਹਦੇ ਬੁੱਲ ਮਹਾਨ ਹੈਰਾਨੀ ਨਾਲ ਖੁੱਲ੍ਹ ਗਏ ਸਨ। ਐਨ ਉਦੋਂ ਹੀ ਲੈਸਟਰੇਡ ਦੇ ਹਲਕ 'ਚੋਂ ਦਹਿਸ਼ਤ ਭਰੀ ਚੀਕ ਨਿਕਲੀ। ਉਹਨੇ ਆਪਣਾ ਸਿਰ ਜ਼ਮੀਨ ਤੇ ਟਿਕਾ ਦਿੱਤਾ। ਮੈਂ ਬੁੜਕ ਕੇ ਆਪਣੇ ਪੈਰਾਂ ਤੇ ਖੜਾ ਹੋ ਗਿਆ ਤੇ ਸੁੰਨ ਹੱਥਾਂ ਨਾਲ ਆਪਣਾ ਪਿਸਤੌਲ ਫੜ ਲਿਆ। ਕੋਰੇ ਨੂੰ ਚੀਰਦਾ ਹੋਇਆ ਜਿਹੜਾ ਭਿਆਨਕ ਆਕਾਰ ਉਛਲਦਾ ਹੋਇਆ ਸਾਡੇ ਸਾਹਮਣੇ ਆਇਆ ਸੀ, ਉਹਨੂੰ ਦੇਖ ਕੇ ਮੇਰੇ ਦਿਮਾਗ ਨੂੰ ਜਿਵੇਂ ਲਕਵਾ ਮਾਰ ਗਿਆ। ਉਹ ਇੱਕ ਕੁੱਤਾ ਸੀ, ਸਿਆਹ ਕਾਲਾ ਤੇ ਖਾਸਾ ਵੱਡਾ, ਪਰ ਉਹ ਜਿਹਾ ਕੁੱਤਾ ਨਹੀਂ ਸੀ ਜਿਹਨੂੰ ਆਪਣੀਆਂ ਅੱਖਾਂ ਨਾਲ ਮੈਂ ਪਹਿਲਾਂ ਕਦੇ ਵੇਖਿਆ ਹੋਏ। ਉਹਦੇ ਮੂੰਹ ਵਿੱਚੋਂ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਸਨ। ਕੋਈ ਪੁੱਠੇ ਦਿਮਾਗ ਦਾ ਖਰੂਦੀ ਬੰਦਾ ਵੀ ਇਸ ਨਾਲੋਂ ਵੱਧ ਭਿਆਨਕ, ਨਰਕੀ ਤੇ ਕਰੂਰ ਰੂਪ ਦੀ ਕਲਪਨਾ ਨਹੀਂ ਸੀ ਕਰ ਸਕਦਾ। ਜਿਹੜਾ ਪ੍ਰੇਤ ਵਰਗਾ ਭਿਅੰਕਰ ਵਿਸ਼ਾਲ ਆਕਾਰ ਕੋਰੇ ਦੀ ਕੰਧ ਨੂੰ ਚੀਰਦਾ ਹੋਇਆ ਅਚਾਨਕ ਸਾਡੇ ਸਾਹਮਣੇ ਪ੍ਰਗਟ ਹੋਇਆ ਸੀ। ਲੰਮੀਆਂ ਛਾਲਾਂ ਮਾਰਦਾ ਹੋਇਆ ਵਿਚਿੱਤਰ ਦੈਂਤ ਰਸਤੇ ਉੱਪਰ ਭੱਜਿਆ ਜਾ ਰਿਹਾ ਸੀ। ਬੜੀ ਤੇਜ਼ੀ ਨਾਲ ਸਾਡੇ ਦੋਸਤ ਦੀਆਂ ਪੈੜਾਂ ਦਾ ਪਿੱਛਾ ਕਰ ਰਿਹਾ ਸੀ। ਇਸ ਭਿਅੰਕਰ ਪਿਸ਼ਾਚ ਨੂੰ ਦੇਖ ਕੇ ਅਸੀਂ ਸਾਰੇ ਇੰਜ ਸਿਲ ਪੱਥਰ ਹੋ ਗਏ ਸੀ ਕਿ ਆਪਣੇ ਹੋਸ਼ ਹਵਾਸ ਨੂੰ ਕਾਬੂ ਕਰਨ ਦੇ ਚੱਕਰ 'ਚ ਅਸੀਂ ਉਹਨੂੰ ਰੋਕ ਵੀ ਨਹੀਂ ਸੀ ਸਕੇ। ਜਦੋਂ ਆਪਣੇ ਸ਼ਿਕਾਰ ਦਾ ਪਿੱਛਾ ਕਰਦਾ ਸਾਡੇ ਸਾਹਮਣੇ ਲੰਘਿਆ ਸੀ, ਉਸ ਪਿੱਛੋਂ ਮੈਂ ਤੇ ਹੋਮਸ ਨੇ ਇੱਕੋ ਸਮੇਂ ਫਾਇਰ ਕੀਤਾ। ਸਾਡੇ ਦੋਵਾਂ 'ਚੋਂ ਕਿਸੇ ਦੀ ਗੋਲੀ ਉਹਨੂੰ ਜ਼ਰੂਰ ਲੱਗੀ ਸੀ ਕਿਉਂਕਿ ਵਿਚਿੱਤਰ ਜੀਵ ਨੇ ਇੱਕ ਭਿਅੰਕਰ ਚੀਕ ਮਾਰੀ ਸੀ, ਪਰ ਇਹਦੇ ਬਾਵਜੂਦ ਵੀ ਇਹ ਰੁਕਿਆ ਨਹੀਂ ਸੀ, ਬਲਕਿ ਅੱਗੇ ਵੱਲ ਦੌੜਦਾ ਜਾ ਰਿਹਾ ਸੀ। ਦੂਰ ਰਸਤੇ ਤੇ ਸਾਨੂੰ ਸਰ ਹੈਨਰੀ ਖੜਾ ਵਿਖਾਈ ਦਿੱਤਾ, ਜਿਹੜਾ ਪਿੱਛੇ ਮੁੜ ਕੇ ਦੇਖ ਰਿਹਾ ਸੀ। ਚੰਦ ਦੀ ਰੌਸ਼ਨੀ 'ਚ ਉਹਦਾ ਚਿਹਰਾ ਬੱਗਾ ਫੂਸ ਹੋਇਆ ਪਿਆ ਸੀ ਤੇ ਉਹ ਦਹਿਸ਼ਤਵਸ ਆਪਣੇ ਹੱਥ ਉੱਪਰ ਚੁੱਕੀ ਸਹਿਮੀਆਂ ਹੋਈਆਂ ਨਜ਼ਰਾਂ ਨਾਲ ਲਾਚਾਰੀ ਵਸ ਉਸ ਭਿਆਨਕ ਜੀਵ ਨੂੰ ਆਪਣੇ ਵੱਲ ਆਉਂਦਾ ਦੇਖ ਰਿਹਾ ਸੀ, ਜਿਹੜਾ ਸ਼ਿਕਾਰ ਕਰਨ ਲਈ ਫਰਾਟੇ ਨਾਲ ਉਸ ਵੱਲ ਝਪਟਦਾ ਆ ਰਿਹਾ ਸੀ। ਪਰ ਉਸ ਕੁੱਤੇ ਮੂੰਹੋਂ ਨਿਕਲੀ ਉਸ ਪੀੜ ਪਰੂਚੀ ਚੀਕ ਨੇ ਸਾਡੀ ਦਹਿਸ਼ਤ ਤੇ ਡਰ ਨੂੰ ਤੁਰੰਤ ਹਵਾ 'ਚ ਉਡਾ ਦਿੱਤਾ। ਜੇ ਉਹਨੂੰ ਸੱਟ ਲੱਗ ਸਕਦੀ ਹੈ ਤਾਂ ਉਹ ਨਿਸ਼ਚਿਤ ਤੌਰ ਤੇ ਕੋਈ ਨਾਸ਼ਵਾਨ ਪ੍ਰਾਣੀ ਹੈ। ਜੇ ਅਸੀਂ ਉਹਨੂੰ ਤਕਲੀਫ ਪਹੁੰਚਾ ਸਕਦੇ ਹਾਂ ਤਾਂ ਜਾਨੋਂ ਵੀ ਮਾਰ ਸਕਦੇ ਹਾਂ। ਜਿਸ ਤੇਜ਼ੀ ਨਾਲ ਹੋਮਸ ਉਸ ਰਾਤ ਦੌੜਿਆ, ਉਨੀ ਤੇਜ਼ੀ ਨਾਲ ਦੌੜਦਿਆਂ ਹੋਇਆ ਮੈਂ ਉਹਨੂੰ ਪਹਿਲਾਂ ਕਦੇ ਨਹੀਂ ਸੀ ਦੇਖਿਆ। ਮੈਂ ਦੌੜਨ 'ਚ ਬੜਾ ਤੇਜ਼ ਮੰਨਿਆ ਜਾਂਦਾ, ਪਰ ਜਿਸ ਗਤੀ ਨਾਲ ਮੈਂ ਕਾਨੂੰਨ ਦੇ ਰਖਵਾਲੇ ਨੂੰ ਪਿੱਛੇ ਛੱਡਿਆ, ਉਸ ਨਾਲੋਂ ਵੀ ਵੱਧ ਤੇਜ਼ੀ ਨਾਲ ਮੈਨੂੰ ਪਿੱਛੇ ਛੱਡ ਕੇ ਅੱਗੇ ਵੱਲ ਝਪਟਿਆ। ਰਸਤੇ ਤੇ ਦੌੜਦਿਆਂ ਸਾਨੂੰ ਸਰ ਹੈਨਰੀ ਦੀਆਂ ਚੀਕਾਂ ਦੇ ਨਾਲ ਉਸ ਭਿਅੰਕਰ ਕੁੱਤੇ ਦੀ ਗੁਰਾਹਟ ਵੀ ਸੁਣਾਈ ਦਿੱਤੀ। ਮੈਂ ਠੀਕ ਸਮੇਂ ਤੇ ਉੱਥੇ ਪਹੁੰਚ ਗਿਆ ਸੀ ਜਦੋਂ ਉਹ ਪਿਸ਼ਾਚ ਕੁੱਤਾ ਆਪਣੇ ਸ਼ਿਕਾਰ ਤੇ ਝਪਟ ਚੁੱਕਿਆ ਸੀ। ਉਹਨੇ ਉਹਨੂੰ ਹੇਠਾਂ ਸੁੱਟ ਕੇ ਆਪਣਾ ਜਬਾੜਾ ਉਹਦੀ ਗਰਦਨ ਵੱਲ ਵਧਾਇਆ। ਅਗਲੇ ਹੀ ਛਿਨ ਹੋਮਸ ਨੇ ਆਪਣੀ ਰਿਵਾਲਵਰ ਦੀਆਂ ਸਾਰੀਆਂ ਗੋਲੀਆਂ ਉਹਦੀਆਂ ਪਸਲੀਆਂ ਵਿੱਚ ਵਾੜ ਦਿੱਤੀਆਂ। ਅਸਹਿ ਪੀੜ ਦੀਆਂ ਦਿਲ ਹਿਲਾ ਦੇਣ ਵਾਲੀਆਂ ਚੀਕਾਂ ਨਾਲੋਂ ਭਿਅੰਕਰ ਜੀਵ ਭਿਆਨਕ ਰੂਪ 'ਚ ਤੜਫਦਾ ਹੋਇਆ ਹਵਾ 'ਚ ਉਛਲਿਆ ਤੇ ਫਿਰ ਘੜਮ ਕਰਕੇ ਜ਼ਮੀਨ ਤੇ ਡਿੱਗਿਆ। ਕੁਝ ਚਿਰ ਤੱਕ ਉਹਦੇ ਪੈਰ ਹਵਾ 'ਚ ਫੜਫੜਾਏ ਤੇ ਫਿਰ ਉਹ ਸਥਿਰ ਹੋ ਕੇ ਇੱਕ ਪਾਸੇ ਲੁੜਕ ਗਿਆ। ਮੈਂ ਹਫਿਆ ਹੋਇਆ ਉਸ ਉੱਤੇ ਝੁਕਿਆ ਤੇ ਆਪਣੀ ਪਿਸਤੌਲ ਦੀ ਨਾਲੀ ਉਹਦੀ ਖੋਪੜੀ ਨਾਲ ਲਾਤੀ, ਪਰ ਟਰੈਗਰ ਨੱਪਣਾ ਬੇਕਾਰ ਸੀ, ਉਹ ਮਰ ਚੁੱਕਿਆ ਸੀ।
ਸਰ ਹੈਨਰੀ ਜਿਸ ਜਗ੍ਹਾ ਡਿੱਗਿਆ ਸੀ ਉੱਥੇ ਹੀ ਬੇਹੋਸ਼ ਪਿਆ ਸੀ। ਅਸੀਂ ਉਹਦੇ ਕਾਲਰ ਨੂੰ ਫੜ ਕੇ ਉਹਦਾ ਗਲਾ ਢਿੱਲਾ ਕੀਤਾ। ਉਸ ਵੇਲੇ ਹੋਮਸ ਨੇ ਉਸ ਸਰਬ ਸ਼ਕਤੀਮਾਨ ਦਾ ਧੰਨਵਾਦ ਕਰਦਿਆਂ ਮਨ ਹੀ ਮਨ 'ਚ ਪ੍ਰਾਰਥਨਾ ਕੀਤੀ। ਜਦੋਂ ਇਹ ਦੇਖਿਆ ਕਿ ਉਹਦੇ ਸਰੀਰ ਤੇ ਕਿਸੇ ਕਿਸਮ ਦੀ ਕੋਈ ਸੱਟ ਫੇਟ ਨਹੀਂ ਹੈ, ਇਹਦਾ ਮਤਲਬ ਸੀ ਕਿ ਅਸੀਂ ਠੀਕ ਸਮੇਂ ਤੇ ਮਦਦ ਲਈ ਪਹੁੰਚ ਗਏ ਸੀ। ਇਸ ਦੌਰਾਨ ਸਾਡੇ ਦੋਸਤ ਦੀਆਂ ਪਲਕਾਂ ਹਿੱਲੀਆਂ। ਉਹਨੇ ਹਿੱਲਣ ਦੀ ਕਮਜ਼ੋਰ ਜੀ ਕੋਸ਼ਿਸ਼ ਕੀਤੀ। ਲੈਸਟਰੇਡ ਨੇ ਆਪਣੀ ਬਰਾਂਡੀ ਵਾਲੀ ਫਲਾਸਕ ਜ਼ਿਮੀਂਦਾਰ ਦੇ ਮੂੰਹ ਨੂੰ ਲਾ ਦਿੱਤੀ। ਘੁੱਟ ਭਰਨ ਵੇਲੇ ਦੋ ਦਹਿਸ਼ਤ ਜ਼ਦਾ ਅੱਖਾਂ ਸਾਡੇ ਵੱਲ ਵੇਖ ਰਹੀਆਂ ਸਨ। ਹੇ ਭਗਵਾਨ, ਉਹ ਕਮਜ਼ੋਰ ਜੀ ਆਵਾਜ਼ 'ਚ ਬੜਬੜਾਇਆ। ਉਹ ਸਭ ਕੀ ਸੀ? ਕੋਈ ਦੱਸੋ ਮੈਨੂੰ। ਇੱਕ ਐਸਾ ਅਗਨ ਪ੍ਰੇਤ ਸੀ। ਉਹ ਜੋ ਕੁਝ ਵੀ ਸੀ ਉਹ ਮਰ ਚੁੱਕਿਆ ਹੈ, ਹੋਮਸ ਨੇ ਕਿਹਾ। ਅਸੀਂ ਹੁਣ ਇਸ ਖਾਨਦਾਨੀ ਪ੍ਰੇਤ ਨੂੰ ਹਮੇਸ਼ਾ ਲਈ ਖਤਮ ਕਰ ਦਿੱਤਾ ਹੈ। ਉਹ ਆਪਣੀ ਦੇਹ ਤੇ ਸ਼ਕਤੀ ਅਨੁਸਾਰ ਵਾਕਈ ਵਿਸ਼ਾਲ ਜੁੱਸੇ ਵਾਲਾ ਇੱਕ ਡਰਾਵਨਾ ਜੀਵ ਸੀ ਜਿਹੜਾ ਇਸ ਵੇਲੇ ਸਾਡੇ ਸਾਹਮਣੇ ਮਰਿਆ ਪਿਆ ਸੀ। ਉਹ ਨਾ ਖਾਲਸ ਬਲੱਡ ਹਾਊਂਡ ਨਸਲ ਦਾ ਕੁੱਤਾ ਸੀ, ਨਾ ਹੀ ਖੰਟੀ ਮੈਸਵਿਕ ਨਸਲ ਦਾ, ਬਲਕਿ ਉਹ ਇਹਨਾਂ ਦੋਵਾਂ ਦਾ ਵਿਸ਼ੇਸ਼ ਮਿਸ਼ਰਣ ਸੀ। ਸਰੀਰ ਪੱਖੋਂ ਫੁਰਤੀਲਾ ਤੇ ਬੇਹੱਦ ਖੂੰਖਾਰ, ਕਿਸੇ ਦਰਮਿਆਨੇ ਕੱਦ ਦੇ ਸ਼ੇਰ ਵਰਗਾ। ਹੁਣ ਵੀ ਜਦੋਂ ਉਹ ਮਰਿਆ ਤੇ ਅਹਿਲ ਪਿਆ ਸੀ, ਉਹਦਾ ਵੱਡਾ ਜਬਾੜਾ ਨੀਲੇ ਰੰਗ ਦੀਆਂ ਲਾਟਾਂ ਨਾਲ ਭਰਿਆ ਦਿਖਾਈ ਦੇ ਰਿਹਾ ਸੀ ਤੇ ਛੋਟੀਆਂ ਪਰ ਅੰਦਰ ਨੂੰ ਧਸੀਆਂ ਅੱਖਾਂ ਦੁਆਲੇ ਅਗਨੀ ਚੱਕਰ ਦਗਦੇ ਨਜ਼ਰ ਆ ਰਹੇ ਸੀ। ਮੈਂ ਉਹਦੀ ਜਗਮਗਾਉਂਦੀ ਹੋਈ ਬੂਥੀ ਨੂੰ ਹੱਥ ਲਾਇਆ ਤਾਂ ਮੇਰੀ ਆਪਣੀਆਂ ਉਂਗਲਾਂ ਹਨੇਰੇ 'ਚ ਚਮਕਣ ਲੱਗੀਆਂ ਤੇ ਦਗਦੀਆਂ ਹੋਈਆਂ ਦਿਖਾਈ ਦਿੱਤੀਆਂ। ਇਹ ਤਾਂ ਫਾਸਫੋਰਸ ਹੈ, ਮੈਂ ਬੋਲਿਆ। ਬੜੀ ਹੁਸ਼ਿਆਰੀ ਨਾਲ ਬਣਾਇਆ ਗਿਆ ਉਹਦਾ ਮਿਸ਼ਰਣ ਹੈ, ਹੋਮਸ ਨੇ ਮੁਰਦਾ ਜਾਨਵਰ ਨੂੰ ਸੁੰਘਦਿਆਂ ਕਿਹਾ। ਅਜਿਹੀ ਕੋਈ ਹੋਰ ਗੰਧ ਇਸ ਵਿੱਚੋਂ ਨਹੀਂ ਆ ਰਹੀ ਜਿਹੜੀ ਇਸ ਕੁੱਤੇ ਦੀ ਪ੍ਰਾਣ ਸ਼ਕਤੀ ਬਾਰੇ ਭੁਲੇਖਾ ਪਾ ਸਕੇ। ਸਾਨੂੰ ਤੁਹਾਤੋਂ ਮਾਫੀ ਮੰਗਣੀ ਚਾਹੀਦੀ ਹੈ ਸਰ ਹੈਨਰੀ ਕਿ ਅਸੀਂ ਤੁਹਾਨੂੰ ਅਜਿਹੇ ਰਿਸਕ ਵਿੱਚ ਪਾ ਦਿੱਤਾ। ਮੈਂ ਇੱਕ ਸਧਾਰਨ ਕੁੱਤੇ ਲਈ ਤਾਂ ਤਿਆਰ ਸੀ, ਪਰ ਅਜਿਹੇ ਖਤਰਨਾਕ ਜਾਨਵਰ ਦੀ ਤਾਂ ਮੈਂ ਕਲਪਨਾ ਵੀ ਨਹੀਂ ਸੀ ਕੀਤੀ। ਉੱਪਰੋਂ ਇਸ ਕੋਰੇ ਨੇ ਸਾਨੂੰ ਉਹਦਾ ਮੁਕਾਬਲਾ ਕਰਨ ਲਈ ਕੋਈ ਸਮਾਂ ਹੀ ਨਹੀਂ ਦਿੱਤਾ। ਤੁਸੀਂ ਤਾਂ ਮੇਰੀ ਜਾਨ ਬਚਾ ਲਈ, ਪਰ ਪਹਿਲਾਂ ਤਾਂ ਉਹਨੂੰ ਖਤਰੇ 'ਚ ਹੀ ਪਾਇਆ ਸੀ। ਕਿ ਹੁਣ ਤੁਸੀਂ ਉੱਠ ਕੇ ਖੜੇ ਹੋਣ ਦੀ ਹਾਲਤ 'ਚ? ਜ਼ਰਾ ਇੱਕ ਘੁੱਟ ਬਰਾਂਡੀ ਮੈਨੂੰ ਹੋਰ ਦੇ ਦਿਓ, ਫਿਰ ਮੈਂ ਸਭ ਕੁਝ ਕਰਨ ਲਈ ਤਿਆਰ ਹੋ ਜਾਵਾਂਗਾ। ਫਿਰ ਥੋੜ੍ਹੀ ਜਿਹੀ ਬਰਾਂਡੀ ਪੀਣ ਪਿੱਛੋਂ ਬੋਲਿਆ, ਥੋੜ੍ਹਾ ਜਿਹਾ ਸਹਾਰਾ ਦਿਓ ਤਾਂ ਜੋ ਮੈਂ ਉੱਠ ਕੇ ਖੜਾ ਹੋ ਜਾਵਾਂ। ਹੁਣ ਦੱਸੋ ਮੈਨੂੰ ਕੀ ਹੁਕਮ ਹੈ? ਅਸੀਂ ਤੁਹਾਨੂੰ ਇੱਥੇ ਛੱਡ ਕੇ ਜਾਵਾਂਗੇ ਕਿਉਂਕਿ ਤੁਸੀਂ ਅੱਜ ਦੀ ਰਾਤ ਦੀ ਅਗਲੀ ਮੁਹਿੰਮ ਲਈ ਪੂਰੀ ਤਰ੍ਹਾਂ ਫਿੱਟ ਨਹੀਂ। ਜੇ ਤੁਸੀਂ ਥੋੜ੍ਹਾ ਜਿਹਾ ਇੰਤਜ਼ਾਰ ਕਰੋਗੇ ਤਾਂ ਸਾਡੇ ਵਿੱਚੋਂ ਕੋਈ ਤੁਹਾਡੇ ਨਾਲ ਹਵੇਲੀ ਤੱਕ ਚੱਲੇਗਾ। ਉਹਨੇ ਆਪਣੇ ਪੈਰਾਂ ਤੇ ਖੜੇ ਹੋਣ ਦੀ ਕੋਸ਼ਿਸ਼ ਕੀਤੀ, ਪਰ ਉਹਦਾ ਚਿਹਰਾ ਅਜੇ ਤੱਕ ਪੀਲਾ ਪਿਆ ਸੀ। ਉਹਦੇ ਸਰੀਰ ਦਾ ਹਰੇਕ ਅੰਗ ਕੰਬ ਰਿਹਾ ਸੀ। ਅਸੀਂ ਉਹਨੂੰ ਸਹਾਰਾ ਦੇ ਕੇ ਇੱਕ ਪੱਥਰ ਤੇ ਬਿਠਾ ਦਿੱਤਾ, ਜਿੱਥੇ ਆਪਣਾ ਚਿਹਰਾ ਦੋਵਾਂ ਹੱਥਾਂ 'ਚ ਲੁਕਾ ਕੇ ਬੈਠਾ ਬੁਰੀ ਤਰ੍ਹਾਂ ਕੰਬਦਾ ਰਿਹਾ। ਹੁਣ ਸਾਨੂੰ ਤੁਹਾਨੂੰ ਇੱਥੇ ਛੱਡ ਕੇ ਜਾਣਾ ਪਏਗਾ, ਹੋਮਸ ਨੇ ਕਿਹਾ, ਕਿਉਂਕਿ ਬਾਕੀ ਦਾ ਕੰਮ ਵੀ ਪੂਰਾ ਕਰਨਾ ਹੈ ਤੇ ਇੱਕ ਛਿਣ ਕੀਮਤੀ ਹੈ। ਇਹ ਮਾਮਲਾ ਵੈਸੇ ਕਾਫੀ ਹੱਦ ਤੱਕ ਨਿਬੜ ਚੁੱਕਿਆ, ਹੁਣ ਤਾਂ ਬਸ ਉਸ ਆਦਮੀ ਨੂੰ ਫੜਨਾ ਹੈ। ਜਦੋਂ ਅਸੀਂ ਉੱਥੇ ਮੇਰੀ ਪਿੱਟ ਹਾਊਸ ਵੱਲ ਤੇਜ਼ੀ ਨਾਲ ਵਧੇ ਜਾ ਰਹੇ ਸੀ ਤਾਂ ਉਹਨੇ ਸਾਨੂੰ ਕਿਹਾ, 1000 'ਚ ਸਿਰਫ ਇੱਕੋ ਉਮੀਦ ਹੈ ਕਿ ਉਹ ਸਾਨੂੰ ਘਰੇ ਮਿਲ ਜਾਏਗਾ, ਕਿਉਂਕਿ ਫਾਇਰਾਂ ਦੀ ਆਵਾਜ਼ ਸੁਣ ਕੇ ਉਹਨੂੰ ਪਤਾ ਲੱਗ ਗਿਆ ਹੋਏਗਾ ਕਿ ਖੇਡ ਖਤਮ ਹੋ ਚੁੱਕੀ ਹੈ। ਅਸੀਂ ਉੱਥੋਂ ਕਾਫੀ ਦੂਰ ਸੀ, ਵੈਸੇ ਵੀ ਇਸ ਕੋਰੇ ਨੇ ਉਹਨਾਂ ਆਵਾਜ਼ਾਂ ਨੂੰ ਦਬਾ ਦਿੱਤਾ ਹੋਏਗਾ। ਉਹ ਕੁੱਤੇ ਨੂੰ ਬੁਲਾ ਕੇ ਵਾਪਸ ਲੈ ਜਾਣ ਲਈ ਉਹਦੇ ਪਿੱਛੇ ਹੀ ਆਇਆ ਹੋਏਗਾ। ਇਸ ਗੱਲ ਤਾਂ ਤੁਸੀਂ ਪੱਕੀ ਮੰਨੋ ਨਾ? ਨਾ, ਇਹ ਤਾਂ ਹੁਣ ਕਿਧਰੇ ਨੱਠ ਗਿਆ ਹੋਏਗਾ। ਫਿਰ ਵੀ ਇਹਦੀ ਪੱਕੀ ਤਰ੍ਹਾਂ ਯਕੀਨ ਕਰਨ ਲਈ ਸਾਨੂੰ ਉਹਦੇ ਘਰ ਦੀ ਤਲਾਸ਼ੀ ਤਾਂ ਲੈਣੀ ਪਏਗੀ। ਮੁੱਖ ਦਰਵਾਜ਼ਾ ਖੁੱਲ੍ਹਾ ਸੀ, ਇਸ ਲਈ ਅਸੀਂ ਤੇਜ਼ੀ ਨਾਲ ਅੰਦਰ ਵੜੇ ਤੇ ਇੱਕ ਪਿੱਛੋਂ ਇੱਕ ਕਮਰਾ ਦੇਖਣ ਲੱਗੇ। ਇੱਕ ਬੁੱਢਾ ਨੌਕਰ ਸਾਨੂੰ ਵਰਾਂਡੇ 'ਚ ਮਿਲਿਆ। ਉਹ ਇੱਕ ਪਾਸੇ ਖੜਾ ਡਰ ਨਾਲ ਕੰਬਦਾ ਹੋਇਆ ਹੈਰਾਨੀ ਨਾਲ ਸਾਡੀ ਕਾਰਵਾਈ ਦੇਖਦਾ ਰਿਹਾ। ਡਰਾਇੰਗ ਰੂਮ ਦੇ ਸਿਵਾਏ ਹੋਰ ਕਿਤੇ ਵੀ ਰੌਸ਼ਨੀ ਨਹੀਂ ਸੀ। ਹੋਮਸ ਨੇ ਲੈਂਪ ਚੁੱਕਿਆ ਤੇ ਘਰ ਦਾ ਕੋਨਾ ਛਾਨਣ 'ਚ ਜੁਟ ਗਿਆ। ਜਿਸ ਆਦਮੀ ਨੂੰ ਅਸੀਂ ਲੱਭ ਰਹੇ ਸੀ ਉਹਦੀ ਸਾਨੂੰ ਕਿਧਰੇ ਕੋਈ ਉੱਗ ਸੁੱਗ ਨਹੀਂ ਮਿਲੀ, ਪਰ ਹਾਂ, ਉੱਪਰਲੀ ਮੰਜ਼ਿਲ ਤੇ ਸੌਣ ਕਮਰੇ ਦੇ ਦਰਵਾਜ਼ੇ ਨੂੰ ਜੰਦਰਾ ਲੱਗਾ ਸੀ। ਕੋਈ ਅੰਦਰ ਹੈ? ਅਚਾਨਕ ਲੈਸਟਰੇਡ ਕੂਕਿਆ। ਮੈਨੂੰ ਕੋਈ ਆਹਟ ਸੁਣਾਈ ਦਿੱਤੀ ਹੈ। ਇਸ ਦਰਵਾਜ਼ੇ ਨੂੰ ਖੋਲ ਕੇ ਦੇਖਣਾ ਚਾਹੀਦਾ ਹੈ। ਅੰਦਰੋਂ ਇੱਕ ਹਲਕੀ ਜਿਹੀ ਕਰਾਹ ਦੇ ਨਾਲ ਕਸਮਸਾਉਣ ਦੀਆਂ ਆਵਾਜ਼ਾਂ ਆਉਂਦੀਆਂ ਸੁਣਾਈ ਦਿੱਤੀਆਂ। ਬੂਹਿਆਂ ਵਿਚਕਾਰ ਜਿੱਥੇ ਜੰਦਰਾ ਲੱਗਾ ਸੀ, ਹੋਮਸ ਨੇ ਉੱਥੇ ਆਪਣੀ ਪੂਰੀ ਤਾਕਤ ਨਾਲ ਪੈਰ ਦਾ ਵਾਰ ਕੀਤਾ। ਉਹ ਟੁੱਟ ਕੇ ਖੁੱਲ ਗਿਆ। ਪਿਸਤੌਲਾਂ ਹੱਥ 'ਚ ਫੜੀ ਅਸੀਂ ਤਿੰਨੇ ਕਮਰੇ 'ਚ ਵੜ ਗਏ, ਪਰ ਉੱਥੇ ਵੀ ਉਸ ਭਗੌੜੇ ਤੇ ਖਤਰਨਾਕ ਮੁਜਰਿਮ ਦਾ ਕਿਤੇ ਕੋਈ ਪਤਾ ਨਹੀਂ ਸੀ। ਜਿਹਦੀ ਸਾਨੂੰ ਭਾਲ ਸੀ, ਉਹਦੀ ਜਗ੍ਹਾ ਸਾਡਾ ਇੱਕ ਅਨੋਖੀ ਤੇ ਆਸੋਂ ਬਾਹਰੀ ਚੀਜ਼ ਨਾਲ ਸਾਹਮਣਾ ਹੋਇਆ। ਅਸੀਂ ਕੁਝ ਚਿਰ ਲਈ ਹੈਰਾਨੀ ਨਾਲ ਆਪਣੀ ਜਗ੍ਹਾ ਸਥਿਰ ਖੜੇ ਉਹਨੂੰ ਦੇਖਦੇ ਰਹੇ। ਉਹ ਕਮਰਾ ਕਿਸੇ ਛੋਟੇ ਜਿਹੇ ਮਿਊਜ਼ੀਅਮ ਵਾਂਗ ਸਜਿਆ ਸੀ। ਕੰਧਾਂ ਤੇ ਸ਼ੀਸ਼ੇ ਦੇ ਢੱਕਣ ਵਾਲੇ ਛੋਟੇ ਬਕਸਿਆਂ ਦੀ ਲਾਈਨ ਲੱਗੀ ਹੋਈ ਸੀ, ਜਿਨ੍ਹਾਂ 'ਚ ਵੱਖ-ਵੱਖ ਕਿਸਮਾਂ ਦੀਆਂ ਤਿਤਲੀਆਂ ਤੇ ਹੋਰ ਕੀੜੇ ਪਤੰਗੇ ਡੱਕੇ ਹੋਏ ਸੀ।
ਇਹ ਮਿਊਜ਼ੀਅਮ ਉਸ ਦੁਸ਼ਟ ਤੇ ਖਤਰਨਾਕ ਆਦਮੀ ਦੇ ਸ਼ੌਕ ਤੇ ਖੇਡ ਦਾ ਸਬੂਤ ਸੀ। ਇਸ ਕਮਰੇ 'ਚ ਇੱਕ ਬੱਲੀ ਸਿੱਧੀ ਖੜੀ ਕਰਕੇ ਲਾਈ ਗਈ ਸੀ ਤਾਂ ਕਿ ਛੱਤ ਦੀ ਲੱਕੜ ਨੂੰ ਉਸ ਜਗ੍ਹਾ ਸਹਾਰਾ ਦਿੱਤਾ ਜਾ ਸਕੇ ਜਿਹਨੂੰ ਸਿਉਂਕ ਨੇ ਖਾ ਲਿਆ ਸੀ। ਉਸ ਬੱਲੀ ਨਾਲ ਕੋਈ ਬੰਨਿਆ ਹੋਇਆ ਸੀ। ਉਹਨੂੰ ਕੱਪੜੇ ਨਾਲ ਇੰਜ ਲਪੇਟ ਕੇ ਕੱਸ ਕੇ ਬੰਨਿਆ ਗਿਆ ਸੀ ਕਿ ਉਹਨੂੰ ਦੇਖ ਕੇ ਅੰਦਾਜ਼ਾ ਨਹੀਂ ਸੀ ਲਾਇਆ ਜਾ ਸਕਦਾ ਕਿ ਉਹ ਕੋਈ ਮਰਦ ਹੈ ਜਾਂ ਔਰਤ। ਗਰਦਨ ਦਾ ਹੇਠਲਾ ਹਿੱਸਾ ਇੱਕ ਵੱਡੀ ਸਾਰੀ ਚਾਦਰ 'ਚ ਲਪੇਟ ਕੇ ਬੰਨਿਆ ਹੋਇਆ ਸੀ। ਗਰਦਨ ਤੇ ਇੱਕ ਤੌਲੀਆ ਲਪੇਟ ਕੇ ਬੱਲੀ ਨਾਲ ਕੱਸ ਕੇ ਬੰਨ੍ਹ ਦਿੱਤਾ ਗਿਆ ਸੀ, ਜਿਸ ਹੇਠੋਂ ਦੋ ਕਾਲੀਆਂ ਅੱਖਾਂ ਸ਼ਰਮ ਤੇ ਹੈਰਾਨੀ ਭਰੀਆਂ ਨਜ਼ਰਾਂ ਨਾਲ ਸਿੱਧਾ ਸਾਡੇ ਵੱਲ ਵੇਖ ਰਹੀਆਂ ਸਨ। ਇੱਕੋ ਮਿੰਟ 'ਚ ਅਸੀਂ ਉਹਦੇ ਮੂੰਹ 'ਚੋਂ ਕੱਪੜਾ ਕੱਢ ਕੇ ਉਹਦੇ ਬੰਨਣ ਖੋਲ ਦਿੱਤੇ ਤੇ ਮਿਸਿਸ ਸਟੇਪਲਟਨ ਸਾਡੇ ਸਾਹਮਣੇ ਹੀ ਧੰਮ ਕਰਕੇ ਫਰਸ਼ ਤੇ ਬੈਠ ਗਈ। ਜਿਵੇਂ ਉਹਦਾ ਸਿਰ ਉਹਦੀ ਛਾਤੀ ਵੱਲ ਝੁਕਿਆ, ਮੈਨੂੰ ਉਹਦੀ ਗਰਦਨ ਉੱਤੇ ਕੋੜੇ ਦੀ ਮਾਰ ਦਾ ਲਾਲ ਨਿਸ਼ਾਨ ਦਿਖਾਈ ਦਿੱਤਾ। ਬਦਮਾਸ਼ ਜਾਨਵਰ ਕਿਤੋਂ ਦਾ, ਹੋਮਸ ਨੇ ਹਿਰਖ-ਵਸ ਫੁੰਕਾਰਾ ਜਾ ਮਾਰਿਆ। ਲੈਸਟ੍ਰੇਟ, ਤੁਸੀਂ ਆਪਣੀ ਬਰਾਂਡੀ ਦੀ ਬੋਤਲ ਕੱਢੋ, ਬਿਹਤਰ ਹੋਏਗਾ ਇਹਨੂੰ ਕੁਰਸੀ ਤੇ ਬਿਠਾਤਾ ਜਾਏ। ਇਹ ਬਦਸਲੂਕੀ ਤੇ ਥਕਾਵਟ ਕਰਕੇ ਬੇਦਮ ਹੋਈ ਹੈ। ਉਹਨੇ ਆਪਣੀਆਂ ਅੱਖਾਂ ਦੁਬਾਰਾ ਖੋਲੀਆਂ, ਕਮਜ਼ੋਰ ਜੀ ਆਵਾਜ਼ 'ਚ ਬੋਲੀ, ਉਹ ਠੀਕ ਠਾਕ ਤਾਂ ਏ? ਕਿ ਉਹ ਬਚ ਗਿਆ? ਉਹ ਸਾਥੋਂ ਬਚ ਕੇ ਨਹੀਂ ਜਾ ਸਕਦਾ ਮੈਡਮ। ਨਹੀਂ, ਮੈਂ ਆਪਣੇ ਪਤੀ ਬਾਰੇ ਨਹੀਂ ਪੁੱਛ ਰਹੀ, ਮੈਂ ਸਰ ਹੈਨਰੀ ਬਾਰੇ ਜਾਣਨਾ ਚਾਹੁੰਦੀ ਹਾਂ। ਕਿ ਉਹ ਸੁਰੱਖਿਅਤ ਹੈ? ਹਾਂ, ਉਹ ਸੁਰੱਖਿਅਤ ਹੈ। ਤੇ ਉਹ ਕੁੱਤਾ ਮਰ ਗਿਆ। ਉਹਨੇ ਸੁਖਦਾਇਕ ਲੰਮਾ ਸਾਹ ਲਿਆ। ਭਗਵਾਨ ਦਾ ਲੱਖ ਲੱਖ ਸ਼ੁਕਰ ਹੈ। ਪਰ ਉਹ ਦੁਸ਼ਟ ਆਦਮੀ, ਦੇਖੋ ਤਾਂ ਮੇਰੇ ਨਾਲ ਕੀ ਸਲੂਕ ਕਰਦਾ ਸੀ ਉਹ। ਕਹਿਣ ਦੇ ਨਾਲ ਹੀ ਉਹਨੇ ਲਿਬਾਦੇ ਦੀਆਂ ਬਾਹਾਂ ਚੜਾ ਕੇ ਆਪਣੀਆਂ ਬਾਹਾਂ ਦਿਖਾਈਆਂ ਤੇ ਅਸੀਂ ਬੇਚੈਨੀ ਨਾਲ ਦੇਖਿਆ ਉਹਨਾਂ ਤੇ ਜ਼ਖਮਾਂ ਦੇ ਨਿਸ਼ਾਨ ਸਨ। ਮੇਰੇ ਸਰੀਰ ਨੂੰ ਉਹਨੇ ਜਿਹੜੇ ਜ਼ਖਮ ਦਿੱਤੇ ਉਹ ਤਾਂ ਕੁਛ ਵੀ ਨਹੀਂ, ਅਸਲ ਤਕਲੀਫ ਤਾਂ ਉਹਨੇ ਮੇਰੇ ਦਿਮਾਗ ਤੇ ਆਤਮਾ ਨੂੰ ਪਹੁੰਚਾਈ ਹੈ। ਮੈਂ ਫਿਰ ਵੀ ਇਹੀ ਸਹਿੰਦੀ ਰਹੀ। ਉਹਦੀ ਬਦਸਲੂਕੀ, ਇਕਾਂਤਵਾਸ ਤੇ ਧੋਖੇ ਭਰੀ ਜ਼ਿੰਦਗੀ, ਮੈਂ ਸਭ ਤਦ ਤੱਕ ਸਹਿੰਦੀ ਰਹੀ ਜਦ ਤੱਕ ਮੇਰੇ ਦਿਲ 'ਚ ਵਿਸ਼ਵਾਸ ਦੀ ਇਹ ਲੋਅ ਜਗਦੀ ਰਹੀ ਕਿ ਮੈਨੂੰ ਉਹਦਾ ਪਿਆਰ ਹਾਸਲ ਹੈ। ਪਰ ਆਖਰ ਵਿਸ਼ਵਾਸ ਦੀ ਲੋਅ ਵੀ ਬੁਝ ਗਈ। ਹੁਣ ਮੈਂ ਜਾਣਦੀ ਹਾਂ ਕਿ ਮੈਨੂੰ ਮੂਰਖ ਬਣਾ ਕੇ ਇਸਤੇਮਾਲ ਕਰ ਰਿਹਾ ਸੀ। ਮੈਂ ਉਹਦੀ ਸਵਾਰਥ ਪੂਰਤੀ ਦਾ ਇੱਕ ਸਾਧਨ ਸੀ। ਸਿਰਫ ਕਹਿੰਦੀ ਉਹ ਭਾਵੁਕਤਾ ਵਸ ਰੋ ਪਈ। ਤੁਹਾਡੇ ਦਿਲ 'ਚ ਉਹਦੇ ਲਈ ਕੋਈ ਸਦਭਾਵਨਾ ਨਹੀਂ ਬਚੀ ਮੈਡਮ, ਹੋਮਸ ਨੇ ਕਿਹਾ। ਇਸ ਲਈ ਤੁਸੀਂ ਦੱਸ ਦਿਓ ਕਿ ਉਹਨੂੰ ਕਿੱਥੇ ਲੱਭਿਆ ਜਾਏ। ਤੁਸੀਂ ਜਾਣੇ ਅਣਜਾਣੇ 'ਚ ਉਹਦੇ ਮੰਦੇ ਕੰਮਾਂ 'ਚ ਮਦਦ ਕੀਤੀ ਹੈ। ਬਿਹਤਰ ਹੋਏਗਾ ਹੁਣ ਤੁਸੀਂ ਸਾਨੂੰ ਸਹਿਯੋਗ ਦੇ ਕੇ ਪ੍ਰਾਸ਼ਚਿਤ ਕਰ ਲਓ। ਸਿਰਫ ਇੱਕੋ ਜਗ੍ਹਾ ਅਜਿਹੀ ਹੈ ਜਿੱਥੇ ਉਹ ਭੱਜ ਕੇ ਜਾ ਸਕਦਾ ਹੈ। ਉਹ ਜਵਾਬ 'ਚ ਬੋਲੀ, ਉਸ ਦਲਦਲ ਦੇ ਵਿਚਕਾਰ ਇੱਕ ਪੁਰਾਣੀ ਜੀ ਖਦਾਨ ਹੈ ਜਿਸ 'ਚੋਂ ਕਦੀ ਖੰਜ ਕੱਢਿਆ ਜਾਂਦਾ ਸੀ। ਉਸੇ ਜਗ੍ਹਾ ਆਪਣੇ ਕੁੱਤੇ ਨੂੰ ਲੁਕਾ ਕੇ ਰੱਖਦਾ ਸੀ ਤੇ ਉੱਥੇ ਉਹਨੇ ਇਹ ਇੰਤਜ਼ਾਮ ਵੀ ਕੀਤਾ ਹੋਇਆ ਕਿ ਲੋੜ ਪੈਣ ਤੇ ਲੁਕ ਸਕੇ। ਉਹੀ ਇੱਕ ਅਜਿਹੀ ਜਗ੍ਹਾ ਜਿੱਥੇ ਉਹ ਭੱਜ ਕੇ ਜਾ ਸਕਦਾ ਹੈ। ਕੋਰੇ ਦੇ ਬੱਦਲ ਵਰੋਲਿਆਂ ਵਾਂਗ ਖਿੜਕੀ ਦੇ ਸਾਹਮਣੇ ਮੰਡਲਾ ਰਹੇ ਸੀ। ਹੋਮਸ ਨੇ ਆਪਣੇ ਹੱਥ ਤੇ ਲੈਂਪ ਦੀ ਰੋਸ਼ਨੀ ਉਸ ਪਾਸੇ ਪਾਉਂਦਿਆਂ ਕਿਹਾ, ਦੇਖੋ ਕਿੰਨਾ ਸੰਘਣਾ ਕੋਰਾ ਹੈ। ਅੱਜ ਦੀ ਰਾਤ ਤਾਂ ਉਸ ਵਿਸ਼ਾਲ ਦਲਦਲ 'ਚ ਕੋਈ ਵੀ ਆਪਣਾ ਰਸਤਾ ਨਹੀਂ ਲੱਭ ਸਕਦਾ। ਉਹ ਯਕਦਮ ਹੱਸੀ ਤੇ ਉਹਨੇ ਜ਼ੋਰ ਨਾਲ ਤਾੜੀਆਂ ਵਜਾਈਆਂ। ਉਹਦੀਆਂ ਅੱਖਾਂ ਤੇ ਦੰਦ ਕਿਸੇ ਉਤੇਜਨਾ ਦੀ ਕੁਸੈਲ ਸਦਕਾ ਚਮਕ ਰਹੇ ਸਨ। ਉਹ ਸ਼ਾਇਦ ਉੱਥੇ ਪਹੁੰਚਣ 'ਚ ਕਾਮਯਾਬ ਹੋ ਗਿਆ ਹੋਏ, ਪਰ ਅੱਜ ਦੀ ਰਾਤ ਤਾਂ ਕਮ ਸੇ ਕਮ ਉੱਥੋਂ ਬਾਹਰ ਨਿਕਲ ਕੇ ਵਾਪਸ ਨਹੀਂ ਆ ਸਕਦਾ। ਉਹ ਕਿਸੇ ਅਣਜਾਣ ਖੁਸ਼ੀ ਵਸ ਕੂਕੀ। ਅੱਜ ਦੀ ਇਸ ਸੰਘਣੇ ਕੋਰੇ ਭਰੀ ਰਾਤ ਨੂੰ ਤਾਂ ਉਹਨਾਂ ਰਾਹ ਦਸੇਰੇ ਡੰਡਿਆਂ ਨੂੰ ਕਿਵੇਂ ਦੇਖ ਸਕੇਗਾ? ਅਸੀਂ ਦੋਵਾਂ ਨੇ, ਯਾਨੀ ਉਹਨੇ ਤੇ ਮੈਂ, ਮਿਲ ਕੇ ਉਹ ਡੰਡੇ ਉੱਥੇ ਲਾਏ ਸੀ ਤਾਂ ਕਿ ਦਲਦਲ ਵਿਚਕਾਰ ਸਹੀ ਰਸਤੇ ਦੀ ਪਛਾਣ ਬਣੀ ਰਹੇ। ਕਾਸ਼ ਮੈਂ ਅੱਜ ਦਿਨੇ ਉਹਨਾਂ ਨੂੰ ਉੱਥੋਂ ਉਖਾੜ ਦਿੱਤਾ ਹੁੰਦਾ ਤਾਂ ਉਹ ਇਸ ਵੇਲੇ ਤੁਹਾਡੇ ਰਹਿਮ ਕਰਮ ਤੇ ਹੁੰਦਾ। ਇਹ ਗੱਲ ਸਾਨੂੰ ਸਪਸ਼ਟ ਹੋ ਚੁੱਕੀ ਸੀ ਕਿ ਜਦੋਂ ਤੱਕ ਕੋਰਾ ਨਹੀਂ ਹਟਦਾ ਉਦੋਂ ਤੱਕ ਉਹਦਾ ਪਿੱਛਾ ਕੀਤੇ ਜਾਣ ਦੇ ਸਾਰੇ ਯਤਨ ਨਿਸਫਲ ਹੋ ਜਾਣਗੇ। ਸੋ ਅਸੀਂ ਲੈਸਟ੍ਰੇਡ ਨੂੰ ਮਕਾਨ ਦੀ ਜ਼ਿੰਮੇਵਾਰੀ ਸੌਂਪੀ ਤੇ ਫਿਰ ਮੈਂ ਤੇ ਹੋਮਸ ਜ਼ਿਮੀਂਦਾਰ ਕੋਲ ਪਰਤ ਆਏ। ਉਹਨੂੰ ਨਾਲ ਲੈ ਕੇ ਹਵੇਲੀ ਪਹੁੰਚ ਗਏ। ਸਟੇਪਲਟਨ ਜੋੜੇ ਦੀ ਅਸਲੀਅਤ ਹੁਣ ਉਸ ਤੋਂ ਹੋਰ ਜ਼ਿਆਦਾ ਦੇਰ ਤੱਕ ਲੁਕਾਈ ਨਹੀਂ ਜਾ ਸਕਦੀ ਸੀ। ਜਦੋਂ ਉਹਨੂੰ ਉਸ ਔਰਤ ਬਾਰੇ ਸੱਚਾਈ ਪਤਾ ਲੱਗੀ ਜਿਹਨੂੰ ਕਿ ਉਹ ਪਿਆਰ ਕਰਦਾ ਸੀ ਤਾਂ ਉਹਨੇ ਉਸ ਸਦਮੇ ਨੂੰ ਬੜੀ ਬਹਾਦਰੀ ਨਾਲ ਬਰਦਾਸ਼ਤ ਕੀਤਾ। ਪਰ ਰਾਤ ਦੀ ਘਟਨਾ ਦੀ ਭਿਆਨਕਤਾ ਨੇ ਉਹਨੂੰ ਬੁਰੀ ਤਰ੍ਹਾਂ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਸੀ, ਜਿਸ ਦਾ ਨਤੀਜਾ ਇਹ ਹੋਇਆ ਕਿ ਉਹ ਸਵੇਰ ਹੋਣ ਤੱਕ ਤੇਜ਼ ਬੁਖਾਰ 'ਚ ਪਤਾ ਨਹੀਂ ਕੀ ਬੁੜਬੁੜਾਉਂਦਾ ਰਿਹਾ। ਡਾਕਟਰ ਮਾਰਟਿਮਰ ਸਾਰੀ ਰਾਤ ਉਹਦੇ ਸਰਾਣੇ ਬੈਠਾ ਉਹਦੀ ਦੇਖਭਾਲ ਕਰਦਾ ਰਿਹਾ। ਬਾਅਦ 'ਚ ਦੋਵੇਂ ਜਣੇ ਉਦੋਂ ਦੁਨੀਆ ਦੀ ਸੈਰ ਲਈ ਵੀ ਗਏ ਜਦੋਂ ਸਰ ਹੈਨਰੀ ਇੱਕ ਵਾਰ ਫੇਰ ਪਹਿਲਾਂ ਵਾਂਗ ਹੀ ਸਿਹਤਮੰਦ ਤੇ ਚੰਗਾ ਭਲਾ ਹੋ ਗਿਆ, ਜਿਵੇਂ ਕਿ ਉਹ ਸਰਾਪੀ ਹੋਈ ਜਾਇਦਾਦ ਦਾ ਮਾਲਕ ਬਣਨ ਤੋਂ ਪਹਿਲਾਂ ਸੀ। ਹੁਣ ਮੈਂ ਕਾਹਲ ਨਾਲ ਇਸ ਅਜੀਬੋ-ਗਰੀਬ ਕਹਾਣੀ ਦੇ ਅੰਤ ਵੱਲ ਵਧਾਂ, ਜਿਸ ਨਾਲ ਮੈਂ ਪਾਠਕਾਂ ਨੂੰ ਆਪਣੇ ਨਾਲ ਸਹਿਯੋਗੀ ਬਣਾ ਕੇ ਭੈ ਦੇ ਹਨੇਰਿਆਂ ਤੇ ਅੰਦਾਜ਼ਿਆਂ ਅਟਕਲਾਂ ਦੀ ਉਸ ਦੁਨੀਆ 'ਚ ਲੈ ਗਿਆ ਸੀ
ਜਿਹੜੀ ਲੰਮੇ ਸਮੇਂ ਤੱਕ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀ ਰਹੀ, ਜਿਹਦਾ ਬੜਾ ਹੀ ਦੁਖਦਾਈ ਅੰਤ ਹੋਇਆ। ਉਸ ਕੁੱਤੇ ਦੀ ਮੌਤ ਜਿਸ ਰਾਤ ਹੋਈ, ਉਹ ਤੋਂ ਅਗਲੀ ਸਵੇਰ ਕੋਰਾ ਛੱਟ ਗਿਆ। ਮਿਸਿਸ ਸਟੇਪਲਟਨ ਸਾਨੂੰ ਰਾਹ ਦਿਖਾਉਂਦੀ ਹੋਈ ਉਸ ਜਗ੍ਹਾ ਤੇ ਲੈ ਗਈ ਜਿੱਥੇ ਦਲਦਲ ਵਿੱਚ ਇੱਕ ਪਗਡੰਡੀ ਵਰਗਾ ਰਸਤਾ ਜਿਹਾ ਬਣਿਆ ਸੀ। ਜਿਸ ਉਤਸ਼ਾਹ ਤੇ ਆਨੰਦ ਨਾਲ ਉਹਨੇ ਸਾਨੂੰ ਆਪਣੇ ਪਤੀ ਤੱਕ ਪਹੁੰਚਣ ਦਾ ਰਸਤਾ ਦੱਸਿਆ, ਉਸ ਤੋਂ ਅਸੀਂ ਉਹਦੇ ਸੰਤਾਪ ਤੇ ਪੀੜਤ ਮਨ ਦਾ ਅੰਦਾਜ਼ਾ ਭਲੀ ਭਾਂਤ ਲਾ ਸਕਦੇ ਸੀ। ਜਿਹੜੇ ਭੋਗ ਉਹਨੇ ਇਸ ਦੁਸ਼ਟ ਦੇ ਨਾਲ ਰਹਿੰਦਿਆਂ ਭੋਗੇ ਸੀ, ਅਸੀਂ ਉਹਨੂੰ ਦਲਦਲ ਦੇ ਸ਼ੁਰੂ 'ਚ ਇੱਕ ਭੀੜੇ ਠੋਸ ਭੂਖੰਡ ਤੇ ਛੱਡ ਦਿੱਤਾ, ਜਿਹੜਾ ਅੱਗੋਂ ਹੋਰ ਭੀੜਾ ਹੁੰਦਾ ਹੋਇਆ ਉਸ ਭਿਆਨਕ ਦਲਦਲ ਦੇ ਵਿਸਥਾਰ 'ਚ ਧਸ ਗਿਆ ਸੀ। ਉਹਦੇ ਕਿਨਾਰੇ ਤੋਂ ਹੀ ਇੱਧਰ ਉੱਧਰ ਲਾਏ ਗਏ ਛੋਟੇ-ਛੋਟੇ ਡੰਡੇ ਦਾ ਵਿੰਗਾ ਟੇਢਾ ਰਸਤਾ ਉਸ ਚਿੱਕੜ, ਘਾਹ ਤੇ ਮਿੱਟੀ ਨਾਲ ਢਕੀ ਧੋਖੇਬਾਜ਼ ਦਲਦਲ ਵਿਚਕਾਰੋਂ ਲੰਘਦਾ ਸੀ, ਜਿਸ 'ਚ ਫਸ ਕੇ ਕੋਈ ਅਣਜਾਣ ਆਪਣੀ ਜ਼ਿੰਦਗੀ ਤੋਂ ਹੱਥ ਧੋ ਸਕਦਾ ਸੀ। ਇਹਨਾਂ ਨਰ ਪਕਸ਼ੀ ਕੁੰਡਾਂ ਤੇ ਮੁੱਦਤਾਂ ਤੋਂ ਕੁਦਰਤੀ ਚਾਲਿਆਂ ਟੋਇਆਂ 'ਚ ਸੜ ਰਹੇ ਪਾਣੀ 'ਚ ਉੱਠਦੀ ਸੜਾਨ ਦੀ ਭਾਵ ਸਾਡੇ ਚਿਹਰਿਆਂ ਨਾਲ ਟਕਰਾ ਰਹੀ ਸੀ, ਜਦ ਕਿ ਸਾਡੇ ਦੁਆਰਾ ਪੁੱਟੇ ਗਏ ਗਲਤ ਕਦਮ ਨੇ ਇੱਕ ਨਹੀਂ ਬਲਕਿ 2-3 ਵਾਰੀ ਉਸ ਖਤਰਨਾਕ ਬੁਲਬੁਲਿਆਂ ਵਾਲੇ ਦਲਦਲ 'ਚ ਗੋਡਿਆਂ ਤੱਕ ਧਸਾ ਦਿੱਤਾ, ਜਿਹੜੀ ਸਾਡੇ ਚਾਰੇ ਪਾਸੇ ਬਸ ਕੁਝ ਗਜ਼ ਦੇ ਫਾਸਲੇ ਤੇ ਉਬਲ ਰਹੀ ਸੀ। ਸਾਡੇ ਪੈਰਾਂ ਹੇਠਲੀ ਨਰਮ ਜ਼ਮੀਨ ਦੇ ਇਰਦ ਗਿਰਦ ਲਹਿਰਾਂ ਵਾਂਗ ਹਿੱਲ ਰਹੀ ਸੀ। ਜਦੋਂ ਅਸੀਂ ਆਪਣਾ ਪੈਰ ਚੁੱਕਦੇ, ਉਹਦੀ ਚਿਪਚਿਪੀ ਪਕੜ ਸਾਡੀਆਂ ਅੱਡੀਆਂ ਨੂੰ ਇੰਨੀ ਜ਼ੋਰ ਨਾਲ ਖਿੱਚਦੀ ਕਿ ਜਦੋਂ ਅਸੀਂ ਆਪਣੇ ਪੈਰ ਹੇਠਾਂ ਰੱਖਦੇ, ਇੰਜ ਲੱਗਦਾ ਜਿਵੇਂ ਕੋਈ ਕਪਟੀ ਹੱਥ ਉਹਨੂੰ ਖਿੱਚ ਕੇ ਕਿਸੇ ਅਣਜਾਣੇ ਨਰਕ ਦੀ ਗਹਿਰਾਈਆਂ 'ਚ ਲੈ ਜਾਣਾ ਚਾਹੁੰਦਾ ਹੋਵੇ। ਇਹੋ ਜਿਹੀ ਭਿਆਨਕ ਤੇ ਅਰਥ ਭਰਪੂਰ ਪਕੜ ਸੀ ਉਹਦੀ, ਜਿਸ ਵਿੱਚ ਉਹ ਸਾਨੂੰ ਜਕੜਨ ਦੀ ਕੋਸ਼ਿਸ਼ ਕਰ ਰਹੀ ਸੀ। ਇੱਕ ਵਾਰੀ ਸਾਨੂੰ ਕੁਝ ਅਜਿਹੇ ਨਿਸ਼ਾਨ ਵੀ ਨਜ਼ਰ ਆਏ ਜਿਵੇਂ ਕੋਈ ਸਾਥੋਂ ਪਹਿਲਾਂ ਉਹ ਖਤਰਨਾਕ ਰਸਤੇ ਤੋਂ ਲੰਘਿਆ ਹੋਏ। ਅਚਾਨਕ ਘਾਹ ਦੇ ਗੁੱਛੇ 'ਚ ਸਾਨੂੰ ਕੋਈ ਕਾਲੀ ਜਿਹੀ ਚੀਜ਼ ਉੱਭਰੀ ਦਿਖਾਈ ਦਿੱਤੀ। ਉਸ ਚੀਜ਼ ਨੂੰ ਆਪਣੇ ਕਬਜ਼ੇ 'ਚ ਕਰਨ ਲਈ ਹੋਮਸ ਜਿਵੇਂ ਉਸ ਰਸਤੇ ਨੂੰ ਛੱਡ ਕੇ ਉਸ ਵੱਲ ਵਧਿਆ ਤਾਂ ਲੱਕ ਤੱਕ ਧਸ ਗਿਆ, ਤੇ ਜੇ ਅਸੀਂ ਉਹਨੂੰ ਖਿੱਚ ਕੇ ਬਾਹਰ ਨਾ ਕੱਢ ਲਿਆ ਹੁੰਦਾ, ਸ਼ਾਇਦ ਫਿਰ ਕਦੇ ਵੀ ਉਹ ਦੁਬਾਰਾ ਆਪਣੇ ਪੈਰ ਠੋਸ ਧਰਤੀ ਤੇ ਨਾ ਰੱਖ ਸਕਦਾ। ਪਰ ਇਹ ਪੁਰਾਣੇ ਤੇ ਕਾਲੇ ਬੂਟ ਨੂੰ ਉਹਨੇ ਹੱਥ 'ਚ ਫੜਿਆ ਹੋਇਆ ਸੀ, ਜਿਹਦੇ ਅੰਦਰਲੇ ਪਾਸੇ ਕੈਨੇਡਾ ਦੇ ਮੇਅਰਮ ਟੋਰਾਂਟੋ ਦੀ ਮੋਹਰ ਚਮੜੇ ਤੇ ਲੱਗੀ ਸੀ। ਇਹਨੂੰ ਪ੍ਰਾਪਤ ਕਰਨ ਲਈ ਚਿੱਕੜ ਦਾ ਇਸ਼ਨਾਨ ਕੋਈ ਘਾਟੇ ਦਾ ਸੌਦਾ ਨਹੀਂ ਰਿਹਾ, ਉਹ ਬੋਲਿਆ। ਇਹ ਸਾਡੇ ਦੋਸਤ ਸਰ ਹੈਨਰੀ ਦਾ ਗਵਾਚਿਆ ਬੂਟ ਏ। ਬਿਲਕੁਲ ਠੀਕ। ਕੁੱਤੇ ਨੂੰ ਸਰ ਹੈਨਰੀ ਪਿੱਛੇ ਛੱਡਣ ਤੋਂ ਬਾਅਦ ਉਹਦੇ ਹੱਥ ਵਿੱਚ ਹੀ ਹੋਏਗਾ। ਜਦੋਂ ਉਹਨੂੰ ਪਤਾ ਲੱਗਿਆ ਕਿ ਉਹਦੀ ਖੇਡ ਖਤਮ ਹੋ ਗਈ ਹੈ ਤਾਂ ਉਹਨੂੰ ਫੜੀ ਭੱਜ ਲਿਆ ਹੋਏਗਾ। ਭੱਜਣ ਵੇਲੇ ਉਹਨੇ ਘੁਮਾ ਕੇ ਇੱਥੇ ਸੁੱਟ ਦਿੱਤਾ। ਹੁਣ ਘੱਟੋ ਘੱਟ ਸਾਨੂੰ ਇਹਨਾਂ ਦਾ ਪਤਾ ਲੱਗ ਗਿਆ ਕਿ ਉਹ ਇੱਥੋਂ ਤੱਕ ਤਾਂ ਸੁਰੱਖਿਅਤ ਪਹੁੰਚ ਗਿਆ ਸੀ, ਪਰ ਸ਼ਾਇਦ ਇਹ ਸਾਡੀ ਕਿਸਮਤ 'ਚ ਲਿਖਿਆ ਸੀ ਕਿ ਅਸੀਂ ਉਸ ਬਾਰੇ ਇਸ ਨਾਲੋਂ ਵੱਧ ਕੁਝ ਹੋਰ ਕਦੇ ਵੀ ਨਹੀਂ ਜਾਣ ਸਕਾਂਗੇ। ਹਾਲਾਂਕਿ ਅਜੇ ਜਾਣਨ ਵਾਲਾ ਅਜਿਹਾ ਬੜਾ ਕੁਝ ਸੀ ਜਿਸ ਬਾਰੇ ਅਸੀਂ ਸਿਰਫ ਅੰਦਾਜ਼ੇ ਲਾ ਸਕਦੇ ਸੀ। ਉਸ ਵਿਸ਼ਾਲ ਦਲਦਲ 'ਚ ਪੈਰਾਂ ਦੇ ਨਿਸ਼ਾਨ ਮਿਲਣ ਦੀ ਕੋਈ ਸੰਭਾਵਨਾ ਨਹੀਂ ਸੀ, ਕਿਉਂਕਿ ਉਬਲਦੀ ਹੋਈ ਮਿੱਟੀ ਛੇਤੀ ਉਹਨਾਂ ਉੱਤੇ ਛਾ ਕੇ ਉਹਨਾਂ ਨੂੰ ਆਪਣੇ ਵਿੱਚ ਜਜ਼ਬ ਕਰ ਲੈਂਦੀ ਸੀ। ਜਿਵੇਂ ਅਸੀਂ ਉਸ ਹਿੱਸੇ ਨੂੰ ਪਾਰ ਕਰਨ ਪਿੱਛੋਂ ਠੋਸ ਜ਼ਮੀਨ ਤੇ ਪਹੁੰਚੇ, ਅਸੀਂ ਪਿੱਛੇ ਮੁੜ ਕੇ ਦਲਦਲ ਵੱਲ ਦੇਖਿਆ। ਸਾਨੂੰ ਖੁਦ ਆਪਣੀਆਂ ਪੈੜਾਂ ਦਾ ਕੋਈ ਨਿਸ਼ਾਨ ਨਹੀਂ ਦਿਸਿਆ। ਜੇ ਧਰਤੀ ਸੱਚ ਬੋਲਦੀ ਹੈ ਤਾਂ ਕਿਹਾ ਜਾ ਸਕਦਾ ਹੈ ਕਿ ਸਟੇਪਲਟਨ ਦਲਦਲ 'ਚ ਬਣੇ ਉਸ ਠੋਸ ਜ਼ਮੀਨ ਦੇ ਟਾਪੂ ਤੱਕ ਸੁਰੱਖਿਅਤ ਨਹੀਂ ਪਹੁੰਚ ਸਕਿਆ, ਜਿਹੜੀ ਖਦਾਨ 'ਚ ਲੁਕਣ ਲਈ ਉਹ ਕੋਰੇ ਭਰੀ ਪਿਛਲੀ ਰਾਤ ਨੂੰ ਸੰਘਰਸ਼ ਕਰਦਾ ਹੋਇਆ ਇੱਥੇ ਆਇਆ ਸੀ, ਕਿਉਂਕਿ ਸਾਨੂੰ ਉਹਦਾ ਇੱਥੇ ਕੋਈ ਨਾਂ ਨਿਸ਼ਾਨ ਨਹੀਂ ਸੀ ਮਿਲਿਆ। ਇੰਜ ਲੱਗਦਾ ਕਿ ਕੋਰੇ ਕਰਕੇ ਉਹ ਸ਼ਾਇਦ ਆਪਣੇ ਰਸਤੇ ਤੋਂ ਥੋੜਾ ਭਟਕ ਗਿਆ ਸੀ ਤੇ ਗ੍ਰੇਟ ਗ੍ਰਿਮਪੇਨ ਮਾਇਰ ਨਾਂ ਦੀ ਉਸ ਵਿਸ਼ਾਲ ਦਲਦਲ ਨੇ ਉਸ ਪੱਥਰ ਦਿਲ ਅਪਰਾਧੀ ਨੂੰ ਨਿਗਲ ਕੇ ਆਪਣੇ ਅੰਦਰ ਦਫਨ ਕਰ ਲਿਆ। ਪਰ ਇਸ ਗੱਲ ਦੇ ਸਾਨੂੰ ਬਹੁਤ ਸਾਰੇ ਨਿਸ਼ਾਨ ਮਿਲੇ। ਕੋਈ ਇਸ ਜਗ੍ਹਾ ਆਪਣੇ ਖੂੰਖਾਰ ਸਾਥੀ ਉਸ ਖਤਰਨਾਕ ਕੁੱਤੇ ਨੂੰ ਦੁਨੀਆ ਦੀਆਂ ਨਜ਼ਰਾਂ ਤੋਂ ਬਚਾ ਕੇ ਰੱਖਦਾ ਸੀ। ਉੱਥੇ ਸਾਨੂੰ ਇੱਕ ਉਜੜੀ ਹੋਈ ਖਦਾਨ ਵੀ ਮਿਲੀ। ਇਹਦੇ ਇਲਾਵਾ ਉਹਨਾਂ ਟੁੱਟੀਆਂ ਭੱਜੀਆਂ ਕੋਠੜੀਆਂ ਦੇ ਉਜਾੜ ਖੰਡਰ ਵੀ ਮਿਲੇ, ਜਿਨ੍ਹਾਂ 'ਚ ਖਦਾਨ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਰਹਿੰਦੇ ਸੀ। ਲੱਗਦਾ ਕਿ ਇਸ ਪਾਸੇ ਦੀ ਦਲਦਲ 'ਚ ਉੱਠਦੀ ਭਿਆਨਕ ਬਦਬੂ ਨੂੰ ਨਹੀਂ ਸਹਿ ਸਕੇ, ਥੋੜੇ ਦਿਨਾਂ 'ਚ ਇੱਥੋਂ ਭੱਜ ਗਏ। ਉਹਨਾਂ 'ਚੋਂ ਇੱਕ ਵਿੱਚ ਇੱਕ ਕੁੰਡਾ ਤੇ ਸੰਗਲੀ ਦੇ ਨਾਲ ਹੱਡੀਆਂ ਦਾ ਢੇਰ ਵੀ ਮਿਲਿਆ, ਜਿਸ ਤੋਂ ਪਤਾ ਲੱਗਦਾ ਸੀ ਕਿ ਉਸ ਕੁੱਤੇ ਨੂੰ ਉੱਥੇ ਬੰਨ੍ਹ ਕੇ ਰੱਖਿਆ ਜਾਂਦਾ ਸੀ। ਹੱਡੀਆਂ ਦੇ ਢੇਰ ਦੇ ਕੋਲ ਇੱਕ ਨਿੱਕਾ ਜਿਹਾ ਪਿੰਜਰ ਪਿਆ ਸੀ, ਜਿਹਦੇ ਦੁਆਲੇ ਭੂਰੇ ਰੰਗ ਦੇ ਵਾਲ ਖਿਲ ਰਹੇ ਸਨ। ਇਹ ਤਾਂ ਕਿਸੇ ਕੁੱਤੇ ਦਾ ਪਿੰਜਰ ਏ, ਹੋਮਸ ਅਚਾਨਕ ਬੋਲਿਆ। ਉਸ ਘੁੰਗਰਾਲੇ ਵਾਲਾਂ ਵਾਲੇ ਛੋਟੇ ਜਿਹੇ ਸਪੇਨੀਅਲ ਕੁੱਤੇ ਦਾ ਵਿਚਾਰਾ ਮਾਰਟਿਮਰ ਹੁਣ ਆਪਣੇ ਇਸ ਪਿਆਰੇ ਕੁੱਤੇ ਨੂੰ ਕਦੇ ਨਹੀਂ ਦੇਖ ਸਕੇਗਾ। ਖੈਰ, ਮੈਂ ਨਹੀਂ ਸਮਝਦਾ ਕਿ ਇਸ ਜਗ੍ਹਾ ਕੋਈ ਅਜਿਹਾ ਰਹੱਸ ਲੁਕਿਆ ਹੋਏਗਾ ਜਿਹੜਾ ਅਸੀਂ ਪਹਿਲਾਂ ਨਹੀਂ ਜਾਣਦੇ। ਉਹ ਇੱਥੇ ਆਪਣੇ ਕੁੱਤੇ ਨੂੰ ਤਾਂ ਲੁਕਾ ਸਕਦਾ ਸੀ, ਪਰ ਉਹਦੀ ਆਵਾਜ਼ ਤਾਂ ਨਹੀਂ ਲੁਕਾ ਸਕਦਾ ਸੀ।
ਇਸ ਲਈ ਉਹ ਖਤਰਨਾਕ ਗੁਰਰਾਟਾਂ ਸੁਣਾਈ ਦਿੰਦੀਆਂ ਸੀ, ਜਿਹੜੀਆਂ ਦਿਨੇ ਵੀ ਭਿਆਨਕ ਲੱਗਦੀਆਂ ਸੀ। ਲੋੜ ਵੇਲੇ ਉਸ ਕੁੱਤੇ ਨੂੰ ਆਪਣੇ ਮਕਾਨ ਦੀ ਬਾਹਰਲੀ ਕੋਠੜੀ 'ਚ ਬੰਦ ਕਰ ਦਿੰਦਾ ਸੀ, ਪਰ ਉਹ ਖਤਰੇ ਵਾਲੀ ਗੱਲ ਹੁੰਦੀ ਸੀ, ਇਸ ਲਈ ਉਹ ਉਹਦਾ ਬੜੇ ਹੀ ਖਾਸ ਮੌਕੇ 'ਤੇ ਇਸਤੇਮਾਲ ਕਰਦਾ ਸੀ। ਇਸ ਡੱਬੇ 'ਚ ਇਹ ਜਿਹੜਾ ਪੇਸਟ ਹੈ, ਕੋਈ ਸ਼ੱਕ ਨਹੀਂ ਕਿ ਉਹੀ ਚਮਕਦਾਰ ਮਿਸ਼ਰਣ ਹੈ ਜਿਹਦਾ ਲੇਪ ਉਸ ਜਾਨਵਰ 'ਤੇ ਕਰਦਾ ਸੀ। ਜ਼ਾਹਰ ਹੈ ਕਿ ਉਹਦਾ ਵਿਚਾਰ ਉਹਦੇ ਦਿਮਾਗ 'ਚ ਉਸ ਪਿਸ਼ਾਚ ਕੁੱਤੇ ਦੀ ਖਾਨਦਾਨੀ ਕਥਾ ਕਰਕੇ ਹੀ ਆਇਆ ਸੀ, ਤੇ ਉਹਦਾ ਪ੍ਰਯੋਗ ਉਹਨੇ ਸਰ ਚਾਰਲਸ ਨੂੰ ਦਹਿਸ਼ਤ ਨਾਲ ਮੌਤ ਦੇ ਘਾਟ ਉਤਾਰਨ ਲਈ ਕੀਤਾ ਸੀ। ਕੋਈ ਹੈਰਾਨੀ ਨਹੀਂ ਕਿ ਉਹ ਭਗੌੜਾ ਕੈਦੀ ਚੀਕ ਕੇ ਭੱਜਿਆ ਹੋਵੇ, ਜਿਵੇਂ ਕਿਸੇ ਕਿੱਸਾ ਸਾਡੇ ਦੋਸਤ ਸਰ ਹੈਨਰੀ ਨੇ ਕੀਤਾ, ਤੇ ਸ਼ਾਇਦ ਅਸੀਂ ਵੀ ਕਰਦੇ ਜਦੋਂ ਕਿ ਉਹਨੇ ਉਸ ਅੱਗ ਉਗਲਦੇ ਭਿਆਨਕ ਆਕਾਰ ਨੂੰ ਜੰਗਲ ਦੇ ਹਨੇਰੇ ਝਟਪਟ ਆਪਣੇ ਵੱਲ ਆਉਂਦਿਆਂ ਦੇਖਿਆ ਸੀ। ਇੱਕ ਬੜੀ ਨੀਚਤਾ ਭਰੀ ਚਾਲ ਸੀ, ਕਿਉਂਕਿ ਆਪਣੇ ਸ਼ਿਕਾਰ ਨੂੰ ਦਹਿਸ਼ਤ ਦੇ ਮਾਰੇ ਮੌਤ ਦੇ ਘਾਟ ਉਤਾਰਨ ਪਿੱਛੋਂ ਭਲਾ ਕਿਸ ਕਿਸਾਨ ਤੇ ਪਿੰਡੂ ਵਾਲੇ ਵਿੱਚ ਇੰਨਾ ਹੌਸਲਾ ਸੀ ਕਿ ਉਸ ਬਾਰੇ ਚੰਗੀ ਤਰ੍ਹਾਂ ਜਾਣਨ ਸਮਝਣ 'ਚ ਉਹਦੇ ਕੋਲ ਜਾਣ ਦੀ ਹਿੰਮਤ ਕਰੇਗਾ, ਜਿਵੇਂ ਕਿ ਬਹੁਤ ਸਾਰੇ ਲੋਕਾਂ ਨੇ ਉਹਨੂੰ ਜੰਗਲ 'ਚ ਵੇਖਿਆ ਸੀ। ਮੈਂ ਤੁਹਾਨੂੰ ਲੰਦਨ 'ਚ ਕਿਹਾ ਸੀ ਵਾਟਸਨ, ਤੇ ਹੁਣ ਇੱਥੇ ਫੇਰ ਕਹਿਣਾ ਕਿ ਸਾਡਾ ਪਹਿਲਾ ਕਦੇ ਅਜਿਹੇ ਦੁਸ਼ਟ ਤੇ ਚਲਾਕ ਅਪਰਾਧੀ ਨਾਲ ਪੱਲਾ ਨਹੀਂ ਪਿਆ ਜਿਹੜਾ ਕਿ ਉੱਥੇ ਦਫਨ ਹੈ। ਕਹਿੰਦਿਆਂ ਹੋਇਆ ਉਹਨੇ ਆਪਣੀ ਉਂਗਲ ਨੂੰ ਉਸ ਹਰੇ ਰੰਗ ਦੀ ਧੱਬੇਦਾਰ ਵਿਸ਼ਾਲ ਦਲਦਲ ਵੱਲ ਸਿੰਨਿਆ, ਜਿਹੜੀ ਸੁੱਤੇ ਪਏ ਰਾਖਸ਼ ਵਾਂਗ ਦੂਰ ਜੰਗਲ ਦੀਆਂ ਧੁਰ ਢਲਵਾਨਾਂ ਤੱਕ ਪਸਰੀ ਹੋਈ ਸੀ। ਅਖੀਰਲਾ ਕਾਂਡ 15ਵਾਂ। ਖੁਲਾਸਾ। ਨਵੰਬਰ ਦੇ ਆਖਰੀ ਦਿਨ ਸਨ। ਮੈਂ ਤੇ ਹੋਮਸ ਇੱਕ ਰੁੱਖੜ ਜਿਹੀ ਧੁੰਦ ਭਰੀ ਰਾਤ ਨੂੰ ਬੇਕਰ ਸਟਰੀਟ ਵਾਲੇ ਆਪਣੇ ਸਿਟਿੰਗ ਰੂਮ 'ਚ ਆਤਿਸ਼ਦਾਨ ਦੇ ਇੱਧਰ ਉੱਧਰ ਬੈਠੇ ਅੱਗ ਸੇਕ ਰਹੇ ਸੀ। ਬਾਸਕਰਵਿਲੇ ਦੇ ਪਿਸ਼ਾਚ ਕੁੱਤੇ ਵਾਲੇ ਸਨਸਨੀ ਭਰਪੂਰ ਮਾਮਲੇ ਦੇ ਬਾਅਦ ਉਹ ਦੋ ਹੋਰ ਮਹੱਤਵਪੂਰਨ ਮਾਮਲਿਆਂ 'ਚ ਰੁੱਝ ਗਿਆ ਸੀ, ਜਿਨ੍ਹਾਂ ਬਾਰੇ ਵਿਸਥਾਰ ਨਾਲ ਮੈਂ ਫਿਰ ਕਦੇ ਦੱਸਾਂਗਾ। ਉਹਨਾਂ ਨਾਲ ਨਜਿੱਠਣ ਦੀ ਸਫਲਤਾ ਤੋਂ ਬਾਅਦ ਅੱਜ ਥੋੜ੍ਹੀ ਵੇਲ ਹੋਣ ਦੇ ਨਾਲ ਬੜੇ ਚੰਗੇ ਮੂਡ 'ਚ ਸੀ, ਇਸ ਲਈ ਮੈਂ ਉਸ ਨਾਲ ਬਾਸਕਰਵਿਲੇ ਵਾਲੇ ਕੇਸ ਦੀ ਗੱਲ ਛੇੜ ਲਈ। ਸਰ ਹੈਨਰੀ ਤੇ ਡਾਕਟਰ ਮਾਰਟਿਮਰ ਵੀ ਆਪਣੇ ਉਸ ਸਮੁੰਦਰ ਯਾਤਰਾ ਤੇ ਰਵਾਨਾ ਹੋਣ ਲਈ ਉਸ ਸਮੇਂ ਲੰਦਨ ਆਏ ਹੋਏ ਸਨ, ਜੋ ਸਰ ਹੈਨਰੀ ਨੂੰ ਮਾਨਸਿਕ ਦਬਾਅ 'ਚੋਂ ਉਭਾਰ ਕੇ ਪੂਰੀ ਤਰ੍ਹਾਂ ਤੰਦਰੁਸਤ ਹੋਣ ਲਈ ਸੁਝਾਈ ਗਈ ਸੀ। ਉਹ ਦੋਵੇਂ ਉਸ ਦਿਨ ਦੁਪਹਿਰ ਬਾਅਦ ਮਿਲਣ ਲਈ ਆਏ ਸਨ, ਇਸ ਲਈ ਜ਼ਾਹਰ ਸੀ ਕਿ ਉਸ ਵਿਸ਼ੇ ਉੱਪਰ ਕੁਝ ਚਰਚਾ ਵਗੈਰਾ ਤਾਂ ਹੋਣੀ ਸੀ। ਘਟਨਾਵਾਂ ਦੇ ਉਸ ਪੂਰੇ ਸਿਲਸਿਲੇ ਨੂੰ ਹੋਮਸ ਨੇ ਕਹਿਣਾ ਸ਼ੁਰੂ ਕੀਤਾ, ਜੇ ਅਸੀਂ ਉਸ ਆਦਮੀ ਜਿਹੜਾ ਆਪਣੇ ਆਪ ਨੂੰ ਸਟੇਪਲਟਨ ਕਹਿੰਦਾ ਸੀ ਦੇ ਨਜ਼ਰੀਏ ਨਾਲ ਦੇਖੀਏ ਤਾਂ ਬਿਲਕੁਲ ਸਿੱਧਾ ਤੇ ਸਰਲ ਜਿਹਾ ਹੀ ਸੀ, ਜਦਕਿ ਸ਼ੁਰੂ 'ਚ ਸਾਨੂੰ ਬੜਾ ਟੇਢਾ ਤੇ ਉਲਝਿਆ ਹੋਇਆ ਜਾਪਦਾ ਸੀ, ਕਿਉਂਕਿ ਅਸੀਂ ਉਹਦੇ ਅਸਲ ਉਦੇਸ਼ ਨੂੰ ਸਮਝ ਨਹੀਂ ਸੀ ਸਕੇ। ਮੈਨੂੰ ਮਿਸਿਸ ਸਟੇਪਲਟਨ ਨਾਲ 2 ਵਾਰੀ ਗੱਲਬਾਤ ਕਰਨ ਦਾ ਮੌਕਾ ਮਿਲਿਆ, ਜਿਸ ਨਾਲ ਇਹ ਸਾਰਾ ਮਾਮਲਾ ਸ਼ੀਸ਼ੇ ਵਾਂਗ ਸਾਫ਼ ਹੋ ਗਿਆ ਸੀ। ਮੈਂ ਨਹੀਂ ਸਮਝਦਾ ਕਿ ਹੁਣ ਕੋਈ ਇਹੋ ਜਿਹੀ ਗੱਲ ਬਾਕੀ ਰਹਿ ਗਈ ਏ ਜਿਹੜੀ ਸਾਡੇ ਲਈ ਰਹੱਸ ਹੋਏ। ਫਿਰ ਵੀ ਜੇ ਤੁਸੀਂ ਕਿਸੇ ਗੱਲ ਨੂੰ ਹੋਰ ਜ਼ਿਆਦਾ ਬਿਹਤਰ ਢੰਗ ਨਾਲ ਸਮਝਣਾ ਚਾਹੁੰਦੇ ਹੋ ਤਾਂ ਮੇਰੇ ਕੇਸਾਂ ਦੀ ਸੂਚੀ 'ਚ 20 ਸਿਰਲੇਖ ਵਾਲੀ ਲਿਸਟ ਦੇਖ ਲਓ। ਬਿਹਤਰ ਹੋਏਗਾ ਤੁਸੀਂ ਇਹ ਸਾਰੇ ਵੇਰਵੇ ਆਪਣੀ ਯਾਦਦਾਸ਼ਤ ਦੇ ਆਧਾਰ ਤੇ ਹੀ ਦੱਸ ਦੇਣਾ, ਪਰ ਇਸ ਗੱਲ ਦੀ ਕੋਈ ਗਰੰਟੀ ਨਹੀਂ ਕਿ ਸਾਰੇ ਤੱਥ ਮੇਰੇ ਦਿਮਾਗ 'ਚ ਮੌਜੂਦ ਹੋਣਗੇ। ਵਧੇਰੇ ਮਾਨਸਿਕ ਇਕਾਗਰਤਾ ਬੜੀ ਅਨੋਖੇ ਢੰਗ ਨਾਲ ਅਤੀਤ ਦੇ ਰਸਤੇ 'ਚ ਪਾੜੇ ਪੁੱਟ ਦਿੰਦੀ ਹੈ। ਆਪਣੇ ਮੁਕੱਦਮੇ ਦੇ ਸਾਰੇ ਨੁਕਤੇ ਜਿਸ ਵਕੀਲ ਦੀਆਂ ਉਂਗਲਾਂ ਤੇ ਹੁੰਦੇ ਨੇ ਤੇ ਜਿਨ੍ਹਾਂ ਬਾਰੇ ਉਹ ਅਦਾਲਤ 'ਚ ਧਮਾਕੇਦਾਰ ਬਹਿਸ ਕਰਦਾ ਰਿਹਾ ਸੀ, ਉਹੀ ਵਕੀਲ ਮੁਕੱਦਮੇ ਦੀ ਸਮਾਪਤੀ ਦੇ 1 ਹਫ਼ਤੇ ਬਾਅਦ ਉਸ ਨਾਲ ਸੰਬੰਧਿਤ ਲਗਭਗ ਸਾਰੀਆਂ ਗੱਲਾਂ ਭੁੱਲ ਜਾਏਗਾ, ਕਿਉਂਕਿ ਹੁਣ ਉਹਦੀ ਇਕਾਗਰਤਾ ਇੱਕ ਨਵੇਂ ਕੇਸ ਤੇ ਕੇਂਦਰਿਤ ਹੋ ਚੁੱਕੀ ਹੋਏਗੀ। ਪਿਛਲੇ ਉਹਨਾਂ ਕੇਸਾਂ ਕਰਕੇ ਮੈਂ ਬਾਸਕਰਵਿਲੇ ਵਾਲੇ ਮਾਮਲੇ ਨੂੰ ਪੂਰੀ ਤਰ੍ਹਾਂ ਆਪਣੇ ਦਿਮਾਗ 'ਚੋਂ ਕੱਢ ਚੁੱਕਿਆ। ਹੁਣ ਕੋਈ ਨਵਾਂ ਮਾਮਲਾ ਹੱਥ 'ਚ ਆ ਗਿਆ ਤਾਂ ਉਹਨਾਂ ਦੋਵਾਂ ਮਾਮਲਿਆਂ ਨੂੰ ਭੁੱਲ ਜਾਵਾਂਗਾ। ਚਲੋ ਖੈਰ, ਜਿੱਥੋਂ ਤੱਕ ਇਸ ਪਿਸ਼ਾਚ ਕੁੱਤੇ ਵਾਲੇ ਕੇਸ ਦੀ ਗੱਲ ਹੈ ਤਾਂ ਇਸ ਬਾਰੇ ਮੈਂ ਸਾਰੇ ਘਟਨਾ ਚੱਕਰ ਨੂੰ ਇੱਕ ਵਾਰ ਫੇਰ ਤੁਹਾਡੇ ਸਾਹਮਣੇ ਪੇਸ਼ ਕਰ ਦੇਣਾ, ਤੇ ਜੇ ਕਿਤੇ ਕੁਝ ਭੁੱਲ ਜਾਵਾਂ ਤੇ ਤੁਸੀਂ ਮੈਨੂੰ ਯਾਦ ਕਰਵਾ ਦੇਣਾ। ਮੇਰੀ ਤਹਿਕੀਕਾਤ ਨੇ ਗੱਲ ਸਪਸ਼ਟ ਤੌਰ ਤੇ ਸਾਬਤ ਕਰ ਦਿੱਤੀ ਕਿ ਪਰਿਵਾਰਕ ਪੋਰਟਰੇਟ ਝੂਠ ਨਹੀਂ ਬੋਲਦੇ ਤੇ ਉਹ ਆਦਮੀ ਅਸਲ 'ਚ ਬਾਸਕਰਵਿਲੇ ਵੰਸ਼ ਨਾਲ ਸੰਬੰਧਿਤ ਸੀ। ਉਹ ਸਰ ਚਾਰਲਸ ਦੇ ਛੋਟੇ ਭਰਾ ਰੋਜਰ ਬਾਸਕਰਵਿਲੇ ਦਾ ਬੇਟਾ ਸੀ, ਜਿਹੜਾ ਆਪਣੀਆਂ ਬਦਨਾਮੀਆਂ ਦੇ ਨਾਲ ਸਾਊਥ ਅਮਰੀਕਾ ਭੱਜ ਗਿਆ ਸੀ ਤੇ ਜਿਸ ਬਾਰੇ ਮਸ਼ਹੂਰ ਹੈ ਕਿ ਉੱਥੇ ਕੁਆਰਾ ਹੀ ਮਰ ਗਿਆ ਸੀ। ਪਰ ਸੱਚਾਈ ਇਹ ਹੈ ਕਿ ਉਹਨੇ ਉੱਥੇ ਸ਼ਾਦੀ ਕੀਤੀ ਸੀ ਤੇ ਉਹਦੇ ਇੱਕ ਬੇਟਾ ਵੀ ਹੋਇਆ ਸੀ। ਇਹੀ ਆਦਮੀ ਸਟੇਪਲਟਨ ਸੀ
ਜਿਹੜਾ ਆਪਣੇ ਪਿਓ ਨਾਲੋਂ ਵੀ ਵੱਧ ਬਦਮਾਸ਼ ਸੀ, ਤੇ ਇਹਨੇ ਆਪਣੇ ਪਤਾ ਨਹੀਂ ਕਿੰਨੇ ਨਾਂ ਰੱਖੇ ਹੋਏ ਸੀ। ਚਲੋ ਖੈਰ, ਇਹਨੇ ਬੈਰਿਲ ਗਾਰਸੀਆ ਨਾਲ ਵਿਆਹ ਕਰਵਾ ਲਿਆ, ਜਿਹੜੀ ਕੋਸਟਾਰੀਕਾ ਦੀਆਂ ਸੁੰਦਰੀਆਂ ਚੋਂ ਇੱਕ ਸੀ, ਤੇ ਉੱਥੇ ਪਬਲਿਕ ਫੰਡ ਦਾ ਇੱਕ ਬਹੁਤ ਵੱਡਾ ਘਪਲਾ ਕਰਨ ਪਿੱਛੋਂ ਇੰਗਲੈਂਡ ਭੱਜ ਆਇਆ। ਇੱਥੇ ਉਹਨੇ ਆਪਣਾ ਨਾਂ ਵੰਡਲੇਵਰ ਰੱਖ ਲਿਆ ਤੇ ਯਾਰਕਸ਼ਾਇਰ ਸਕੂਲ ਦੀ ਸਥਾਪਨਾ ਕੀਤੀ। ਇੱਥੇ ਪਹੁੰਚਣ ਪਿੱਛੋਂ ਇਹ ਕੰਮ ਕਰਨ ਦਾ ਕਾਰਨ ਇਹ ਸੀ ਕਿ ਇੱਥੇ ਆਉਂਦਿਆਂ ਹੋਇਆਂ ਜਹਾਜ਼ 'ਚ ਉਹਦੀ ਮੁਲਾਕਾਤ ਇੱਕ ਅਧਿਆਪਕ ਨਾਲ ਹੋ ਗਈ ਸੀ, ਜਿਹੜਾ ਤਪਦਿਕ ਦਾ ਮਰੀਜ਼ ਸੀ। ਇਹਨੇ ਉਸ ਆਦਮੀ ਦੀ ਕਾਬਲੀਅਤ ਦਾ ਇਸਤੇਮਾਲ ਆਪਣੇ ਸਕੂਲ ਨੂੰ ਸਫਲ ਬਣਾਉਣ ਲਈ ਕੀਤਾ, ਪਰ ਬਾਅਦ 'ਚ ਅਧਿਆਪਕ ਮਰ ਗਿਆ ਤੇ ਉਹਦੇ ਮਰਨ ਦੇ ਨਾਲ ਹੀ ਸਕੂਲ ਵੀ ਬਦਨਾਮੀ ਦੇ ਟੋਏ 'ਚ ਜਾ ਪਿਆ। ਸੋ ਵਾਂਡੇਲਿਊਰ ਜੋੜੇ ਨੂੰ ਆਪਣਾ ਬਚਿਆ ਖੁਚਿਆ ਪੈਸਾ ਸਮੇਟ ਕੇ ਇੱਥੋਂ ਵੀ ਭੱਜਣਾ ਪਿਆ ਤੇ ਉਹ ਸਟੇਪਲਟਨ ਦੇ ਨਾਂ ਨਾਲ ਇੰਗਲੈਂਡ ਦੇ ਦੱਖਣੀ ਹਿੱਸੇ 'ਚ ਆ ਕੇ ਰਹਿਣ ਲੱਗਾ, ਜਿੱਥੇ ਉਹ ਆਪਣੇ ਕੀੜੇ ਪਤੰਗਿਆਂ ਦੇ ਸ਼ੌਕ 'ਚ ਲੱਗਾ ਰਿਹਾ। ਵੈਸੇ ਮੈਂ ਤੁਹਾਨੂੰ ਇਹ ਦੱਸਦੇ ਹਾਂ ਕਿ ਇਹ ਉਹਦਾ ਕੋਈ ਸਧਾਰਨ ਸ਼ੌਕੀ ਨਹੀਂ ਸੀ, ਬਲਕਿ ਬ੍ਰਿਟਿਸ਼ ਮਿਊਜ਼ੀਅਮ ਤੋਂ ਸਾਨੂੰ ਪਤਾ ਲੱਗਾ ਹੈ ਕਿ ਇਹ ਕਰਮੀ ਸ਼ਾਸਤਰੀ ਦੇ ਰੂਪ 'ਚ ਉਹਦਾ ਖਾਸਾ ਨਾਂ ਸੀ ਤੇ ਕੀੜੇ ਪਤੰਗਿਆਂ ਬਾਰੇ ਉਹਨੂੰ ਇੱਕ ਸਥਾਪਿਤ ਵਿਦਵਾਨ ਮੰਨਿਆ ਜਾਂਦਾ ਸੀ। ਇੱਥੋਂ ਤੱਕ ਕਿ ਕਿਸੇ ਵਿਸ਼ੇਸ਼ ਕੀੜੇ ਦਾ ਨਾਂ ਵੈਂਡਲਿਊਰ ਰੱਖ ਕੇ ਉਹਨੂੰ ਸਨਮਾਨਿਤ ਵੀ ਕੀਤਾ ਗਿਆ ਸੀ, ਜਿਹਦਾ ਕਿ ਉਹਨੇ ਆਪਣੀ ਯਾਰਕਸ਼ਾਇਰ ਵਾਲੇ ਦਿਨਾਂ ਦੌਰਾਨ ਪਹਿਲੀ ਵਾਰ ਪਤਾ ਲਾਇਆ ਸੀ। ਖੈਰ, ਹੁਣ ਅਸੀਂ ਉਹਦੀ ਜ਼ਿੰਦਗੀ ਦੇ ਉਸ ਹਿੱਸੇ ਵੱਲ ਆਉਂਦੇ ਹਾਂ ਜਿਹੜਾ ਸਾਡੇ ਲਈ ਸਭ ਤੋਂ ਵੱਧ ਦਿਲਚਸਪੀ ਦਾ ਵਿਸ਼ਾ ਬਣਿਆ ਹੋਇਆ ਹੈ। ਉਸ ਆਦਮੀ ਨੇ ਆਪਣੇ ਤੌਰ ਤੇ ਪੁੱਛ ਪੜਤਾਲ ਕੀਤੀ ਤੇ ਇਸ ਨਤੀਜੇ ਤੇ ਪਹੁੰਚਿਆ ਕਿ ਸਿਰਫ 2 ਜ਼ਿੰਦਗੀਆਂ ਹੀ ਨੇ ਜੋ ਉਹਦੇ ਤੇ ਅਤ ਕੀਮਤੀ ਜਾਇਦਾਦ ਦੇ ਵਿਚਕਾਰ ਰਸਤਾ ਰੋਕ ਕੇ ਖੜੀਆਂ ਨੇ। ਮੈਂ ਸਮਝਦਾ ਹਾਂ ਕਿ ਜਦੋਂ ਪਹਿਲੀ ਵਾਰੀ ਉਹ ਡੇਵਨਸ਼ਾਇਰ ਪਹੁੰਚਿਆ ਤਾਂ ਉਸ ਸਮੇਂ ਉਹਦੇ ਦਿਮਾਗ 'ਚ ਸਾਜ਼ਿਸ਼ ਤਾਂ ਸੀ, ਪਰ ਉਹ ਸ਼ਾਇਦ ਪੂਰੀ ਤਰ੍ਹਾਂ ਸਪਸ਼ਟ ਨਹੀਂ ਸੀ। ਇਸ ਗੱਲ ਦਾ ਪਤਾ ਇਸ ਤੋਂ ਲੱਗਦਾ ਹੈ ਕਿ ਉਹਨੇ ਆਪਣੀ ਪਤਨੀ ਨੂੰ ਇਸਤੇਮਾਲ ਕਰਨ ਦਾ ਇਰਾਦਾ ਤਾਂ ਪਹਿਲਾਂ ਹੀ ਬਣਾ ਲਿਆ ਸੀ, ਇਸੇ ਲਈ ਉਹਨੇ ਉੱਥੇ ਉਹਦਾ ਆਪਣੀ ਭੈਣ ਦੇ ਰੂਪ 'ਚ ਪ੍ਰਚਾਰ ਕੀਤਾ ਸੀ। ਉਸ ਜਾਇਦਾਦ ਨੂੰ ਹਾਸਲ ਕਰਨ ਲਈ ਕੁਝ ਵੀ ਕਰਨ ਤੇ ਕੋਈ ਵੀ ਖਤਰਾ ਮੁੱਲ ਲੈਣ ਲਈ ਤਿਆਰ ਸੀ। ਇਸ ਲਈ ਉਹਨੇ ਰਹਿਣ ਦਾ ਠਿਕਾਣਾ ਵੀ ਆਪਣੀ ਖਾਨਦਾਨੀ ਹਵੇਲੀ ਕੋਲ ਹੀ ਬਣਾਇਆ ਤੇ ਉਸ ਪਿੱਛੋਂ ਇੱਕ ਗੁਆਂਢੀ ਦੇ ਰੂਪ 'ਚ ਸਰ ਚਾਰਲਸ ਬਾਸਕਰਵਿਲੇ ਨਾਲ ਜਾਣ ਪਛਾਣ ਕਰਕੇ ਨੇੜਤਾ ਵਧਾਈ। ਸਰ ਚਾਰਲਸ ਨੇ ਖੁਦ ਹੀ ਇਹਨੂੰ ਆਪਣੇ ਪਰਿਵਾਰਕ ਸਰਾਪ ਤੇ ਉਸ ਪਿਸ਼ਾਚ ਕੁੱਤੇ ਵਾਲੀ ਕਹਾਣੀ ਸੁਣਾਈ ਤੇ ਇਸ ਤਰ੍ਹਾਂ ਆਪਣੀ ਮੌਤ ਦਾ ਰਸਤਾ ਖੁਦ ਹੀ ਤਿਆਰ ਕਰ ਲਿਆ। ਸਟੇਪਲਟਨ, ਮੈਂ ਸਮਝਦਾ ਹਾਂ ਕਿ ਇਸ ਨਾਂ ਨਾਲ ਚੇਤੇ ਕਰਨਾ ਠੀਕ ਰਹੇਗਾ, ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਕਿ ਸਰ ਚਾਰਲਸ ਦਾ ਦਿਲ ਕਮਜ਼ੋਰ ਹੈ ਤੇ ਕੋਈ ਵੀ ਜ਼ਬਰਦਸਤ ਮਾਨਸਿਕ ਦਬਾਅ ਉਹਨੂੰ ਮੌਤ ਦੀ ਖਾਈ 'ਚ ਧੱਕ ਸਕਦਾ ਹੈ। ਇਹ ਜਾਣਕਾਰੀ ਉਹਨੂੰ ਡਾਕਟਰ ਮਾਰਟਿਮਰ ਤੋਂ ਹਾਸਲ ਹੋ ਗਈ ਸੀ। ਉਹਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਸਰ ਚਾਰਲਸ ਬੇਹੱਦ ਅੰਧ ਵਿਸ਼ਵਾਸੀ ਨੇ ਤੇ ਉਸ ਪਿਸ਼ਾਚ ਕੁੱਤੇ ਵਾਲੀ ਮਨਹੂਸ ਕਥਾ ਤੇ ਪੂਰੀ ਤਰ੍ਹਾਂ ਵਿਸ਼ਵਾਸ ਕਰਦੇ ਸਨ। ਉਹਦੇ ਵਿਲੱਖਣ ਦਿਮਾਗ 'ਚ ਫੌਰਨ ਹੀ ਉਹ ਤਰਤੀਬ ਉੱਭਰ ਕੇ ਆ ਗਈ, ਜਿਸ ਨਾਲ ਕਹਿਣਾ ਚਾਹੀਦਾ ਕਿ ਸੱਪ ਵੀ ਮਰ ਜਾਏ, ਸੋਟੀ ਵੀ ਨਾ ਟੁੱਟੇ, ਯਾਨੀ ਸਰ ਚਾਰਲਸ ਦੀ ਮੌਤ ਵੀ ਹੋ ਜਾਏ ਤੇ ਅਸਲੀ ਹਥਿਆਰੇ ਤੇ ਕਿਸੇ ਨੂੰ ਸ਼ੱਕ ਵੀ ਨਾ ਹੋਏ। ਇਸ ਤਰਕੀਬ ਦੇ ਦਿਮਾਗ 'ਚ ਆਉਂਦਿਆਂ ਹੀ ਉਹ ਇਹਨੂੰ ਬਹੁਤ ਹੀ ਕਾਰੀਗਰੀ ਨਾਲ ਅੰਜਾਮ ਦੇਣ 'ਚ ਜੁਟ ਗਿਆ। ਕੋਈ ਮਾਮੂਲੀ ਛੜਯੰਤਰਕਾਰੀ ਕਿਸੇ ਵੀ ਖਤਰਨਾਕ ਕਿਸਮ ਦੇ ਕੁੱਤੇ ਨਾਲ ਕੰਮ ਚਲਾ ਲੈਣ ਦੀ ਕੋਸ਼ਿਸ਼ ਕਰਦਾ, ਪਰ ਇਸ ਆਦਮੀ ਦਾ ਦਿਮਾਗ ਕਿੰਨੇ ਗਜ਼ਬ ਦਾ ਸੀ, ਇਹ ਗੱਲ ਇਸੇ ਤੋਂ ਸਾਬਤ ਹੁੰਦੀ ਹੈ ਕਿ ਉਹਨੇ ਕੁੱਤੇ ਨੂੰ ਹੋਰ ਵੀ ਸ਼ੈਤਾਨੀ ਤੇ ਪਿਸ਼ਾਚਕ ਰੂਪ ਦੇਣ ਲਈ ਫਾਸਫੋਰਸ ਦੇ ਉਸ ਮਿਸ਼ਰਨ ਦਾ ਸਹਾਰਾ ਲਿਆ। ਉਹ ਕੁੱਤਾ ਵੀ ਉਹਨੇ ਰੌਸ ਐਂਡ ਮੈਂਗਲਸ ਨਾਂ ਦੀ ਫਰਮ ਤੋਂ ਖਰੀਦਿਆ, ਜੋ ਫੁਲਹਮ ਰੋਡ ਤੇ ਕੁੱਤਿਆਂ ਦੇ ਵੱਡੇ ਵਪਾਰੀ ਨੇ। ਉਹਨਾਂ ਕੋਲ ਜਿੰਨੇ ਵੀ ਕੁੱਤੇ ਸੀ, ਉਹਨਾਂ 'ਚੋਂ ਉਹ ਕੁੱਤਾ ਸਭ ਤੋਂ ਵੱਧ ਨਰੋਆ ਤੇ ਖਤਰਨਾਕ ਸੀ। ਉਹਨੇ ਉਸ ਕੁੱਤੇ ਨੂੰ ਖਰੀਦ ਲਿਆ ਤੇ ਟ੍ਰੇਨ ਦੁਆਰਾ ਉੱਤਰੀ ਡੇਵਨ ਦੀ ਸਾਈਡ ਤੋਂ ਹੁੰਦਾ ਹੋਇਆ ਜੰਗਲ ਦੇ ਦੂਜੇ ਕਿਨਾਰੇ ਤੋਂ ਪੈਦਲ ਸਫ਼ਰ ਕਰਦਾ ਹੋਇਆ ਇੱਥੋਂ ਤੱਕ ਲੈ ਆਇਆ, ਤਾਂ ਕਿ ਉਹ ਇਸ ਇਲਾਕੇ ਦੇ ਲੋਕਾਂ ਦੀ ਨਜ਼ਰ ਨਾ ਆਏ। ਆਪਣੇ ਉਸ ਤਿਤਲੀਆਂ ਤੇ ਕੀੜੇ ਪਤੰਗਿਆਂ ਦੀ ਭਾਲ ਦੇ ਸ਼ੌਕ ਕਰਕੇ ਇੱਧਰ ਉੱਧਰ ਘੁੰਮਦੇ ਰਹਿਣ ਕਾਰਨ ਉਹ ਨਾ ਸਿਰਫ ਪੂਰੇ ਜੰਗਲ ਦਾ ਜਾਣੂ ਹੋ ਗਿਆ, ਬਲਕਿ ਉਹ ਗ੍ਰੇਟ ਗ੍ਰਿਮ ਪੇਨ ਮਾਇਰ ਨਾਂ ਦੇ ਵਿਸ਼ਾਲ ਦਲਦਲ ਨੂੰ ਵੀ ਪਾਰ ਕਰਕੇ ਇੱਕ ਅਜਿਹਾ ਰਸਤਾ ਲੱਭਣ 'ਚ ਵੀ ਕਾਮਯਾਬ ਹੋ ਗਿਆ ਜਿੱਥੇ ਉਸ ਖਤਰਨਾਕ ਕੁੱਤੇ ਨੂੰ ਪੂਰੀ ਸੁਰੱਖਿਆ ਨਾਲ ਲੁਕਾਇਆ ਜਾ ਸਕਦਾ ਸੀ। ਉੱਥੇ ਹੀ ਉਹਨੇ ਉਸ ਕੁੱਤੇ ਨੂੰ ਰੱਖਿਆ ਤੇ ਆਪਣੇ ਮੌਕੇ ਦੀ ਉਡੀਕ ਕਰਨ ਲੱਗਾ। ਪਰ ਇਸ ਵਿੱਚ ਥੋੜਾ ਸਮਾਂ ਲੱਗਣਾ ਸੀ, ਕਿਉਂਕਿ ਸਰ ਚਾਰਲਸ ਨੂੰ ਕਿਸੇ ਵੀ ਬਹਾਨੇ ਰਾਤ ਨੂੰ ਹਵੇਲੀ 'ਚੋਂ ਬਾਹਰ ਕੱਢਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਸੀ। ਕਈ ਵਾਰ ਸਟੇਪਲਟਨ ਰਾਤ ਦੇ ਹਨੇਰੇ 'ਚ ਆਪਣੇ ਕੁੱਤੇ ਨਾਲ ਹਵੇਲੀ ਦੇ ਆਲੇ ਦੁਆਲੇ ਘੁੰਮਦਾ ਰਿਹਾ, ਪਰ ਸਰ ਚਾਰਲਸ ਨੇ ਹਨੇਰਾ ਹੋਣ ਤੋਂ ਬਾਅਦ ਕਦੀ ਵੀ ਹਵੇਲੀ 'ਚੋਂ ਬਾਹਰ ਪੈਰ ਨਹੀਂ ਕੱਢਿਆ। ਇਹ ਸਟੇਪਲਟਨ ਦੀਆਂ ਉਹ ਅਸਫਲ ਰਾਤਾਂ ਸਨ ਜਦੋਂ ਪਿੰਡ ਦੇ ਕਿਸਾਨਾਂ ਤੇ ਚਰਵਾਇਆਂ ਨੇ ਉਹਦੇ ਸਾਥੀ ਉਸ ਕੁੱਤੇ ਨੂੰ ਦੇਖਿਆ, ਜਿਹਦਾ ਨਤੀਜਾ ਇਹ ਹੋਇਆ
ਕਿ ਉਸ ਪਿਸ਼ਾਚ ਕੁੱਤੇ ਦੀ ਕਹਾਣੀ ਨੂੰ ਫਿਰ ਨਵਾਂ ਬਲ ਮਿਲ ਗਿਆ। ਉਹਦਾ ਖਿਆਲ ਸੀ ਕਿ ਉਹਦੀ ਪਤਨੀ ਸਰ ਚਾਰਲਸ ਨੂੰ ਲਲਚਾ ਕੇ ਉਹਦੇ ਜਾਲ 'ਚ ਫਸਾ ਦੇਗੀ। ਇੱਥੇ ਉਸ ਔਰਤ ਨੇ ਆਪਣੀ ਆਜ਼ਾਦ ਸ਼ਖਸੀਅਤ ਦਾ ਪੂਰੀ ਤਰ੍ਹਾਂ ਸਬੂਤ ਦਿੱਤਾ ਤੇ ਸਾਫ਼ ਇਨਕਾਰ ਕਰ ਦਿੱਤਾ ਕਿ ਉਹ ਕਿਸੇ ਆਦਮੀ ਦੀ ਜਾਨ ਲੈਣ ਦੀ ਸਾਜ਼ਿਸ਼ 'ਚ ਕਤਈ ਸ਼ਾਮਲ ਨਹੀਂ ਹੋਏਗੀ। ਉਹਨੇ ਉਹਨੂੰ ਧਮਕਾਇਆ, ਬਲਕਿ ਇਹ ਕਹਿੰਦਿਆਂ ਹੋਇਆ ਬੇਹੱਦ ਅਫਸੋਸ ਹੋ ਰਿਹਾ ਹੈ ਕਿ ਉਹਨੇ ਉਹਨੂੰ ਕੁੱਟਿਆ ਮਾਰਿਆ ਵੀ, ਪਰ ਉਸ ਔਰਤ ਨੂੰ ਆਪਣੇ ਮਜ਼ਬੂਤ ਇਰਾਦੇ ਤੋਂ ਡੇਗ ਨਾ ਸਕਿਆ। ਨਤੀਜਾ ਇਹ ਹੋਇਆ ਕਿ ਸਟੇਪਲਟਨ ਕੁਝ ਸਮੇਂ ਲਈ ਅਟਕ ਕੇ ਰਹਿ ਗਿਆ। ਆਖਿਰ ਇੱਕ ਵਿਸ਼ੇਸ਼ ਸੰਜੋਗ ਕਾਰਨ ਉਹਨੂੰ ਆਪਣੀ ਉਸ ਮੁਸ਼ਕਲ ਤੋਂ ਛੁਟਕਾਰਾ ਪਾਉਣ ਦਾ ਉਪਾਅ ਮਿਲ ਗਿਆ। ਉਹ ਕਿਉਂਕਿ ਸਰ ਚਾਰਲਸ ਨਾਲ ਕਾਫੀ ਨੇੜਤਾ ਬਣਾਉਣ 'ਚ ਕਾਮਯਾਬ ਹੋ ਗਿਆ ਸੀ, ਇਸ ਲਈ ਉਹ ਉਸਦੇ ਰਾਹੀਂ ਉਹਨਾਂ ਲੋਕਾਂ ਤੱਕ ਪਹੁੰਚ ਬਣਾਉਣ ਲੱਗਾ ਜਿਨ੍ਹਾਂ ਦੀ ਉਹ ਆਰਥਿਕ ਮਦਦ ਕਰਦੇ ਸੀ। ਇਸ ਤਰ੍ਹਾਂ ਸਟੇਪਲਟਨ ਦੀ ਲਾਰਾ ਲਿਓਨਸ ਨਾਲ ਮੁਲਾਕਾਤ ਹੋਈ, ਜਿਹਦੇ ਸਾਹਮਣੇ ਉਹਨੇ ਆਪਣੇ ਆਪ ਨੂੰ ਇੱਕ ਕੁਆਰੇ ਆਦਮੀ ਦੇ ਰੂਪ 'ਚ ਪੇਸ਼ ਕੀਤਾ ਤੇ ਜਲਦੀ ਉਹਨੂੰ ਪੂਰੀ ਤਰ੍ਹਾਂ ਆਪਣੇ ਪ੍ਰਭਾਵ 'ਚ ਲੈ ਲਿਆ। ਉਹਨੇ ਉਸ ਬਦਨਸੀਬ ਔਰਤ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਜੇ ਉਹ ਆਪਣੇ ਪਤੀ ਤੋਂ ਤਲਾਕ ਲੈ ਲਏ ਤਾਂ ਉਹ ਉਸ ਨਾਲ ਵਿਆਹ ਕਰ ਲਏਗਾ। ਉਹਦੀ ਸਾਜ਼ਿਸ਼ ਦਾ ਸਿਲਸਿਲਾ ਅਚਾਨਕ ਹੀ ਉਦੋਂ ਤੇਜ਼ੀ ਨਾਲ ਸ਼ੁਰੂ ਹੋ ਗਿਆ ਜਦੋਂ ਉਹਨੂੰ ਇਹ ਪਤਾ ਲੱਗਾ ਕਿ ਡਾਕਟਰ ਮਾਰਟਿਮਰ ਦੀ ਸਲਾਹ ਤੇ ਸਰ ਚਾਰਲਸ ਹਵੇਲੀ ਛੱਡ ਕੇ ਲੰਦਨ ਜਾਣ ਦੀ ਤਿਆਰੀ ਕਰ ਰਹੇ ਨੇ, ਜਿਸ ਨਾਲ ਉਸਨੇ ਵੀ ਖੁੱਲ੍ਹ ਕੇ ਆਪਣੀ ਸਹਿਮਤੀ ਦਿਖਾਈ। ਹੁਣ ਉਹ ਜਲਦੀ ਨਾਲ ਆਪਣੀ ਸਾਜ਼ਿਸ਼ ਨੂੰ ਅਮਲੀ ਰੂਪ ਦੇਣ ਲਈ ਮਜਬੂਰ ਹੋ ਗਿਆ ਸੀ, ਨਹੀਂ ਤਾਂ ਉਹਦਾ ਸ਼ਿਕਾਰ ਉਹਦੀ ਪਹੁੰਚ ਤੋਂ ਦੂਰ ਨਿਕਲ ਜਾਂਦਾ। ਇਸ ਲਈ ਉਹਨੇ ਮਿਸਿਸ ਲਿਓਨਸ ਦੇ ਉਹ ਖਤ ਲਿਖਣ ਲਈ ਦਬਾਅ ਪਾਇਆ, ਜਿਸ 'ਚ ਬੇਨਤੀ ਕੀਤੀ ਗਈ ਕਿ ਉਹ ਲੰਦਨ ਜਾਣ ਤੋਂ ਇੱਕ ਰਾਤ ਪਹਿਲਾਂ ਉਹਨੂੰ ਜ਼ਰੂਰ ਮਿਲ ਲੈਣ। ਬਾਅਦ 'ਚ ਉਹਨੇ ਆਪਣੀਆਂ ਵਿਸ਼ੇਸ਼ ਦਲੀਲਾਂ ਨਾਲ ਉਸ ਔਰਤ ਨੂੰ ਮੁਲਾਕਾਤ ਲਈ ਜਾਣ ਤੋਂ ਰੋਕ ਵੀ ਦਿੱਤਾ। ਇਸ ਤਰ੍ਹਾਂ ਉਹਨੇ ਉਹ ਮੌਕਾ ਹਾਸਲ ਕਰ ਲਿਆ ਜਿਹਦੀ ਉਹਨੂੰ ਉਡੀਕ ਸੀ। ਉਸ ਸ਼ਾਮ ਉਹ ਕੋਮਟਰਾਸੀ ਦੇ ਤੋਂ ਸਮੇਂ ਤੋਂ ਪਹਿਲਾਂ ਹੀ ਪਰਤ ਆਇਆ ਤੇ ਆਪਣੇ ਕੁੱਤੇ ਨੂੰ ਕੱਢ ਕੇ ਉਸ ਉੱਤੇ ਹਨੇਰ 'ਚ ਚਮਕਣ ਵਾਲਾ ਨਾਟਕੀ ਪੇਂਟ ਕੀਤਾ। ਫਿਰ ਹਵੇਲੀ ਤੋਂ ਜੰਗਲ ਵਾਲੇ ਗੇਟ ਵੱਲ ਤੁਰ ਪਿਆ, ਜਿੱਥੇ ਉਹਨੂੰ ਯਕੀਨ ਸੀ ਕਿ ਉਹਦਾ ਸ਼ਿਕਾਰ ਮਿਸਿਸ ਲਿਓਨਸ ਦੇ ਆਉਣ ਦੀ ਉਡੀਕ ਕਰ ਰਿਹਾ ਸੀ ਤੇ ਸਟੇਪਲਟਨ ਨੇ ਉਸ ਕੁੱਤੇ ਨੂੰ ਉਕਸਾ ਕੇ ਛੱਡ ਦਿੱਤਾ। ਉਹ ਖਤਰਨਾਕ ਜਾਨਵਰ ਗੇਟ ਕੋਲ ਖੜੇ ਸਰ ਚਾਰਲਸ ਵੱਲ ਔਲਿਆ। ਉਹਨੇ ਜਦੋਂ ਅੱਗ ਉਗਲਣ ਤੇ ਲਾਟਾਂ 'ਚ ਲਿਪਟੇ ਉਸ ਵਿਚਿੱਤਰ ਪ੍ਰਾਣੀ ਨੂੰ ਆਪਣੇ ਵੱਲ ਝਪਟਦਿਆਂ ਦੇਖਿਆ ਤਾਂ ਡਰ ਦੇ ਮਾਰੇ ਜਾਨ ਬਚਾਉਣ ਖਾਤਰ ਦਰਖਤਾਂ ਵਿਚਕਾਰ ਬਣੇ ਰਸਤੇ ਵੱਲ ਅੰਨ੍ਹੇਵਾਹ ਭੱਜੇ, ਪਰ ਕਮਜ਼ੋਰ ਦਿਲ ਤੇ ਦਹਿਸ਼ਤ ਦੇ ਮਾਰੇ ਡਰ ਕੇ ਮਰ ਗਏ। ਮੈਂ ਸਮਝਦਾ ਕਿ ਉਹ ਕੁੱਤਾ ਰਸਤੇ ਦੇ ਪਾਸਿਓਂ ਛੱਡੀ ਘਾਹ ਦੀ ਪੱਟੀ ਤੇ ਹੀ ਦੌੜਦਾ ਰਿਹਾ ਹੋਵੇਗਾ, ਜਿਸ ਕਰਕੇ ਉਹਦੇ ਪੰਜਿਆਂ ਦੇ ਨਿਸ਼ਾਨ ਨਹੀਂ ਮਿਲੇ। ਖੈਰ, ਜਦੋਂ ਤੱਕ ਆਪਣੇ ਸ਼ਿਕਾਰ ਕੋਲ ਪਹੁੰਚਿਆ ਤੇ ਉਹਨੂੰ ਜ਼ਮੀਨ ਤੇ ਅਹਿਲ ਪਿਆ ਦੇਖਿਆ ਤਾਂ ਉਹਨੇ ਉਹਨੂੰ ਜ਼ਰੂਰ ਸੁੰਘ ਕੇ ਦੇਖਿਆ ਹੋਵੇਗਾ। ਜਦੋਂ ਦੇਖਿਆ ਕਿ ਉਹ ਮਰ ਚੁੱਕਿਆ ਹੈ ਤਾਂ ਉਹ ਵਾਪਸ ਚਲਾ ਗਿਆ ਹੋਵੇਗਾ। ਉਦੋਂ ਸ਼ਾਇਦ ਉਹਦੇ ਪੰਜਿਆਂ ਦੇ ਨਿਸ਼ਾਨ ਜ਼ਮੀਨ ਤੇ ਬਣੇ ਸਨ ਜਿਨ੍ਹਾਂ ਨੂੰ ਡਾਕਟਰ ਮਾਰਟਿਮਰ ਨੇ ਦੇਖਿਆ ਸੀ। ਕੁੱਤੇ ਨੂੰ ਵਾਪਸ ਬੁਲਾ ਕੇ ਸਟੇਪਲਟਨ ਨੇ ਕਾਹਲ ਨਾਲ ਉਹਨੂੰ ਦਲਦਲ ਵਿਚਲੀ ਖੁਫੀਆ ਜਗ੍ਹਾ ਤੇ ਛੁਪਾ ਦਿੱਤਾ। ਬਸ ਉਸ ਪਿੱਛੋਂ ਤਾਂ ਇੱਕ ਅਜਿਹਾ ਰਹੱਸ ਬਾਕੀ ਰਹਿ ਗਿਆ ਜਿਹਨੇ ਪੁਲਿਸ ਵਾਲਿਆਂ ਨੂੰ ਉਲਝਣ 'ਚ ਪਾ ਦਿੱਤਾ, ਪੂਰੇ ਇਲਾਕੇ ਨੂੰ ਭੈ-ਭੀਤ ਕਰ ਦਿੱਤਾ ਤੇ ਆਖਰ ਉਹ ਤਹਿਕੀਕਾਤ ਲਈ ਸਾਡੇ ਕੋਲ ਪਹੁੰਚ ਗਏ। ਤਾਂ ਇਹ ਸੀ ਸਰ ਚਾਰਲਸ ਬਾਸਕਰਵਿਲੇ ਦੀ ਮੌਤ ਦਾ ਕਿੱਸਾ। ਤੁਸੀਂ ਸਮਝ ਸਕਦੇ ਹੋ ਕਿ ਕਿੰਨੀ ਸ਼ੈਤਾਨੀਅਤ ਭਰੀ ਚਾਲ ਚੱਲੀ ਗਈ ਸੀ, ਕਿਉਂਕਿ ਇਸ ਹਾਲਤ 'ਚ ਅਸਲੀ ਕਾਤਲ ਦੇ ਖਿਲਾਫ ਕੋਈ ਦੋਸ਼ ਲਾਉਣਾ ਬਿਲਕੁਲ ਅਸੰਭਵ ਸੀ। ਉਹਦਾ ਇੱਕੋ ਇੱਕ ਸਹਿਯੋਗੀ ਉਹ ਸੀ ਜਿਹੜਾ ਉਹਦੇ ਖਿਲਾਫ ਕਿਸੇ ਵੀ ਹਾਲਤ 'ਚ ਕੁਝ ਕਹਿ ਹੀ ਨਹੀਂ ਸਕਦਾ ਸੀ, ਤੇ ਉਹ ਵਿਲੱਖਣ ਤਰਕੀਬ ਇੰਨੀ ਪ੍ਰਭਾਵਸ਼ਾਲੀ ਸੀ ਕਿ ਕੋਈ ਉਹਦੀ ਕਲਪਨਾ ਵੀ ਨਹੀਂ ਸੀ ਕਰ ਸਕਦਾ। ਇਸ ਮਾਮਲੇ ਨਾਲ ਸੰਬੰਧਿਤ ਦੋਵਾਂ ਔਰਤਾਂ ਨੂੰ, ਯਾਨੀ ਮਿਸਿਸ ਸਟੇਪਲਟਨ ਤੇ ਮਿਸਿਸ ਲਾਰਾ ਲਿਓਨਸ ਨੂੰ, ਉਹ ਹਥਿਆਰੇ ਸਟੇਪਲਟਨ ਤੇ ਸ਼ੱਕ ਜ਼ਰੂਰ ਸੀ। ਮਿਸਿਸ ਸਟੇਪਲਟਨ ਨੂੰ ਤਾਂ ਇਹ ਪਤਾ ਸੀ ਕਿ ਸਰ ਚਾਰਲਸ ਸਟੇਪਲਟਨ ਦੇ ਨਿਸ਼ਾਨੇ ਤੇ ਸੀ ਤੇ ਉਹਦੇ ਕੁੱਤੇ ਬਾਰੇ ਵੀ ਜਾਣਦੀ ਸੀ, ਪਰ ਮਿਸਿਸ ਲਿਓਨਸ ਨੂੰ ਇਹਨਾਂ ਦੋਵਾਂ ਗੱਲਾਂ ਦੀ ਜਾਣਕਾਰੀ ਹੀ ਨਹੀਂ ਸੀ। ਪਰ ਉਹਨੂੰ ਇਹ ਗੱਲ ਰੜਕਣ ਲੱਗੀ ਕਿ ਮੌਤ ਐਨ ਮੁਲਾਕਾਤ ਲਈ ਦਿੱਤੇ ਗਏ ਟਾਈਮ ਤੇ ਹੋਈ ਸੀ, ਜਿਹਦੀ ਜਾਣਕਾਰੀ ਸਟੇਪਲਟਨ ਦੇ ਇਲਾਵਾ ਹੋਰ ਕਿਸੇ ਨੂੰ ਨਹੀਂ ਸੀ। ਪਰ ਫਿਰ ਵੀ ਦੋਵੇਂ ਹੀ ਉਹਦੇ ਪ੍ਰਭਾਵ ਹੇਠ ਸਨ ਤੇ ਉਹਨੂੰ ਉਹਨਾਂ ਦੋਵਾਂ ਤੋਂ ਡਰਨ ਦੀ ਕੋਈ ਲੋੜ ਨਹੀਂ ਸੀ। ਉਹਦੀ ਸਕੀਮ ਦਾ ਪਹਿਲਾ ਹਿੱਸਾ ਸਫਲਤਾ ਨਾਲ ਪੂਰਾ ਹੋ ਗਿਆ ਸੀ, ਪਰ ਦੂਜਾ ਹਿੱਸਾ, ਜੋ ਕਿ ਖਾਸਾ ਮੁਸ਼ਕਿਲ ਸੀ, ਅਜੇ ਬਾਕੀ ਸੀ। ਇਹ ਸੰਭਾਵਨਾ ਹੈ ਕਿ ਸਟੇਪਲਟਨ ਨੂੰ ਕੈਨੇਡਾ 'ਚ ਰਹਿਣ ਵਾਲੇ ਵਾਰਸ ਬਾਰੇ ਕੋਈ ਜਾਣਕਾਰੀ ਨਹੀਂ ਸੀ, ਪਰ ਉਹਨੂੰ ਛੇਤੀ ਇਸ ਬਾਰੇ ਆਪਣੇ ਦੋਸਤ ਡਾਕਟਰ ਮਾਰਟਿਮਰ ਤੋਂ ਪਤਾ ਲੱਗ ਗਿਆ ਤੇ ਉਹਨੂੰ ਹੈਨਰੀ ਬਾਸਕਰਵਿਲੇ ਦੇ ਲੰਦਨ ਪਹੁੰਚਣ ਬਾਰੇ ਸਾਰੀ ਜਾਣਕਾਰੀ ਹਾਸਲ ਹੋ ਗਈ। ਸਟੇਪਲਟਨ ਦੀ ਸ਼ਾਇਦ ਪਹਿਲੀ ਯੋਜਨਾ ਇਹ ਸੀ ਕਿ ਕੈਨੇਡਾ ਤੋਂ ਆਉਣ ਵਾਲੇ ਇਸ ਨੌਜਵਾਨ ਅਜਨਬੀ ਨੂੰ ਲੰਦਨ ਵਿੱਚ ਹੀ ਠਿਕਾਣੇ ਲਾ ਕੇ ਡੇਵਨਸ਼ਾਇਰ ਪਹੁੰਚਣ ਹੀ ਨਾ ਦਿੱਤਾ ਜਾਏ।
ਜਦੋਂ ਦਾ ਉਹਦੀ ਪਤਨੀ ਨੇ ਸਰ ਚਾਰਲਸ ਨੂੰ ਆਪਣੇ ਜਾਲ 'ਚ ਫਸਾਉਣ ਦੇ ਲਈ ਉਹਦੀ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਉਦੋਂ ਦਾ ਉਸ ਉੱਤੇ ਵਿਸ਼ਵਾਸ ਕਰਨੋਂ ਹਟ ਗਿਆ ਸੀ। ਪਰ ਉਹਨੂੰ ਇਸ ਡਰ ਕਰਕੇ ਬਹੁਤੇ ਦਿਨ ਇਕੱਲਾ ਵੀ ਨਹੀਂ ਛੱਡ ਸਕਦਾ ਸੀ ਕਿ ਉਹ ਕਿਤੇ ਉਹਦੇ ਪ੍ਰਭਾਵ 'ਚੋਂ ਨਿਕਲ ਕੇ ਬਗਾਵਤ ਹੀ ਨਾ ਕਰ ਬੈਠੇ। ਇਸ ਕਾਰਨ ਉਹ ਉਹਨੂੰ ਆਪਣੇ ਨਾਲ ਲੰਦਨ ਲੈ ਕੇ ਆਇਆ ਸੀ। ਆਪਣੀ ਜਾਂਚ ਦੌਰਾਨ ਮੈਨੂੰ ਪਤਾ ਲੱਗਿਆ ਕਿ ਉਹ ਲੋਕ ਕ੍ਰੇਵਨ ਸਟਰੀਟ ਸਥਿਤ ਮੈਕਸਵੋਰਲ ਪ੍ਰਾਈਵੇਟ ਹੋਟਲ 'ਚ ਠਹਿਰੇ ਸਨ, ਜਿਹੜਾ ਉਹਨਾਂ ਲਈ ਸਾਰੇ ਹੋਟਲਾਂ 'ਚੋਂ ਇੱਕ ਸੀ ਜਿੱਥੇ ਮੇਰੇ ਆਦਮੀਆਂ ਨੇ ਸਬੂਤਾਂ ਦੀ ਭਾਲ ਲਈ ਪੁੱਛਗਿੱਛ ਕੀਤੀ ਸੀ। ਇੱਥੇ ਉਹਨੇ ਆਪਣੀ ਪਤਨੀ ਨੂੰ ਕੈਦ ਕਰਕੇ ਰੱਖਿਆ ਤੇ ਖੁਦ ਇੱਕ ਦਾੜੀ ਵਾਲੇ ਦਾ ਭੇਸ ਬਣਾ ਕੇ ਪਿੱਛਾ ਕਰਦਾ ਹੋਇਆ ਪਹਿਲਾਂ ਬੇਕਰ ਸਟਰੀਟ, ਫਿਰ ਸਟੇਸ਼ਨ ਤੇ ਉਸ ਪਿੱਛੋਂ ਨਾਰਥੰਬਰਲੈਂਡ ਹੋਟਲ ਪਹੁੰਚਿਆ। ਉਹਦੀ ਪਤਨੀ ਨੂੰ ਉਹਦੀ ਸਾਜ਼ਿਸ਼ ਦੀ ਥੋੜੀ ਬਹੁਤ ਭਿਣਕ ਸੀ, ਪਰ ਉਹ ਆਪਣੇ ਪਤੀ ਤੋਂ ਡਰਦੀ ਸੀ ਤੇ ਡਰ ਬੜਾ ਕਰੂਰ ਵਿਹਾਰ ਕਰਕੇ ਉਹਦੇ ਦਿਲ 'ਚ ਬਿਠਾਇਆ ਗਿਆ ਸੀ ਕਿ ਉਹ ਉਸ ਆਦਮੀ ਸਿੱਧਾ ਖਤ ਲਿਖ ਕੇ ਸਾਵਧਾਨ ਕਰਨ ਦਾ ਹੌਸਲਾ ਨਹੀਂ ਕਰ ਸਕੀ, ਜਿਸ ਬਾਰੇ ਉਹਨੂੰ ਪਤਾ ਸੀ ਉਹਦੀ ਜਾਨ ਨੂੰ ਖਤਰਾ ਹੈ। ਜੇ ਕਿਤੇ ਉਹਦੇ ਹੱਥ ਦਾ ਲਿਖਿਆ ਖਤ ਸਟੇਪਲਟਨ ਦੇ ਹੱਥ ਆ ਜਾਂਦਾ ਤਾਂ ਫਿਰ ਉਹਦੀ ਜ਼ਿੰਦਗੀ ਨੂੰ ਖਤਰਾ ਹੋ ਸਕਦਾ ਸੀ। ਇਹੀ ਸਭ ਕੁਝ ਸੋਚ ਕੇ, ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ, ਉਹਨੇ ਅਖਬਾਰ ਦੇ ਅੱਖਰ ਕੱਟ ਕੇ ਉਹ ਗੁੰਮਨਾਮ ਸੁਨੇਹਾ ਸਰ ਹੈਨਰੀ ਨੂੰ ਭੇਜਿਆ ਤੇ ਉਹਦੀ ਜਾਨ ਤੇ ਭੌਂਦੇ ਖਤਰੇ ਦੀ ਪਹਿਲੀ ਚੇਤਾਵਨੀ ਦਿੱਤੀ। ਸਟੇਪਲਟਨ ਲਈ ਇਹ ਵੀ ਜ਼ਰੂਰੀ ਸੀ ਕਿ ਉਹ ਸਰ ਹੈਨਰੀ ਦੀ ਵਰਤੀ ਹੋਈ ਕੋਈ ਅਜਿਹੀ ਚੀਜ਼ ਹਾਸਲ ਕਰੇ ਜਿਸ 'ਚ ਉਹਦੇ ਸਰੀਰ ਦੀ ਗੰਧ ਰਚੀ ਵਸੀ ਹੋਵੇ, ਤਾਂ ਕਿ ਜੇ ਉਹਨੂੰ ਆਪਣੇ ਕੁੱਤੇ ਦਾ ਇਸਤੇਮਾਲ ਕਰਨਾ ਪੈ ਜਾਏ ਤਾਂ ਉਸ ਕੋਲ ਮੌਜੂਦ ਹੋਏ, ਜਿਸ ਨਾਲ ਉਹਨੂੰ ਉਹਦੇ ਪਿੱਛੇ ਲਾਉਣ 'ਚ ਸਹੂਲੀਅਤ ਹੋਏ। ਤੁਰੰਤ ਕੰਮ ਕਰਨ ਦੀ ਆਪਣੀ ਆਦਤ ਤੇ ਨਿਡਰ ਸੁਭਾਅ ਕਾਰਨ ਉਹ ਫੌਰਨ ਹੀ ਇਸ ਕੰਮ 'ਚ ਜੁਟ ਗਿਆ, ਜਿਹਦਾ ਨਤੀਜਾ ਸੀ ਹੋਟਲ 'ਚ ਉਸ ਬੂਟ ਦੀ ਚੋਰੀ ਦਾ ਮਾਮਲਾ, ਜਿਸ ਲਈ ਕਿ ਜ਼ਾਹਰ ਹੈ ਕਿ ਉਹਨੇ ਉੱਥੋਂ ਦੇ ਛੋਟੇ-ਮੋਟੇ ਕਰਮਚਾਰੀਆਂ ਨੂੰ ਚੰਗੀ ਖਾਸੀ ਰਿਸ਼ਵਤ ਦਿੱਤੀ ਹੋਏਗੀ। ਹੁਣ ਇਹ ਸੰਜੋਗ ਦੀ ਗੱਲ ਹੈ ਕਿ ਪਹਿਲਾ ਬੂਟ ਜਿਹੜਾ ਉਸ ਲਈ ਚੁਰਾਇਆ ਗਿਆ ਉਹ ਬਿਲਕੁਲ ਨਵਾਂ ਸੀ ਤੇ ਉਦੋਂ ਤੱਕ ਪਾਇਆ ਨਹੀਂ ਸੀ ਗਿਆ, ਇਸ ਲਈ ਉਹਦੇ ਕਿਸੇ ਕੰਮ ਦਾ ਨਹੀਂ ਸੀ, ਸੋ ਵਾਪਸ ਕਰ ਦਿੱਤਾ ਗਿਆ ਤੇ ਉਹਦੀ ਜਗ੍ਹਾ ਦੂਜਾ ਬੂਟ ਚੁਰਾਇਆ ਗਿਆ। ਇਹ ਘਟਨਾ ਮੇਰੇ ਲਈ ਬੜੀ ਰਾਹ ਦਸੇਰੀ ਸੀ। ਇਸ ਨਾਲ ਮੇਰੇ ਦਿਮਾਗ 'ਚ ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਹੋ ਗਈ ਕਿ ਇਹ ਮਾਮਲਾ ਕਿਸੇ ਅਸਲੀ ਕੁੱਤੇ ਨਾਲ ਸੰਬੰਧਿਤ ਹੈ, ਕਿਉਂਕਿ ਪੁਰਾਣੇ ਬੂਟ ਨੂੰ ਹਾਸਲ ਕਰਨ ਦੀ ਬੇਚੈਨੀ ਤੇ ਨਵੇਂ ਤੇ ਪ੍ਰਤੀ ਉਦਾਸੀਨਤਾ ਕਿਸੇ ਹੋਰ ਸੰਭਾਵਨਾ ਵੱਲ ਇਸ਼ਾਰਾ ਨਹੀਂ ਸੀ ਕਰ ਰਹੀ। ਕੋਈ ਘਟਨਾਵਾਂ ਜਿੰਨੀਆਂ ਵੱਧ ਅਜੀਬੋ-ਗਰੀਬ ਤੇ ਵਿਲੱਖਣ ਦਿਖਾਈ ਦਿੰਦੀਆਂ ਨੇ, ਉਹਨਾਂ ਦਾ ਓਨੀ ਗਹਿਰਾਈ ਤੇ ਬਰੀਕੀ ਨਾਲ ਹੀ ਨਿਰੀਖਣ ਕਰਨਾ ਜ਼ਰੂਰੀ ਹੋ ਜਾਂਦਾ ਹੈ ਤੇ ਉਹ ਨੁਕਤਾ ਜਿਹੜਾ ਕਿਸੇ ਮਾਮਲੇ ਦਾ ਸਭ ਤੋਂ ਉਲਝਿਆ ਹੋਇਆ ਪੱਖ ਨਜ਼ਰ ਆਉਂਦਾ ਹੈ, ਉਹਦਾ ਜਦੋਂ ਵਿਗਿਆਨਕ ਢੰਗ ਨਾਲ ਅਧਿਐਨ ਕੀਤਾ ਜਾਂਦਾ ਹੈ ਤੇ ਉਹੀ ਇਸ ਰਹੱਸ ਉੱਤੇ ਚਾਨਣ ਪਾਉਣ ਵਾਲਾ ਵੀ ਬਣ ਜਾਂਦਾ ਹੈ। ਉਸ ਪਿੱਛੋਂ ਅਗਲੀ ਸਵੇਰ ਸਾਡੇ ਦੋਸਤ ਸਾਡੇ ਨਾਲ ਮੁਲਾਕਾਤ ਕਰਨ ਲਈ ਆਏ। ਸਟੇਪਲਟਨ ਉਸ ਵੇਲੇ ਵੀ ਪਰਛਾਵੇਂ ਵਾਂਗ ਉਹਨਾਂ ਦਾ ਪਿੱਛਾ ਕਰ ਰਿਹਾ ਸੀ। ਸਾਡੀ ਰਿਹਾਇਸ਼ ਦੇ ਨਾਲ ਮੇਰੇ ਹੁਲੀਏ ਬਾਰੇ ਵੀ ਸਟੇਪਲਟਨ ਨੂੰ ਪਤਾ ਹੋਣ ਦੇ ਨਾਲ ਹੀ ਉਹਦੀਆਂ ਕੁਝ ਹੋਰ ਹਰਕਤਾਂ ਤੋਂ ਮੈਂ ਸੋਚਣ ਤੇ ਮਜਬੂਰ ਹੋ ਗਿਆ ਕਿ ਸਟੇਪਲਟਨ ਦਾ ਅਪਰਾਧੀ ਜੀਵਨ ਸ਼ਾਇਦ ਬਾਸਕਰਵਿਲੇ ਵਾਲੇ ਮਾਮਲੇ ਤੱਕ ਹੀ ਸੀਮਤ ਨਹੀਂ। ਸ਼ਾਇਦ ਇਹ ਗੱਲ ਧਿਆਨਯੋਗ ਹੋਏ ਕਿ ਪਿਛਲੇ 3 ਸਾਲਾਂ 'ਚ ਡੇਵਨਸ਼ਾਇਰ ਦੇ ਪੱਛਮੀ ਇਲਾਕਿਆਂ 'ਚ 4 ਡਕੈਤੀਆਂ ਪੈ ਚੁੱਕੀਆਂ ਸਨ ਤੇ ਉਹਨਾਂ 'ਚੋਂ ਕਿਸੇ ਇੱਕ ਦਾ ਵੀ ਦੋਸ਼ੀ ਨਹੀਂ ਸੀ ਫੜਿਆ ਗਿਆ। ਸਭ ਤੋਂ ਅਖੀਰਲੀ ਮਈ ਦੇ ਮਹੀਨੇ 'ਚ ਫੋਕਸਟੋਨ ਕੋਰਟ 'ਚ ਪਈ ਸੀ, ਜਿਸ 'ਚ ਇੱਕ ਨੌਕਰ ਨੂੰ ਬੜੀ ਬੇਰਹਿਮੀ ਨਾਲ ਗੋਲੀ ਨਾਲ ਉਡਾ ਦਿੱਤਾ ਗਿਆ ਸੀ, ਜਿਹਨੇ ਕਿ ਇਕੱਲੇ ਨਕਾਬਪੋਸ਼ ਲੁਟੇਰੇ ਤੇ ਪਿੱਛੇ ਹਮਲਾ ਕਰ ਦਿੱਤਾ ਸੀ। ਮੈਨੂੰ ਇਸ ਬਾਰੇ ਕੋਈ ਸ਼ੱਕ ਨਹੀਂ ਸੀ ਕਿ ਸਟੇਪਲਟਨ ਆਪਣੀ ਖਾਲੀ ਹੁੰਦੀ ਜਾ ਰਹੀ ਜੇਬ ਨੂੰ ਇਸੇ ਤਰੀਕੇ ਨਾਲ ਭਰਦਾ ਜਾ ਰਿਹਾ ਤੇ ਵਰ੍ਹਿਆਂ ਤੋਂ ਇੱਕ ਖਤਰਨਾਕ ਤੇ ਸ਼ਾਤਰ ਅਪਰਾਧੀ ਦਾ ਜੀਵਨ ਜਿਉ ਰਿਹਾ। ਉਹਦੇ ਸ਼ਾਤਰਪੁਣੇ ਦਾ ਨਮੂਨਾ ਤਾਂ ਅਸੀਂ ਉਸ ਦਿਨ ਦੇਖ ਹੀ ਲਿਆ ਸੀ, ਜਦੋਂ ਇੰਨੀ ਹੁਸ਼ਿਆਰੀ ਨਾਲ ਸਾਡੇ ਹੱਥੋਂ ਨਿਕਲ ਕੇ ਭੱਜ ਗਿਆ ਸੀ। ਫਿਰ ਕੋਚਵਾਨ ਰਾਹੀਂ ਮੇਰੇ ਤੱਕ ਪਹੁੰਚਾਉਣ ਵਾਲੀ ਗੱਲ ਇਸ ਗੱਲ ਨੂੰ ਦਰਸਾਉਂਦੀ ਹੈ ਕਿ ਉਹ ਕਿੰਨਾ ਨਿਡਰ ਸੀ। ਉਹਨੇ ਇਸ ਗੱਲ ਦਾ ਅੰਦਾਜ਼ਾ ਲਾ ਲਿਆ ਸੀ ਕਿ ਮੈਂ ਇਸ ਕੇਸ ਨੂੰ ਆਪਣੇ ਹੱਥ 'ਚ ਲੈ ਚੁੱਕਾਂ, ਇਸ ਲਈ ਲੰਦਨ 'ਚ ਉਹਨੂੰ ਮੌਕਾ ਮਿਲਣ ਵਾਲਾ ਨਹੀਂ ਹੈ। ਇਹ ਸੋਚ ਕੇ ਉਹ ਵਾਪਸ ਡਾਰਟਮੂਰ ਪਰਤ ਆਇਆ ਤੇ ਸਰ ਹੈਨਰੀ ਦੇ ਪਹੁੰਚਣ ਦੀ ਉਡੀਕ ਕਰਨ ਲੱਗਾ। 1 ਮਿੰਟ, ਮੈਂ ਉਹਨੂੰ ਟੋਕ ਕੇ ਕਿਹਾ, ਕੋਈ ਸ਼ੱਕ ਨਹੀਂ ਕਿ ਤੁਸੀਂ ਸਾਰੀ ਘਟਨਾ ਚੱਕਰ ਨੂੰ ਬੜੀ ਠੀਕ ਢੰਗ ਨਾਲ ਸਮਝਾਇਆ, ਪਰ ਇਸ 'ਚ ਇੱਕ ਗੱਲ ਤਾਂ ਤੁਸੀਂ ਜ਼ਿਕਰ ਹੀ ਨਹੀਂ ਕੀਤਾ। ਜਦੋਂ ਲੰਦਨ ਗਿਆ ਸੀ ਤਾਂ ਉਸ ਦੌਰਾਨ ਉਹਦੇ ਉਸ ਖਤਰਨਾਕ ਕੁੱਤੇ ਦੀ ਦੇਖਭਾਲ ਕਿਹਨੇ ਕੀਤੀ? ਇਸ 'ਚ ਸ਼ੱਕ ਨਹੀਂ ਕਿ ਇੱਕ ਬੜਾ ਹੀ ਮਹੱਤਵਪੂਰਨ ਸਵਾਲ ਹੈ ਤੇ ਮੈਂ ਤੇ ਕਾਫੀ ਸੋਚ ਵਿਚਾਰ ਕਰਨ ਪਿੱਛੋਂ ਇਸ ਨਤੀਜੇ ਤੇ ਪਹੁੰਚਿਆ ਕਿ ਉਹਦਾ ਕੋਈ ਭਰੋਸੇਯੋਗ ਆਦਮੀ ਵੀ ਹੈ ਸੀ। ਹਾਲਾਂਕਿ ਇਹ ਸੰਭਵ ਨਹੀਂ ਲੱਗਦਾ ਕਿ ਸਟੇਪਲਟਨ ਆਪਣੀ ਸਾਜ਼ਿਸ਼ 'ਚ ਕਿਸੇ ਨੂੰ ਆਪਣਾ ਰਾਜ਼ਦਾਰ ਬਣਾ ਕੇ ਆਪਣੀ ਗਰਦਨ ਉਹਦੇ ਹੱਥ ਫੜਾ ਦੇਗਾ।
ਪਰ ਉਹਦੇ ਮੇਰੀ ਪੇਟੂ ਹਾਊਸ ਵਾਲੇ ਮਕਾਨ 'ਚ ਇੱਕ ਬੁੱਢਾ ਨੌਕਰ ਵੀ ਸੀ ਜਿਸ ਨਾਲ ਉਹਦੇ ਵਰ੍ਹਿਆਂ ਪੁਰਾਣੇ ਸੰਬੰਧ ਸਨ। ਉਸ ਵੇਲੇ ਵੀ ਉਹਦੇ ਨਾਲ ਸੀ ਜਦੋਂ ਸਕੂਲ ਚਲਾਉਂਦਾ ਸੀ ਤੇ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਹੋਏਗਾ ਕਿ ਉਹਦਾ ਮਾਲਕ ਤੇ ਮਾਲਕਣ ਅਸਲ 'ਚ ਪਤੀ ਪਤਨੀ ਨੇ। ਉਹ ਆਦਮੀ ਗਾਇਬ ਹੈ ਤੇ ਸ਼ਾਇਦ ਇੰਗਲੈਂਡ ਛੱਡ ਕੇ ਕਿਧਰੇ ਦੂਰ ਚਲਾ ਗਿਆ। ਮੈਂ ਉਸ ਬੁੱਢੇ ਨੌਕਰ ਨੂੰ ਕਈ ਵਾਰ ਉਸ ਦਲਦਲ ਵਿਚਲੇ ਉਸ ਰਸਤੇ ਆਉਂਦੇ ਜਾਂਦੇ ਦੇਖਿਆ ਸੀ ਜਿਹੜਾ ਸਟੇਪਲਟਨ ਨੇ ਗ੍ਰੇਟ ਕੈਂਪੈਨ ਮਾਇਰ 'ਚ ਆਪਣੇ ਲਈ ਬਣਾਇਆ ਹੋਇਆ ਸੀ। ਇਸ ਲਈ ਇਹ ਅੰਦਾਜ਼ਾ ਲਾਉਣਾ ਗਲਤ ਨਹੀਂ ਹੋਏਗਾ ਕਿ ਆਪਣੇ ਮਾਲਕ ਦੀ ਗੈਰ ਹਾਜ਼ਰੀ 'ਚ ਉਹੀ ਇਸ ਕੁੱਤੇ ਦੀ ਦੇਖਭਾਲ ਕਰਦਾ ਸੀ। ਇਹ ਵੱਖਰੀ ਗੱਲ ਹੈ ਕਿ ਉਸ ਵਿਚਾਰੇ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਾ ਹੋਏ ਕਿ ਉਸ ਜਾਨਵਰ ਤੋਂ ਕੀ ਕੰਮ ਲਿਆ ਜਾਏਗਾ। ਖੈਰ, ਉਸ ਪਿੱਛੋਂ ਸਟੇਪਲਟਨ ਜੋੜਾ ਡਾਰਟਮੂਰ ਪਰਤ ਆਇਆ ਜਿੱਥੇ ਉਹਨਾਂ ਦੇ ਪਿੱਛੇ ਪਿੱਛੇ ਸਰ ਹੈਨਰੀ ਦੇ ਨਾਲ ਤੁਸੀਂ ਵੀ ਪਹੁੰਚ ਗਏ। ਹੁਣ ਇੱਥੇ ਮੈਂ ਇਹ ਵੀ ਦੱਸ ਦਿਆਂ ਕਿ ਜਿਸ ਕਾਗਜ਼ ਤੇ ਅਖਬਾਰ ਦੇ ਅੱਖਰ ਕੱਟ ਕੇ ਚਿਪਕਾਏ ਗਏ ਸੀ ਮੈਂ ਉਹਦੇ ਵਾਟਰਮਾਰਕ ਨੂੰ ਦੇਖਣ ਲਈ ਬਾਰੀਕੀ ਨਾਲ ਨਿਰੀਖਣ ਕੀਤਾ। ਇੰਜ ਕਰਨ ਦੇ ਚੱਕਰ 'ਚ ਮੈਂ ਉਹਨੂੰ ਆਪਣੀਆਂ ਅੱਖਾਂ ਦੇ ਕਾਫੀ ਨੇੜੇ ਲੈ ਆਇਆ ਤੇ ਮੈਨੂੰ ਉਸ ਵਿੱਚੋਂ ਸਫੇਦ ਜੈਸਮੀਨ ਦੀ ਨਿੰਮੀ ਖੁਸ਼ਬੂ ਆਉਂਦੀ ਮਹਿਸੂਸ ਹੋਈ। ਉਹ ਗੰਧ ਕਿਸੇ ਔਰਤ ਦੀ ਮੌਜੂਦਗੀ ਦਾ ਅਹਿਸਾਸ ਕਰਵਾ ਰਹੀ ਸੀ ਤੇ ਮੇਰਾ ਦਿਮਾਗ ਉਹਨਾਂ ਦੋਵਾਂ ਸਟੇਪਲਟਨ ਭਰਾ ਭੈਣ ਬਾਰੇ ਸੋਚਣ ਲੱਗਾ। ਮੈਂ ਭਰਾ ਭੈਣ ਉਹਨਾਂ ਨੂੰ ਇਸ ਲਈ ਕਿਹਾ ਕਿਉਂਕਿ ਉਹ ਦੋਵੇਂ ਪਤੀ ਪਤਨੀ ਨੇ। ਇਹ ਗੱਲ ਦਾ ਮੈਨੂੰ ਕਾਫੀ ਬਾਅਦ 'ਚ ਪਤਾ ਲੱਗਾ ਸੀ। ਇਸ ਤਰ੍ਹਾਂ ਮੈਂ ਤੁਹਾਡੇ ਉੱਥੇ ਰਵਾਨਾ ਹੋਣ ਤੋਂ ਪਹਿਲਾਂ ਹੀ ਉਸ ਕੁੱਤੇ ਬਾਰੇ ਜਾਣ ਗਿਆ ਸੀ ਤੇ ਅਸਲੀ ਅਪਰਾਧੀ ਬਾਰੇ ਅੰਦਾਜ਼ਾ ਲਾ ਚੁੱਕਿਆ ਸੀ। ਮੈਂ ਸ਼ੁਰੂ 'ਚ ਹੀ ਸਟੇਪਲਟਨ ਤੇ ਨਜ਼ਰ ਰੱਖਣ ਦਾ ਫੈਸਲਾ ਕਰ ਲਿਆ ਸੀ, ਪਰ ਜੇ ਮੈਂ ਤੁਹਾਡੇ ਨਾਲ ਉੱਥੇ ਹੁੰਦਾ ਤਾਂ ਫਿਰ ਮੈਂ ਇੰਜ ਨਹੀਂ ਕਰ ਸਕਦਾ ਸੀ ਕਿਉਂਕਿ ਤਦ ਉਹ ਪੂਰੀ ਤਰ੍ਹਾਂ ਸਾਵਧਾਨ ਤੇ ਸਤਰਕ ਹੋ ਜਾਂਦਾ। ਸੋ ਮੇਰੇ ਲਈ ਹਰੇਕ ਆਦਮੀ ਨੂੰ ਭੁਲੇਖੇ 'ਚ ਰੱਖਣਾ ਜ਼ਰੂਰੀ ਸੀ। ਇਸ ਲਈ ਮੈਂ ਚੁੱਪਚਾਪ ਉੱਥੇ ਪਹੁੰਚਿਆ ਜਦਕਿ ਸਮਝਿਆ ਇਹ ਜਾ ਰਿਹਾ ਸੀ ਕਿ ਮੈਂ ਲੰਦਨ 'ਚ ਹਾਂ। ਉੱਥੇ ਮੈਨੂੰ ਇੰਨੀ ਪਰੇਸ਼ਾਨੀ ਨਹੀਂ ਹੋਈ ਜਿੰਨੀ ਤੁਸੀਂ ਸਮਝ ਰਹੇ ਹੋ। ਵੈਸੇ ਕਿਸੇ ਕੇਸ ਦੀ ਤਹਿਕੀਕਾਤ ਕਰਦੇ ਹੋਏ ਅਜਿਹੀਆਂ ਮਾਮੂਲੀ ਗੱਲਾਂ ਤੋਂ ਘਬਰਾਉਣਾ ਨਹੀਂ ਚਾਹੀਦਾ। ਉਂਝ ਵੀ ਬਹੁਤ ਚਿਰ ਮੈਂ ਕੁੰਭ-ਟਰਾਸੀ 'ਚ ਰਿਹਾ ਸੀ ਤੇ ਵਕਤੀ ਲੋੜ ਮੁਤਾਬਕ ਜੰਗਲ 'ਚ ਪਹੁੰਚ ਜਾਂਦਾ ਸੀ ਤੇ ਉਸ ਪੱਥਰ ਦੀ ਕੁਟੀਆ ਦਾ ਇਸਤੇਮਾਲ ਕਰਦਾ ਸੀ ਜਿਹਨੂੰ ਤੁਸੀਂ ਦੇਖਿਆ ਹੀ ਸੀ। ਉਸ ਮੁੰਡੇ ਕਾਰਟਰਾਈਟ ਨੂੰ ਮੈਂ ਆਪਣੇ ਨਾਲ ਹੀ ਲੈ ਲਿਆ ਸੀ ਤੇ ਇੱਕ ਪੇਂਡੂ ਮੁੰਡੇ ਦੇ ਭੇਸ 'ਚ ਉਹਨੇ ਮੇਰੀ ਮਦਦ ਕੀਤੀ। ਮੈਂ ਆਪਣੇ ਖਾਣੇ ਦੇ ਕੱਪੜਿਆਂ ਦੀ ਧੁਲਾਈ ਲਈ ਪੂਰੀ ਤਰ੍ਹਾਂ ਉੱਤੇ ਨਿਰਭਰ ਸੀ। ਜਦੋਂ ਮੈਂ ਸਟੇਪਲਟਨ ਦੀ ਨਿਗਰਾਨੀ ਕਰ ਰਿਹਾ ਹੁੰਦਾ ਤਾਂ ਕਾਰਟਰਾਈਟ ਆਮ ਤੌਰ ਤੇ ਤੁਹਾਡੇ ਤੇ ਨਜ਼ਰ ਰੱਖ ਰਿਹਾ ਹੁੰਦਾ ਸੀ। ਇਸ ਤਰ੍ਹਾਂ ਲਗਭਗ ਸਾਰਾ ਤਾਣਾ ਮੇਰੇ ਹੱਥ 'ਚ ਸੀ। ਮੈਂ ਇਹ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਤੁਹਾਡੀਆਂ ਭੇਜੀਆਂ ਰਿਪੋਰਟਾਂ ਮੇਰੇ ਕੋਲ ਤੁਰੰਤ ਪਹੁੰਚ ਜਾਣ, ਇਸ ਲਈ ਮੈਂ ਇਹਦਾ ਪ੍ਰਬੰਧ ਕੀਤਾ ਹੋਇਆ ਸੀ ਕਿ ਉਹਨਾਂ ਦੇ ਬੇਕਰ ਸਟਰੀਟ ਪਹੁੰਚਦਿਆਂ ਹੀ ਉਹਨਾਂ ਨੂੰ ਤੁਰੰਤ ਕੁੰਭ-ਟਰਾਸੀ ਭੇਜ ਦਿੱਤਾ ਜਾਏ। ਸੱਚ ਕਹਾਂ ਤਾਂ ਤੁਹਾਡੀਆਂ ਉਹਨਾਂ ਰਿਪੋਰਟਾਂ ਨੇ ਮੇਰੀ ਬੜੀ ਮਦਦ ਕੀਤੀ, ਖਾਸ ਤੌਰ ਤੇ ਉਸ ਰਿਪੋਰਟ ਨੇ ਜਿਸ 'ਚ ਤੁਸੀਂ ਸਟੇਪਲਟਨ ਦੀ ਪਿਛਲੀ ਜ਼ਿੰਦਗੀ ਬਾਰੇ ਜ਼ਿਕਰ ਕੀਤਾ ਸੀ। ਉਹਦੇ ਆਧਾਰ ਤੇ ਮੈਂ ਉਹਨਾਂ ਦੋਵਾਂ ਬਾਰੇ ਕਾਫੀ ਕੁਝ ਜਾਣਨ 'ਚ ਕਾਮਯਾਬ ਹੋ ਗਿਆ ਤੇ ਇਹ ਸੱਚਾਈ ਵੀ ਜਾਣ ਲਈ ਕਿ ਉਹ ਆਪਸ ਭੈਣ ਭਰਾ ਨਹੀਂ ਬਲਕਿ ਪਤੀ ਪਤਨੀ ਨੇ। ਮਾਮਲਾ ਉਸ ਜੇਲ੍ਹ 'ਚੋਂ ਭੱਜੇ ਕੈਦੀ ਕਰਕੇ ਕਾਫੀ ਉਲਝ ਜਿਹਾ ਗਿਆ ਸੀ ਤੇ ਮੇਰੀ ਸਮਝ 'ਚ ਨਹੀਂ ਆ ਰਿਹਾ ਕਿ ਉਹਦਾ ਬੈਰੀਮੋਰ ਨਾਲ ਕੀ ਸੰਬੰਧ ਹੈ। ਇਸ ਗੱਲ ਨੂੰ ਵੀ ਤੁਸੀਂ ਕਾਫੀ ਚੰਗੇ ਤਰੀਕੇ ਨਾਲ ਸਪਸ਼ਟ ਕਰ ਦਿੱਤਾ ਸੀ, ਹਾਲਾਂਕਿ ਮੈਂ ਖੁਦ ਵੀ ਆਪਣੇ ਤਰੀਕੇ ਨਾਲ ਉਸ ਮਾਮਲੇ ਨੂੰ ਸਮਝਣ ਪਿੱਛੋਂ ਇਸ ਨਤੀਜੇ ਤੇ ਪਹੁੰਚ ਚੁੱਕਾ ਸੀ। ਜਦੋਂ ਤੱਕ ਤੁਹਾਡੀ ਤੇ ਮੇਰੀ ਉਸ ਜੰਗਲ 'ਚ ਮੁਲਾਕਾਤ ਹੋਈ ਉਦੋਂ ਮੈਂ ਇਸ ਸਾਰੇ ਮਾਮਲੇ ਬਾਰੇ ਪੂਰੀ ਜਾਣਕਾਰੀ ਹਾਸਲ ਕਰ ਚੁੱਕਿਆ ਸੀ। ਫਿਰ ਵੀ ਅਜਿਹਾ ਕੋਈ ਸਬੂਤ ਮੇਰੇ ਹੱਥ ਨਹੀਂ ਸੀ ਆਇਆ ਜਿਹਦੇ ਆਧਾਰ ਤੇ ਮਾਮਲੇ ਨੂੰ ਅਦਾਲਤ ਤੱਕ ਲਿਜਾਇਆ ਜਾ ਸਕੇ। ਇੱਥੋਂ ਤੱਕ ਕਿ ਸਟੇਪਲਟਨ ਦੁਆਰਾ ਸਰ ਹੈਨਰੀ ਦੇ ਭੁਲੇਖੇ 'ਚ ਉਸ ਬਦਨਸੀਬ ਕੈਦੀ ਨੂੰ ਮੌਤ ਦੇ ਘਾਟ ਉਤਾਰ ਵਾਲੀ ਘਟਨਾ ਵੀ ਉਹਦੇ ਖਿਲਾਫ ਹੱਤਿਆ ਦਾ ਕੋਈ ਠੋਸ ਕੇਸ ਬਣਾਉਣ 'ਚ ਮਦਦਗਾਰ ਸਿੱਧ ਨਹੀਂ ਸੀ ਹੋ ਸਕਦੀ। ਇਸ ਦੇ ਇਲਾਵਾ ਹੋਰ ਕੋਈ ਚਾਰਾ ਨਜ਼ਰ ਨਹੀਂ ਆ ਰਿਹਾ ਸੀ। ਅਸੀਂ ਉਹਨੂੰ ਰੰਗੇ ਹੱਥੀਂ ਫੜੀਏ ਤੇ ਉਹਦੇ ਲਈ ਸਰ ਹੈਨਰੀ ਨੂੰ ਇਕੱਲੇ ਤੇ ਪ੍ਰਗਟ ਤੌਰ ਤੇ ਬਿਨਾਂ ਕਿਸੇ ਸੁਰੱਖਿਆ ਦੇ ਚਾਰੇ ਦੇ ਰੂਪ ਵਿੱਚ ਪੇਸ਼ ਕਰਨਾ ਬੜਾ ਜ਼ਰੂਰੀ ਸੀ। ਅਸੀਂ ਉਵੇਂ ਹੀ ਕੀਤਾ ਤੇ ਆਪਣੇ ਕਲਾਇੰਟ ਦੇ ਦੋਸਤ ਨੂੰ ਇੱਕ ਜ਼ਬਰਦਸਤ ਮਾਨਸਿਕ ਧੱਕਾ ਲੱਗਣ ਦਾ ਖਤਰਾ ਮੁੱਲ ਲੈ ਕੇ ਸਟੇਪਲਟਨ ਨੂੰ ਉਹਦੇ ਅੰਤ ਤੱਕ ਪਹੁੰਚਾਉਣ ਦੇ ਨਾਲ ਆਪਣਾ ਕੇਸ ਮੁਕੰਮਲ ਕਰਨ 'ਚ ਕਾਮਯਾਬ ਹੋ ਗਏ। ਮੈਨੂੰ ਇਹ ਮੰਨਣ 'ਚ ਕੋਈ ਇਤਰਾਜ਼ ਨਹੀਂ ਕਿ ਇੰਜ ਕਰਨ ਨਾਲ ਮੈਂ ਇਸ ਕੇਸ ਨੂੰ ਸਹੀ ਢੰਗ ਨਾਲ ਨਾ ਸੰਭਾਲ ਸਕਣ ਦੀ ਆਪਣੀ ਕਮਜ਼ੋਰੀ ਦਾ ਵੀ ਸਬੂਤ ਦਿੱਤਾ, ਪਰ ਸਾਡੇ ਕੋਲ ਉਸ ਦਹਿਸ਼ਤਨਾਕ ਦ੍ਰਿਸ਼ ਦੇ ਅਸਲੀ ਪ੍ਰਚੰਡ ਪ੍ਰਭਾਵ ਨੂੰ ਉਹਦੀ ਪੂਰੀ ਭਿਆਨਕਤਾ ਨਾਲ ਦੇਖਣ ਤੇ ਸਮਝਣ ਦਾ ਕੋਈ ਹੋਰ ਉਪਾਅ ਵੀ ਤਾਂ ਨਹੀਂ ਸੀ। ਸੋ ਭਿਆਨਕ ਜੀਵ ਆਪਣੇ ਉਸ ਭਿਆਨਕ ਰੂਪ ਸਦਕਾ ਪੈਦਾ ਕਰਦਾ ਸੀ। ਨਾ ਹੀ ਅਸੀਂ ਉਸ ਕੋਰੇ ਬਾਰੇ ਪਹਿਲਾਂ ਕੁਝ ਜਾਣ ਸਕਦੇ ਸੀ, ਜਿਸ ਕਰਕੇ ਅਸੀਂ ਉਸ ਖਤਰਨਾਕ ਜਾਨਵਰ ਨੂੰ ਦੂਰੋਂ ਆਉਂਦਾ ਹੋਇਆ ਨਹੀਂ ਦੇਖ ਸਕੇ। ਉਹ ਕਿਸੇ ਵਹਿਸ਼ੀ ਹੈਵਾਨ ਵਾਂਗ ਉਸ 'ਚੋਂ ਨਿਕਲ ਕੇ ਕੁਝ ਇਸ ਤਰ੍ਹਾਂ ਅਚਾਨਕ ਤੇ ਯਕਦਮ ਸਾਡੇ ਸਾਹਮਣੇ ਆਇਆ ਕਿ ਸਾਨੂੰ ਤਿਆਰ ਹੋਣ ਦਾ ਕੋਈ ਮੌਕਾ ਹੀ ਨਹੀਂ ਮਿਲਿਆ। ਸਾਨੂੰ ਆਪਣੀ ਇਸ
ਸਫਲਤਾ ਲਈ ਸਰ ਹੈਨਰੀ ਦੀ ਸਿਹਤ ਦੀ ਜੋ ਕੀਮਤ ਦੇਣੀ ਪਈ, ਉਸ ਬਾਰੇ ਮੈਨੂੰ ਡਾਕਟਰ ਮਾਰਟਿਮਰ ਨੇ ਯਕੀਨ ਦਿਵਾਇਆ ਕਿ ਉਹ ਅਸਥਾਈ ਹੈ ਤੇ ਜਲਦੀ ਉਹ ਪਹਿਲਾਂ ਵਾਂਗ ਸਿਹਤਮੰਦ ਤੇ ਚੁਸਤ ਦਰੁਸਤ ਹੋ ਜਾਣਗੇ। ਇੱਕ ਲੰਮੀ ਯਾਤਰਾ ਸਾਡੇ ਦੋਸਤ ਨੂੰ ਨਾ ਸਿਰਫ ਉਸ ਮਾਨਸਿਕ ਠੇਸ ਤੋਂ ਬਾਹਰ ਕੱਢ ਲਿਆਏਗੀ, ਬਲਕਿ ਉਹਦੀਆਂ ਜ਼ਖਮੀ ਭਾਵਨਾਵਾਂ ਲਈ ਮੱਲਮ ਦਾ ਕੰਮ ਵੀ ਕਰੇਗੀ। ਉਸ ਔਰਤ ਨੂੰ ਆਪਣੇ ਦਿਲ ਦੀਆਂ ਡੂੰਘਾਈਆਂ 'ਚੋਂ ਸੱਚਾ ਪਿਆਰ ਕਰਦਾ ਸੀ ਤੇ ਸਾਰੀ ਦੁਖਦਾਈ ਘਟਨਾ ਦਾ ਸਭ ਤੋਂ ਅਫਸੋਸਨਾਕ ਪੱਖ ਇਹ ਹੈ ਕਿ ਉਹ ਸਮਝਦਾ ਹੈ ਉਹਨੇ ਉਹਨੂੰ ਧੋਖਾ ਦਿੱਤਾ ਹੈ। ਹੁਣ ਇਸ ਸਾਰੇ ਮਾਮਲੇ 'ਚ ਉਸ ਔਰਤ ਦਾ ਜੋ ਰੋਲ ਰਿਹਾ, ਉਸ ਬਾਰੇ ਵੀ ਥੋੜ੍ਹੀ ਚਰਚਾ ਕਰ ਲਈ ਜਾਏ। ਇਸ 'ਚ ਤਾਂ ਕੋਈ ਨਹੀਂ ਕਿ ਉਹ ਪੂਰੀ ਤਰ੍ਹਾਂ ਸਟੇਪਲਟਨ ਦੇ ਕਾਬੂ 'ਚ ਸੀ। ਇਹਦਾ ਕਾਰਨ ਉਹਦਾ ਡਰ ਵੀ ਹੋ ਸਕਦਾ ਹੈ, ਉਹਦੇ ਪ੍ਰਤੀ ਉਹਦਾ ਪਿਆਰ ਵੀ। ਇਹ ਵੀ ਹੋ ਸਕਦਾ ਹੈ ਕਿ ਦੋਵੇਂ ਹੀ ਹੋਣ, ਕਿਉਂਕਿ ਇਹ ਦੋਵੇਂ ਭਾਵਨਾਵਾਂ ਇੱਕ ਦੂਜੇ ਦੀਆਂ ਵਿਰੋਧੀ ਤਾਂ ਹੈ ਹੀ ਨਹੀਂ। ਖੈਰ, ਕਾਰਨ ਭਾਵੇਂ ਕੁਝ ਵੀ ਹੋਵੇ, ਇਸ 'ਚ ਸ਼ੱਕ ਨਹੀਂ ਕਿ ਸਟੇਪਲਟਨ ਨੇ ਪੂਰੀ ਤਰ੍ਹਾਂ ਉਹਨੂੰ ਆਪਣੇ ਵੱਸ 'ਚ ਕੀਤਾ ਹੋਇਆ ਸੀ। ਇਹੀ ਕਾਰਨ ਹੈ ਕਿ ਉਹ ਉਹਦੇ ਹੁਕਮ ਤੇ ਉਹਦੀ ਭੈਣ ਬਣਨ ਲਈ ਤਿਆਰ ਹੋ ਗਈ। ਪਰ ਉਸ ਸਮੇਂ ਉਹਨੇ ਸਟੇਪਲਟਨ ਦੇ ਪ੍ਰਭਾਵ ਨੂੰ ਨਕਾਰ ਦਿੱਤਾ ਜਦੋਂ ਉਹਨੇ ਉਹਨੂੰ ਹੱਤਿਆ ਦੀ ਸਾਜ਼ਿਸ਼ 'ਚ ਸ਼ਾਮਲ ਕਰਨਾ ਚਾਹਿਆ। ਉਹ ਆਪਣੇ ਪਤੀ ਨੂੰ ਕਿਸੇ ਮੁਸੀਬਤ 'ਚ ਫਸਾਏ ਬਿਨਾਂ ਸਰ ਹੈਨਰੀ ਨੂੰ ਸਾਵਧਾਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਸੀ ਤੇ ਅਜਿਹੀ ਕੋਸ਼ਿਸ਼ ਉਹਨੇ ਕਈ ਵਾਰ ਕੀਤੀ ਵੀ। ਮਜ਼ੇ ਦੀ ਗੱਲ ਇਹ ਹੈ ਕਿ ਉਹ ਸਟੇਪਲਟਨ ਦੇ ਕਹਿਣ ਤੇ ਹੀ ਸਾਡੇ ਜ਼ਿਮੀਂਦਾਰ ਦੋਸਤ ਨੂੰ ਆਪਣੇ ਵੱਲ ਖਿੱਚ ਰਹੀ ਸੀ, ਪਰ ਫਿਰ ਉਹਨਾਂ ਦੋਵਾਂ ਨੂੰ ਆਪਸ 'ਚ ਮਿਲਦੇ ਗਿਲਦੇ ਵੇਖ ਕੇ ਉਹਦੇ ਦਿਲ 'ਚ ਈਰਖਾ ਦੀ ਅੱਗ ਭੜਕ ਉੱਠਦੀ ਸੀ ਤੇ ਉਹਨਾਂ ਦੀ ਆਪਸੀ ਗੱਲਬਾਤ 'ਚ ਅੜਿੱਕਾ ਲਾਉਣ ਖਾਤਰ ਉਹਨਾਂ ਕੋਲ ਪਹੁੰਚ ਜਾਂਦਾ ਸੀ। ਉਸ ਸਮੇਂ ਆਪਣੀ ਨਾਰਾਜ਼ਗੀ ਨੂੰ ਲੁਕਾਉਣ ਦੀ ਕੋਈ ਕੋਸ਼ਿਸ਼ ਵੀ ਨਹੀਂ ਸੀ ਕਰਦਾ। ਇਹ ਹੋਰ ਵੱਖਰੀ ਹੈ ਕਿ ਆਪਣੀ ਅਸਲੀ ਖਤਰਨਾਕ ਉਦੇਸ਼ ਨੂੰ ਬੜੀ ਚਲਾਕੀ ਨਾਲ ਲੁਕਾਈ ਰੱਖਦਾ ਸੀ। ਆਪਣੀ ਪਤਨੀ ਨੂੰ ਸਰ ਹੈਨਰੀ ਨਾਲ ਮੇਲ ਜੋਲ ਲਈ ਉਕਸਾਉਣ ਪਿੱਛੇ ਉਹਦਾ ਇੱਕੋ ਇੱਕ ਉਦੇਸ਼ ਇਹ ਸੀ ਕਿ ਇਸ ਬਹਾਨੇ ਉਹ ਉਹਦੇ ਘਰ ਮੈਰੀ ਪਿਟ ਆਉਣਾ ਸ਼ੁਰੂ ਕਰ ਦੇਗਾ ਤੇ ਦੇਰ ਸਵੇਰ ਉਹਨੂੰ ਉਹ ਮੌਕਾ ਮਿਲ ਜਾਏਗਾ ਜਿਹਦੀ ਉਹਨੂੰ ਭਾਲ ਸੀ। ਘਟਨਾ ਵਾਲੇ ਦਿਨ ਉਹਦੀ ਪਤਨੀ ਅਚਾਨਕ ਉਹਦੇ ਖਿਲਾਫ ਵਿਦਰੋਹ ਕਰ ਬੈਠੀ। ਜਿਸ ਰਾਤ ਸਰ ਹੈਨਰੀ ਨੇ ਉਹਨਾਂ ਦੇ ਘਰ ਡਿਨਰ ਤੇ ਪਹੁੰਚਣਾ ਸੀ, ਉਸੇ ਸ਼ਾਮ ਉਹਨੇ ਉਸ ਕੁੱਤੇ ਨੂੰ ਦਲਦਲ 'ਚੋਂ ਲਿਆ ਕੇ ਬਗੀਚੇ ਦੇ ਕੋਨੇ ਵਾਲੀ ਕੋਠੜੀ 'ਚ ਬੰਨ੍ਹ ਦਿੱਤਾ ਸੀ। ਇਹ ਗੱਲ ਉਸ ਔਰਤ ਨੂੰ ਪਤਾ ਸੀ ਤੇ ਪਤੀ ਦੇ ਇਰਾਦੇ ਨੂੰ ਤਾੜ ਕੇ ਉਹਨੇ ਉਹਨੂੰ ਬਦਲਣ ਲਈ ਖੂਬ ਝਗੜਾ ਕੀਤਾ। ਉਸ ਝਗੜੇ ਦੌਰਾਨ ਸਟੇਪਲਟਨ ਨੇ ਨਾ ਸਿਰਫ ਉਹਨੂੰ ਕੁੱਟਿਆ ਮਾਰਿਆ, ਬਲਕਿ ਉਹਦੀ ਔਕਾਤ ਦੱਸਣ ਖਾਤਰ ਮਿਸਿਸ ਲਿਓਨਸ ਦਾ ਜ਼ਿਕਰ ਕਰਦਿਆਂ ਹੋਇਆ ਕਹਿ ਦਿੱਤਾ ਕਿ ਉਹ ਅਸਲ 'ਚ ਉਹਨੂੰ ਪਿਆਰ ਕਰਦਾ ਹੈ। ਇਸ ਗੱਲ ਦਾ ਪਤਾ ਲੱਗਦਿਆਂ ਹੀ ਕਿ ਉਹਦੀ ਕੋਈ ਸੌਕਣ ਵੀ ਹੈ, ਉਸ ਔਰਤ ਦੀ ਸੱਚੀ ਵਫਾਦਾਰੀ ਉਸੇ ਛਿਣ ਭਿਆਨਕ ਨਫ਼ਰਤ 'ਚ ਬਦਲ ਗਈ। ਸਟੇਪਲਟਨ ਨੂੰ ਵੀ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਹੁਣ ਉਹ ਉਹਦਾ ਭੇਦ ਖੋਲ੍ਹ ਸਕਦੀ ਹੈ, ਸੋ ਉਹਨੇ ਉਹਨੂੰ ਉੱਪਰਲੇ ਕਮਰੇ 'ਚ ਡੱਕ ਦਿੱਤਾ ਤਾਂ ਕਿ ਉਹ ਸਰ ਹੈਨਰੀ ਨੂੰ ਸਾਵਧਾਨ ਨਾ ਕਰ ਸਕੇ। ਹੋ ਸਕਦਾ ਹੈ ਕਿ ਉਹਨੇ ਸੋਚਿਆ ਹੋਏ ਕਿ ਜਦੋਂ ਸਾਰੇ ਲੋਕ ਜ਼ਿਮੀਂਦਾਰ ਦੀ ਮੌਤ ਨੂੰ ਪਰਿਵਾਰਕ ਸਰਾਪ ਨਾਲ ਜੋੜ ਕੇ ਇਹਨੂੰ ਕਿਸੇ ਅਲੌਕਿਕ ਸ਼ੈਤਾਨੀ ਸ਼ਕਤੀ ਦਾ ਕਾਰਾ ਸਮਝ ਕੇ ਸ਼ਾਂਤ ਹੋ ਜਾਣਗੇ, ਸਾਰਾ ਮਾਮਲਾ ਠੰਡਾ ਪੈ ਜਾਏਗਾ। ਜਿਹੜਾ ਲਾਜ਼ਮੀ ਤੌਰ ਤੇ ਪੈ ਵੀ ਜਾਂਦਾ ਤਾਂ ਆਪਣੀ ਪਤਨੀ ਨੂੰ ਸਮਝਾ ਬੁਝਾ ਕੇ ਫਿਰ ਉਹਦਾ ਵਿਸ਼ਵਾਸ ਜਿੱਤਣ 'ਚ ਕਾਮਯਾਬ ਹੋ ਜਾਏਗਾ ਤੇ ਉਹਦੀਆਂ ਕਾਰਗੁਜ਼ਾਰੀਆਂ ਬਾਰੇ ਜੋ ਕੁਝ ਵੀ ਜਾਣਦੀ ਏ ਉਸ ਸਬੰਧ 'ਚ ਪਹਿਲਾਂ ਵਾਂਗ ਆਪਣੀ ਜ਼ਬਾਨ ਬੰਦ ਰੱਖੇਗੀ। ਪਰ ਇਸ ਵਾਰੀ ਉਹਦਾ ਇਹ ਅੰਦਾਜ਼ਾ ਬਿਲਕੁਲ ਗਲਤ ਨਿਕਲਿਆ। ਉਸ ਔਰਤ ਦੀਆਂ ਰਗਾਂ 'ਚ ਸਪੈਨਿਸ਼ ਖੂਨ ਦੌੜ ਰਿਹਾ ਸੀ। ਉਹਦੀਆਂ ਗਾਲਾਂ ਤੇ ਮਾਰਕੁੱਟ ਸਭ ਬਰਦਾਸ਼ਤ ਕਰ ਸਕਦੀ ਸੀ, ਪਰ ਆਪਣੇ ਔਰਤ ਹੋਣ ਦਾ ਅਪਮਾਨ ਉਹਦੀ ਬਰਦਾਸ਼ਤ ਤੋਂ ਬਾਹਰ ਸੀ। ਨਤੀਜਾ ਇਹ ਨਿਕਲਿਆ ਕਿ ਉਹਦੇ ਖਿਲਾਫ ਨਾ ਸਿਰਫ ਉਹਨੇ ਸਹਿਯੋਗ ਦਿੱਤਾ, ਬਲਕਿ ਉਹਦੇ ਅਪਰਾਧਾਂ ਦਾ ਸਾਰਾ ਚਿੱਠਾ ਮੇਰੇ ਸਾਹਮਣੇ ਖੋਲ੍ਹ ਦਿੱਤਾ। ਜੇ ਉਸ ਦਲਦਲ 'ਚ ਫਸ ਕੇ ਨਾ ਮਰਦਾ ਤਾਂ ਫਾਂਸੀ ਦੇ ਰੱਸੇ ਤੇ ਲਟਕ ਕੇ ਮਰਦਾ। ਤੇ ਹੁਣ ਮੈਂ ਸਮਝਦਾ ਮਾਈ ਡੀਅਰ ਵਾਟਸਨ ਕਿ ਇਸ ਕੇਸ ਨਾਲ ਸੰਬੰਧਿਤ ਕੋਈ ਗੱਲ ਅਜਿਹੀ ਨਹੀਂ ਰਹੀ ਜਿਹਦਾ ਖੁਲਾਸਾ ਨਾ ਹੋ ਗਿਆ ਹੋਏ। ਪਰ ਉਹਨੂੰ ਇਹ ਆਸ ਤਾਂ ਨਹੀਂ ਕਰਨੀ ਚਾਹੀਦੀ ਸੀ ਕਿ ਉਹ ਸਰ ਹੈਨਰੀ ਨੂੰ ਵੀ ਉਹਨਾਂ ਦੇ ਚਾਚੇ ਵਾਂਗ ਡਰਾ ਕੇ ਮੌਤ ਦੇ ਮੂੰਹ 'ਚ ਧੱਕ ਦੇਣ 'ਚ ਕਾਮਯਾਬ ਹੋ ਜਾਏਗਾ। ਉਹ ਜਾਨਵਰ ਨਾ ਸਿਰਫ ਖਤਰਨਾਕ ਸੀ, ਬਲਕਿ ਭੁੱਖਾ ਵੀ ਸੀ। ਇਹਦਾ ਉਹ ਭਿਆਨਕ ਰੂਪ ਜੋ ਉਹਨੂੰ ਦਹਿਸ਼ਤ ਨਾਲ ਮਰਨ ਲਈ ਮਜਬੂਰ ਨਾ ਕਰ ਸਕਦਾ ਤਾਂ ਇੰਨਾ ਭੈ-ਭੀਤਾ ਕਰ ਹੀ ਦਿੰਦਾ ਕਿ ਉਹ ਆਪਣੇ ਬਚਾਅ ਦੀ ਕੋਈ ਕੋਸ਼ਿਸ਼ ਨਾ ਕਰ ਸਕਦੇ। ਇਹ ਤਾਂ ਤੁਸੀਂ ਠੀਕ ਕਹਿ ਰਹੇ ਹੋ। ਫਿਰ ਵੀ ਇੱਕ ਸ਼ੰਕਾ ਮੇਰੇ ਦਿਮਾਗ 'ਚ ਅਜੇ ਵੀ ਬਾਕੀ ਹੈ। ਜੇ ਸਟੇਪਲਟਨ ਆਪਣੀ ਸਾਜ਼ਿਸ਼ 'ਚ ਕਾਮਯਾਬ ਹੋ ਕੇ ਜਾਇਦਾਦ ਦਾ ਹੱਕਦਾਰ ਵੀ ਬਣ ਜਾਂਦਾ ਤਾਂ ਉਹ ਇਸ ਗੱਲ ਦੀ ਕੀ ਸਫਾਈ ਦਿੰਦਾ ਕਿ ਬਾਸਕਰਵਿਲੇ ਖਾਨਦਾਨ ਦਾ ਉਹ ਵਾਰਸ ਆਪਣੇ ਆਪ ਨੂੰ ਜ਼ਾਹਰ ਕੀਤੇ ਬਗੈਰ ਨਾਮ ਬਦਲ ਕੇ ਉਸ ਜਾਇਦਾਦ ਦੇ ਨੇੜੇ ਕਿਉਂ ਰਹਿ ਰਿਹਾ ਸੀ? ਬਿਨਾਂ ਕੋਈ ਸ਼ੱਕ ਜਾਂ ਸ਼ੰਕਾ ਪੈਦਾ ਕੀਤੇ ਉਸ ਤੇ ਆਪਣਾ ਹੱਕ ਜਮਾਉਣ ਲਈ ਸਾਹਮਣੇ ਕਿਵੇਂ ਆ ਸਕਦਾ ਸੀ? ਇਹ ਵਾਕਈ ਬੜਾ ਮੁਸ਼ਕਲ ਸਵਾਲ ਹੈ। ਮੈਨੂੰ ਡਰ ਹੈ ਕਿ ਤੁਸੀਂ ਇਹ ਸਮਝਦੇ ਹੋ ਕਿ ਮੈਂ ਹਰ ਸਵਾਲ ਦਾ ਜਵਾਬ ਆਪਣੀ ਜੇਬ 'ਚ ਲਈ ਫਿਰਦਾ।
ਪਰ ਭਰਾ ਮੇਰੇ, ਅਤੀਤ ਤੇ ਵਰਤਮਾਨ ਤਾਂ ਮੇਰੀ ਛਾਣਬੀਨ ਦਾ ਖੇਤਰ ਹੋ ਸਕਦੇ ਨੇ, ਪਰ ਕੋਈ ਆਦਮੀ ਭਵਿੱਖ 'ਚ ਕੀ ਕਰੇਗਾ ਇਹਦਾ ਜਵਾਬ ਦੇਣਾ ਤਾਂ ਮੇਰੇ ਲਈ ਬੜਾ ਹੀ ਮੁਸ਼ਕਿਲ ਹੈ। ਮੈਨੂੰ ਮਿਸਿਸ ਸਟੇਪਲਟਨ ਨੇ ਦੱਸਿਆ ਸੀ ਕਿ ਉਹਦੇ ਪਤੀ ਨੇ ਇਸ ਸਮੱਸਿਆ ਬਾਰੇ ਕਈ ਵਾਰ ਉਸ ਨਾਲ ਸਲਾਹ ਮਸ਼ਵਰਾ ਕੀਤਾ ਸੀ। ਵੈਸੇ ਉਹਦੇ ਸਾਹਮਣੇ 3 ਸੰਭਾਵੀ ਰਸਤੇ ਸਨ। ਇੱਕ ਤਾਂ ਇਹ ਕਿ ਉਹ ਦੱਖਣੀ ਅਮਰੀਕਾ ਤੋਂ ਹੀ ਬ੍ਰਿਟਿਸ਼ ਅਧਿਕਾਰੀਆਂ ਦੇ ਸਾਹਮਣੇ ਜਾਇਦਾਦ ਦਾ ਆਪਣਾ ਦਾਅਵਾ ਪੇਸ਼ ਕਰਦਾ, ਇੰਗਲੈਂਡ ਆਏ ਬਿਨਾਂ ਜਾਇਦਾਦ ਹਾਸਲ ਕਰਕੇ ਉੱਥੋਂ ਹੀ ਸਾਰੀ ਰਕਮ ਸਮੇਟ ਲੈਂਦਾ। ਦੂਜਾ ਤਰੀਕਾ ਇਹ ਸੀ ਕਿ ਆਪਣਾ ਭੇਸ ਬਦਲ ਕੇ, ਜਿਸ 'ਚ ਕਿ ਉਹ ਮਾਹਰ ਸੀ, ਕੁਝ ਸਮੇਂ ਲਈ ਲੰਦਨ ਦੇ ਅਧਿਕਾਰੀਆਂ ਸਾਹਮਣੇ ਪੇਸ਼ ਹੁੰਦਾ ਤੇ ਫਿਰ ਉੱਥੋਂ ਸਿੱਧਾ ਦੱਖਣੀ ਅਮਰੀਕਾ ਚਲਾ ਜਾਂਦਾ। ਤੀਜੀ ਤਰਕੀਬ ਇਹ ਹੋ ਸਕਦੀ ਸੀ ਕਿ ਆਪਣੀ ਜਗ੍ਹਾ ਆਪਣੇ ਕਿਸੇ ਭਰੋਸੇਯੋਗ ਆਦਮੀ ਨੂੰ ਸਾਰੇ ਕਾਗਜ਼ਾਂ ਤੇ ਸਬੂਤਾਂ ਦੇ ਨਾਲ ਜਾਇਦਾਦ ਦਾ ਵਾਰਸ ਬਣਾ ਕੇ ਭੇਜ ਦਿੰਦਾ ਤੇ ਉਸ ਤੋਂ ਜਾਇਦਾਦ ਦੀ ਆਮਦਨ ਦਾ ਆਪਣਾ ਹਿੱਸਾ ਲੈਂਦਾ ਰਹਿੰਦਾ। ਖੈਰ, ਇਹ ਤਾਂ ਪੱਕਾ ਸੀ ਕਿ ਜਿੰਨਾ ਚਿਰ ਉਸ ਬਾਰੇ ਜਾਣਦੇ ਹਾਂ, ਉਹਦੇ ਆਧਾਰ ਤੇ ਕਹਿ ਸਕਦੇ ਹਾਂ ਕਿ ਉਹ ਇਸ ਸਮੱਸਿਆ ਦਾ ਵੀ ਕੋਈ ਨਾ ਕੋਈ ਹੱਲ ਤਾਂ ਲੱਭ ਹੀ ਲੈਂਦਾ। ਹੁਣ ਬਿਹਤਰ ਇਹ ਹੋਏਗਾ ਕਿ ਮੇਰੇ ਪਿਆਰੇ ਦੋਸਤ, ਕਿ ਇਸ ਮਾਮਲੇ ਨੂੰ ਇੱਥੇ ਹੀ ਖਤਮ ਕੀਤਾ ਜਾਏ। ਪਿਛਲੇ ਕਈ ਹਫ਼ਤਿਆਂ ਦਾ ਅਸੀਂ ਬਹੁਤ ਡਟ ਕੇ ਕੰਮ ਕੀਤਾ ਹੈ, ਇਸ ਲਈ ਮੈਂ ਸਮਝਦਾ ਕਿ ਇੱਕ ਸ਼ਾਮ ਤਾਂ ਅਸੀਂ ਆਪਣੇ ਵਿਚਾਰਾਂ ਨੂੰ ਮਨੋਰੰਜਨ ਵੱਲ ਮੋੜ ਸਕਦੇ ਹਾਂ। ਮੈਂ ਇੱਕ ਥੀਏਟਰ ਦੀਆਂ ਟਿਕਟਾਂ ਬੁੱਕ ਕਰਵਾਈਆਂ ਨੇ, ਇਸ ਲਈ ਮੈਂ ਤੁਹਾਨੂੰ ਤਿਆਰ ਹੋਣ ਲਈ ਅੱਧੇ ਘੰਟੇ ਦਾ ਸਮਾਂ ਦੇ ਰਿਹਾ, ਕਿਉਂਕਿ ਜਾਂਦੇ ਹੋਏ ਰਸਤੇ 'ਚ ਅਸੀਂ ਕਿਸੇ ਸ਼ਾਨਦਾਰ ਹੋਟਲ 'ਚ ਡਿਨਰ ਕਰਕੇ ਚੱਲਾਂਗੇ। ਧੰਨਵਾਦ। ਸਮਾਪਤ।